ਨਾਨਕ ਸਿੰਘ ਦਾ ਨਾਵਲ ਨਾਸੂਰ ਦਾ ਚੌਥਾ ਅੰਗ। ਸੰਨ 47 ਦੇ ਘੱਲੂਘਾਰਿਆਂ ਨੇ ਜਿੱਥੇ ਅਣਗਿਣਤ ਸ਼ਹਿਰਾਂ ਦਾ ਹੁਲੀਆ ਵਿਗਾੜ ਦਿੱਤਾ, ਉੱਥੇ ਕੁਝ ਇੱਕ ਸ਼ਹਿਰਾਂ ਦੀ ਸ਼ਾਨ ਸ਼ੌਕਤ ਪਹਿਲਾਂ ਨਾਲੋਂ ਵੀ ਦੂਣੀ ਚੌਣੀ ਹੋ ਗਈ ਸੀ। ਜਲੰਧਰ ਵੀ ਉਹਨਾਂ ਭਾਗਸ਼ਾਲੀ ਸ਼ਹਿਰਾਂ ਚੋਂ ਇੱਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾੜ ਫੂਕ ਦੇ ਸਿਲਸਿਲੇ 'ਚ ਜਲੰਧਰ ਦੇ ਕਈ ਗਲੀਆਂ ਮੁਹੱਲੇ ਥੇ ਹੋ ਗਏ। ਪਰ ਇਸ ਸ਼ਹਿਰ ਨੂੰ ਇੱਕ ਗੱਲ ਆੜੇ ਆ ਗਈ, ਅਰਥਾਤ ਪੰਜਾਬ ਦੀ ਰਾਜਧਾਨੀ ਲਾਹੌਰ ਤੇ ਪਾਕਿਸਤਾਨ 'ਚ ਚਲੇ ਜਾਣ ਤੋਂ ਬਾਅਦ ਪੂਰਬੀ ਪੰਜਾਬ ਲਈ ਰਾਜਧਾਨੀ ਦਾ ਸਵਾਲ ਨਵੇਂ ਸਿਰੇ ਪੈਦਾ ਹੋ ਗਿਆ। ਇਹ ਕੰਮ ਕੋਈ ਛੋਟਾ ਮੋਟਾ ਨਹੀਂ ਕਿ ਝਟਪਟ ਸਿਰੇ ਚੜ੍ਹ ਜਾਂਦਾ। ਇਸ ਕੰਮ ਲਈ ਵਰ੍ਹਿਆਂ ਬੱਧੀ ਸਮੇਂ ਤੇ ਅਰਬਾਂ ਬੱਧੀ ਸਰਮਾਏ ਦੀ ਲੋੜ ਸੀ। ਸੋ ਇਸ ਅੜਚਨ ਦਾ ਹੱਲ ਇਹੋ ਕੱਢਿਆ ਗਿਆ ਕਿ ਜਦ ਤੱਕ ਨਵੀਂ ਰਾਜਧਾਨੀ ਨਹੀਂ ਬਣਦੀ, ਤਦ ਤੱਕ ਸ਼ਿਮਲੇ ਤੇ ਜਲੰਧਰ ਪਾਸੋਂ ਚਲਾਵਾਂ ਜਿਹਾ ਕੰਮ ਲੈ ਲਿਆ ਜਾਏ। ਚੰਡੀਗੜ੍ਹ ਦਾ ਸਵਾਲ ਵੈਸੇ ਹੀ ਅਜੇ ਜ਼ੋਰੇ ਬਹਿਸ ਸੀ, ਸੋ ਇਹਨਾਂ ਹੀ ਕਾਰਨਾਂ ਕਰਕੇ ਜਲੰਧਰ ਦੀ ਰੌਣਕ ਦਿਨੋਂ ਦਿਨ ਵੱਧਦੀ ਚੜ੍ਹਦੀ ਜਾ ਰਹੀ ਸੀ। 47 ਦਾ ਸਾਰਾ ਸਾਲ ਘੱਲੂਘਾਰਿਆਂ ਦੀ ਹਾਲਤ ਵਿੱਚ ਬੀਤਿਆ, ਪਰ 48 ਦਾ ਆਰੰਭ ਹੁੰਦਿਆਂ ਤੇ ਵਾਯੂਮੰਡਲ 'ਚ ਕੁਝ ਟਿਕਾਅ ਨਜ਼ਰੇ ਆਉਣ ਲੱਗ ਪਿਆ। ਪੱਛਮੀ ਪੰਜਾਬ 'ਚ ਉੱਜੜ ਕੇ ਆਏ ਕਰੋੜਾਂ ਰਿਫਿਊਜ਼ੀਆਂ ਦਾ ਸਵਾਲ ਭਾਵੇਂ ਬੜਾ ਉਲਝਣਦਾਰ ਸੀ, ਫਿਰ ਵੀ ਹਕੂਮਤ ਤੇ ਜਨਤਾ ਦੇ ਸਾਂਝੇ ਪੁਰਸ਼ਾਰਥ ਨਾਲ ਇਹਨਾਂ ਲੋਕਾਂ ਦੀ ਸਮਾਈ ਲਈ ਯਤਨ ਆਰੰਭ ਹੋ ਚੁੱਕੇ ਸਨ। ਇਸੇ ਸੰਨ 48 ਦੇ ਦੌਰੇ ਵਿੱਚ ਅਸੀਂ ਜਲੰਧਰ ਸ਼ਹਿਰ ਦੇ ਇੱਕ ਗੁਮਨਾਮ ਜਿਹੇ ਹਿੱਸੇ ਵੱਲ ਦ੍ਰਿਸ਼ਟਪਾਤ ਕਰਦੇ ਹਾਂ। ਓਮਨੀ ਬੱਸ ਦੇ ਅੱਡੇ ਤੋਂ ਚੱਲ ਕੇ ਪਟੇਲ ਚੌਂਕ ਪਹੁੰਚੀਏ ਤਾਂ ਇਹਦੇ ਲਾਗੇ ਚਾਗੇ ਸਾਨੂੰ ਵੱਡੀਆਂ ਵੱਡੀਆਂ ਕੋਠੀਆਂ ਤੇ ਹੋਰ ਆਲੀਸ਼ਾਨ ਇਮਾਰਤਾਂ ਦਿਖਾਈ ਦੇਣਗੀਆਂ, ਜਿਨ੍ਹਾਂ 'ਚ ਇਨੀ ਦਿਨੀ ਵਧੇਰੇ ਸਰਕਾਰੀ ਦਫ਼ਤਰ ਹੀ ਨਜ਼ਰੀ ਆਉਂਦੇ ਨੇ। ਇਸ ਤੋਂ ਥੋੜ੍ਹਾ ਅੱਗੇ ਜਾ ਕੇ ਸਾਨੂੰ ਸਾਈਂ ਦਾਸ ਐਂਗਲੋ ਸੰਸਕ੍ਰਿਤ ਸਕੂਲ ਦਾ ਵੱਡਾ ਸਾਰਾ ਬੋਰਡ ਦਿਖਾਈ ਦੇਗਾ ਤੇ ਜਿਉਂ-ਜਿਉਂ ਅਗਾਂਹ ਤੁਰੇ ਜਾਈਏ, ਵੰਨ ਸੁਵੰਨੀਆਂ ਇਮਾਰਤਾਂ ਤੱਕਦੇ ਤੱਕਦੇ ਅਸੀਂ ਓਡੀਅਨ ਸਿਨੇਮਾ ਜਾ ਨਿਕਲਾਂਗੇ। ਫਿਰ ਉਹਦੀ ਪਿਛਲੀ ਬਾਹੀ ਵੱਲ ਮਹੱਲਾ ਕਰਾਰਖਾਂ ਨਜ਼ਰੀ ਆਏਗਾ, ਜਿਹਨੂੰ ਨੀਲਾ ਮਹੱਲਾ ਵੀ ਕਿਹਾ ਜਾਂਦਾ ਹੈ। ਇਸ ਮਹੱਲੇ 'ਚ ਜਾਂ ਆਸੇ-ਪਾਸੇ ਕਈ ਛੋਟੀਆਂ-ਛੋਟੀਆਂ ਗਲੀਆਂ ਨੇ, ਜਿਨ੍ਹਾਂ 'ਚ ਦਰਮਿਆਨੇ ਦਰਜੇ ਦੇ ਲੋਕ ਵੀ ਰਹਿੰਦੇ ਨੇ ਤੇ ਹੱਦ ਦਰਜੇ ਦੇ ਗਰੀਬ ਵੀ। ਇਹਨਾਂ 'ਚੋਂ ਇੱਕ ਗਲੀ ਦਾ ਨਾਂ ਅਰਾਈਆਂ ਵਾਲੀ ਗਲੀ ਹੈ। ਇਸ 'ਚ ਨਿਰੋਲ ਹੇਠਲੀ ਸ਼੍ਰੇਣੀ ਦੇ ਲੋਕਾਂ ਦਾ ਵਸੇਬਾ ਹੈ, ਬੜੀ ਭੀੜੀ ਜਿਹੀ ਤੇ ਖਸਤਾ ਹਾਲਤ ਵਿੱਚ, ਜਿਹਦੇ ਮੁਸੱਲਕੇ ਮਕਾਨ ਤਾਂ ਲਗਭਗ ਸਾਰੇ ਫਸਾਦਾਂ ਦੇ ਦਿਨੀ ਅਗਨ ਭੇਟ ਹੋ ਗਏ, ਪਰ ਖਤਰਮੇ ਸਹੀ ਸਲਾਮਤ ਨੇ। ਸੜੇ ਹੋਏ ਮਕਾਨਾਂ ਨੂੰ ਵੀ ਰਿਫਿਊਜੀਆਂ ਨੇ ਠੱਪ ਚੰਦ ਕਰਕੇ ਸਿਰ ਲੁਕਾਉਣ ਜੋਗੇ ਬਣਾ ਲਿਆ, ਜਿਸ ਕਰਕੇ ਸਾਰੀ ਗਲੀ 'ਚ ਗਹਿਮਾ ਗਹਿਮ ਨਜ਼ਰ ਆਉਂਦੀ ਹੈ। ਗਲੀ ਦੇ ਅੱਧ ਤੋਂ ਕੁਝ ਅੱਗੇ ਜਾ ਕੇ ਖੱਬੇ ਮੋੜ ਤੇ ਇੱਕ ਤਬੇਲਾ ਨੁਮਾ ਪੁਰਾਣੇ ਢੰਗ ਦਾ ਮਕਾਨ ਹੈ, ਜਿਹਨੂੰ ਜੰਗੀ ਰਾਜ ਦੀ ਹਵੇਲੀ ਸੱਦਿਆ ਜਾਂਦਾ ਹੈ। ਇਹ ਹਵੇਲੀ ਆਪਣੇ ਸੰਖੇਪ ਜਿਹੇ ਪੇਟ ਵਿੱਚ ਬਹੁਤ ਸਾਰੇ ਕੁਰਬਲ ਨੂੰ ਸਮੇਟੀ ਖੜੀ ਹੈ। ਇਹਦੀਆਂ ਦੋਹਾਂ ਲੰਗਾਂ ਵਿੱਚ 4-4 ਕੋਠੜੀਆਂ ਹਨ ਤੇ ਇੱਕ ਕੋਠੜੀ 'ਚ 5-5 6-6 ਕਿਰਾਏਦਾਰ ਰਹਿ ਰਹੇ ਨੇ। ਇਹਨਾਂ 'ਚ ਵਧੇਰੇ ਇਮਾਰਤੀ ਮਜ਼ਦੂਰ, ਕੁਝ ਰਿਕਸ਼ਾ ਕੁਲੀ, 2-4 ਰੇਲਵੇ ਕੁਲੀ, ਕੋਈ ਛਾਬਾ ਫਰੋਜ, ਕੁਝ ਮੰਡੀਆਂ 'ਚ ਕੰਮ ਕਰਨ ਵਾਲੇ ਪਾਂਡੀ ਰਹਿੰਦੇ ਨੇ। ਜਿੰਨੇ ਬੰਦੇ ਇੱਕ ਕੋਠੜੀ 'ਚ ਰਹਿੰਦੇ ਨੇ, ਇੱਕੋ ਜੰਦਰੇ ਦੀਆਂ ਵੱਖ-ਵੱਖ ਚਾਬੀਆਂ ਬਣਵਾਈਆਂ ਹੋਈਆਂ, ਤਾਂ ਜੋ ਜਿਹੜਾ ਜਦੋਂ ਆਵੇ ਖੋਲ੍ਹ ਲਵੇ, ਜਿਹੜਾ ਜਦੋਂ ਜਾਵੇ ਬੰਦ ਕਰ ਲਵੇ। ਤਬੇਲਾ 2 ਮੰਜ਼ਿਲਾ ਹੈ, ਜਿਹਦੀ ਦੂਜੀ ਮੰਜ਼ਿਲ ਦੀਆਂ ਲਗਭਗ ਸਾਰੀਆਂ ਹੀ ਕੋਠੜੀਆਂ ਤਬੇਲੇ ਦੇ ਮਾਲਕ ਨੇ, ਜੋ ਇੱਕ ਆੜ੍ਹਤੀ ਆਪਣਾ ਸਟਾਕ ਭਰਨ ਲਈ ਬੰਦ ਕੀਤੀਆਂ ਨੇ। ਤਬੇਲੇ ਦਾ ਫਰਸ਼ ਵੈਸੇ ਤਾਂ ਇੱਟਾਂ ਦਾ, ਪਰ ਇਹ ਇੱਟਾਂ ਕੁਝ ਤਾਂ ਕੋਠੜੀਆਂ 'ਚ ਰਹਿਣ ਵਾਲਿਆਂ ਨੇ ਚੁੱਲ੍ਹੇ ਬਣਾਉਣ ਲਈ ਪੁੱਟ ਲਈਆਂ ਜਾਂ ਪੁੱਟੀਆਂ ਹੋਈਆਂ ਚੁੱਕ ਲਈਆਂ, ਤੇ ਕੁਝ ਮਾਲਕ ਮਕਾਨ ਦੇ ਆਦਮੀਆਂ ਨੇ ਆਪ ਹੀ ਇਕੱਠੀਆਂ ਕਰਕੇ ਉੱਪਰਲੇ ਕਮਰਿਆਂ 'ਚ ਜਾ ਬੀੜੀਆਂ, ਤਾਂ ਜੋ ਮਾਲ ਨੂੰ ਹੇਠੋਂ ਚੂਹਾ ਢਿੱਡੀ ਨਾ ਟੁੱਕ ਜਾਵੇ। ਨਤੀਜਾ ਹੋਇਆ ਕਿ ਫਰਸ਼ ਦੀਆਂ ਇੱਟਾਂ ਦੀ ਗਿਣਤੀ ਘਟਦੀ ਮਸੇ ਚੌਥਾ ਕੁ ਹਿੱਸਾ ਬਾਕੀ ਰਹਿ ਗਈ। ਇਸ ਉੱਤੇ ਵਾਧਾ ਇਹ ਕਿ ਮੰਡੀ ਮਜ਼ਦੂਰਾਂ ਦੇ ਠੇਲੇ ਜੋ ਰਾਤ ਨੂੰ ਉਹ ਲੋਕ ਇੱਥੇ ਲਿਆ ਟਿਕਾਉਂਦੇ ਸਨ, ਇਹ ਫਰਸ਼ ਹੇਠਲੀ ਮਿੱਟੀ ਨੂੰ ਵੀ ਦਿਨੋਂ ਦਿਨ ਡੂੰਘੀ ਕਰੀ ਜਾ ਰਹੇ ਸਨ। ਜਦ ਕਦੇ ਮੀਂਹ ਵਰ ਪਵੇ ਤਾਂ ਨੀਵੀਂ ਥਾਵਾਂ 'ਚ ਇੰਨਾ ਪਾਣੀ ਇਕੱਠਾ ਹੋ ਜਾਂਦਾ, ਜਿਹਦੇ ਸੁੱਕਣ 'ਚ ਹਫ਼ਤਾ 2-2 ਹਫ਼ਤੇ ਲੱਗ ਜਾਂਦੇ। ਮੀਂਹ ਤੋਂ ਛੁੱਟ ਕੋਠੜੀਆਂ ਦਾ ਪਾਣੀ ਵੀ ਤਾਂ ਮੋਰੀ ਟੁੱਟੀ ਹੋਣ ਕਰਕੇ ਅੱਧੇ ਤੋਂ ਬਹੁਤਾ ਇੱਥੇ ਇਕੱਠਾ ਹੋਇਆ ਰਹਿੰਦਾ। ਤਬੇਲੇ ਦੇ 30-40 ਬੰਦੇ ਸਿਆਲ ਵਿੱਚ ਤਾਂ ਅੰਦਰ ਵੜ ਕੇ ਸੌਂ ਰਹਿੰਦੇ ਨੇ, ਪਰ ਗਰਮੀਆਂ ਇਹਨਾਂ ਲੋਕਾਂ ਲਈ ਕਿਆਮਤ ਦਾ ਰੂਪ ਧਾਰ ਕੇ ਆਉਂਦੀਆਂ। ਕੋਠੇ ਉੱਤੇ ਤਾਂ ਉਂਝ ਨਹੀਂ ਸੀ ਸੌਂ ਸਕਦੇ, ਉੱਥੇ ਮਾਲਕ ਮਕਾਨ ਦਾ ਕਬਜ਼ਾ ਹੈ। ਬਾਕੀ ਰਿਹਾ ਵਿਹੜਾ, ਇਹਦੀ ਸੜਿਆਨ ਤੇ ਮੱਛਰਾਂ ਦੀ ਬਹੁਤਾਤ ਹੀ ਪਹਿਲਾਂ ਤਾਂ ਕਿਸੇ ਨੂੰ ਸੌਣ ਨਹੀਂ ਸੀ ਦਿੰਦੀ। ਦੂਜਾ ਸਾਰਾ ਥਾਂ ਠੇਲਿਆਂ ਰਿਕਸ਼ਿਆਂ ਨੇ
ਮੱਲਿਆ ਹੁੰਦਾ। ਲਾਚਾਰ ਇਹਨਾਂ ਲੋਕਾਂ ਨੂੰ ਗਰਮੀਆਂ ਦੀਆਂ ਰਾਤਾਂ ਤਬੇਲਿਓਂ ਬਾਹਰ ਹੀ ਗੁਜ਼ਾਰਨੀਆਂ ਪੈਂਦੀਆਂ। ਫੁੱਟਪਾਥਾਂ ਉੱਤੇ, ਦੁਕਾਨਾਂ ਦੇ ਥੜਿਆਂ ਉੱਤੇ, ਕਿਸੇ ਮੰਦਿਰ ਦੇ ਵਿਹੜੇ 'ਚ ਜਾਂ ਹੋਰ ਜਿੱਥੇ ਕਿਸੇ ਨੂੰ ਥਾਂ ਲੱਭਦਾ। ਇਸੇ ਕੁਰਬਲ ਦੀ ਢਾਣੀ 'ਚ ਮੰਗਤੂ ਦੀ ਰਿਹਾਇਸ਼ ਹੈ। ਆਪਣੇ ਇੱਕ ਪੁਰਾਣੇ ਮੇਲੀ ਗੇਲੀ ਮਜ਼ਦੂਰ ਦੀ ਕੋਠੜੀ 'ਚ ਆ ਟਿਕਿਆ, ਜਿਸ 'ਚ ਪਹਿਲਾਂ ਵੀ ਕਾਫੀ ਸਮਾਂ ਗੁਜ਼ਾਰ ਚੁੱਕਾ ਸੀ। ਜ਼ਿੰਦਗੀ ਦੇ ਸਕੂਲ 'ਚ ਸਭ ਤੋਂ ਪ੍ਰਮੁੱਖ ਉਸਤਾਦ ਹੈ ਤਜਰਬਾ, ਖਾਸ ਕਰਕੇ ਕੌੜਾ ਤੇ ਤੁਰਸ਼ ਤਜਰਬਾ। ਵਿਦਿਆਰਥੀ ਨੂੰ ਜਦ ਤੱਕ ਇਸ ਉਸਤਾਦ ਦੀਆਂ ਚਪੇੜਾਂ ਨਾ ਪੈਣ ਤਦ ਤੱਕ ਉਹ ਜ਼ਿੰਦਗੀ ਦੇ ਇਮਤਿਹਾਨ 'ਚੋਂ ਪਾਸ ਨਹੀਂ ਹੋ ਸਕਦਾ। ਮੰਗਤੂ ਲਈ ਵੀ ਇਸ ਉਸਤਾਦ ਦੀਆਂ ਚਪੇੜਾਂ ਕਾਫੀ ਕਾਰਗਰ ਸਾਬਤ ਹੋਈਆਂ। ਜਦ ਤੋਂ ਆਪਣੀ ਚਿਰ ਰੋਗੀ ਪਿਓ ਨੂੰ ਮੌਤ ਦੇ ਹਵਾਲੇ ਕਰਕੇ ਮੁੜ ਜਲੰਧਰ ਆਇਆ, ਤਦ ਤੋਂ ਉਹਦੇ ਅੰਦਰ ਕਾਫੀ ਉਲਟ ਫੇਰ ਪੈਦਾ ਹੋ ਗਿਆ। ਜਾਂ ਇਉਂ ਕਹਿਣਾ ਚਾਹੀਦਾ ਕਿ ਦੁਨੀਆ ਦਾ ਹੁਲੀਆ ਹੀ ਉਹਦੇ ਭਾਣੇ ਬਦਲ ਗਿਆ, ਜਿਹਦਾ ਫਲ ਰੂਪ ਇਸ 18-19 ਵਰ੍ਹਿਆਂ ਦੇ ਗੱਭਰੂ ਅੰਦਰ ਕੋਈ ਬੁੱਢੀ ਬੁਢੇਰੀ ਰੂਹ ਆ ਸਮਾਈ ਹੈ। ਸੋਚ ਵਿਚਾਰ ਜਿਹਨੂੰ ਉਹਨੇ ਕਦੀ ਨੇੜੇ ਨਹੀਂ ਸੀ ਫਟਕਣ ਦਿੱਤਾ, ਹੁਣ ਕਿਸੇ ਵੇਲੇ ਵੀ ਉਹਦਾ ਪਿੱਛਾ ਨਹੀਂ ਸੀ ਛੱਡਦੀ। ਉਹ ਹਰ ਨਿੱਕੀ ਤੋਂ ਨਿੱਕੀ ਗੱਲ ਨੂੰ ਸੋਚ ਵਿਚਾਰ ਦੀ ਸਾਣ ਤੇ ਚੜਾ ਕੇ ਕਿੰਨਾ ਚਿਰ ਘਸਾਉਂਦਾ ਰਹਿੰਦਾ। ਉਹ ਖੂਬ ਅੱਖਾਂ ਚੌੜੀਆਂ ਕਰਕੇ ਆਪਣੇ ਆਲੇ ਦੁਆਲੇ ਤੱਕਦਾ, ਆਪਣੇ ਅੰਦਰ ਝਾਤੀਆਂ ਮਾਰਦਾ ਤੇ ਆਪਣੇ ਅਤੀਤ, ਵਰਤਮਾਨ ਤੇ ਭਵਿੱਖ ਉੱਤੇ ਪੜਚੋਲ ਕਰਦਾ। ਕਦੀ ਜਦ ਸੋਚਾਂ ਵਿਚਾਰਾਂ ਦੀ ਡੂੰਘਾਈ 'ਚ ਉਹ ਬਹੁਤ ਹੀ ਡੂੰਘਾ ਉਤਰ ਜਾਂਦਾ ਤੇ ਇੱਕ ਧੁੰਦਲਾ ਜਿਹਾ 2 ਅੱਖਰਾ ਸ਼ਬਦ ਸਵਾਲੀਆ ਜਿਹੇ ਆਕਾਰ 'ਚ ਉਹਦੇ ਸਾਹਮਣੇ ਆਉਂਦਾ ਤੇ ਫਿਰ ਇਹੋ ਕਿਉਂ ਕਈਆਂ ਹੋਰ ਸ਼ਕਲਾਂ 'ਚ ਬਦਲ ਕੇ ਉਹਦੀ ਖੋਪਰੀ 'ਚ ਫਤੂਰ ਮਚਾਉਣਾ ਸ਼ੁਰੂ ਕਰ ਦਿੰਦਾ। 2 ਅੱਖਰੇ ਤੋਂ ਬਾਅਦ ਕਦੀ ਇੱਕ 3 ਅੱਖਰਾ ਸ਼ਬਦ ਵੀ ਕੁਝ ਇਸ ਤਰ੍ਹਾਂ ਉਹਦੀਆਂ ਅੱਖਾਂ ਅੱਗੇ ਵੰਨ ਸੁਵੰਨੀਆਂ ਤੇ ਰੰਗ ਦੀਆਂ ਤਸਵੀਰਾਂ ਚਿੱਤਰਨ ਲੱਗ ਪੈਂਦਾ। ਵਿਆਹ ਦੇ ਸਬੰਧ 'ਚ ਪਹਿਲਾਂ ਮੰਗਤੂ ਨੇ ਘੱਟ ਵੱਧ ਹੀ ਕਦੀ ਸੋਚਿਆ ਸੀ, ਪਰ ਜਦ ਤੋਂ ਉਹਦੇ ਪਿਓ ਨੇ ਮਰਨ ਤੋਂ ਪਹਿਲਾਂ ਉਹ ਜਮ੍ਹਾਂ ਪੂੰਜੀ ਦੀ ਪੋਟਲੀ ਫੜਾਉਂਦਿਆਂ ਕੁਝ ਗੱਲਾਂ ਕਹੀਆਂ, ਤਦ ਤੋਂ ਵਿਆਹ ਦਾ ਮਾਮਲਾ ਵੀ ਉਹਦੀ ਮਾਲਾ ਦਾ ਇੱਕ ਮਣਕਾ ਬਣ ਗਿਆ। ਮੰਗਤੂ ਜਦੋਂ ਵਿਆਹ ਦੇ ਸਬੰਧ 'ਚ ਇਹੋ ਜਿਹੀਆਂ ਮਨੋਕਲਪਿਤ ਤਸਵੀਰਾਂ ਦੇਖ ਰਿਹਾ ਹੁੰਦਾ, ਤਾਂ ਅਚਾਨਕ ਹੀ ਕਿਸੇ ਵੇਲੇ ਇਹਨਾਂ ਤਸਵੀਰਾਂ ਦਾ ਪੁੱਠਾ ਪਾਸਾ ਉਹਦੀ ਦ੍ਰਿਸ਼ਟੀ ਗੋਚਰ ਹੋ ਜਾਂਦਾ। ਉਹਨੂੰ ਆਪਣੀ ਮਾਂ ਦੇ ਸਬੰਧ 'ਚ ਉਹ ਸਾਰੀਆਂ ਅਗਲੀਆਂ ਪਿਛਲੀਆਂ ਗੱਲਾਂ ਚੇਤੇ ਆ ਜਾਂਦੀਆਂ, ਜੋ ਹਮੇਸ਼ਾ ਉਹਦਾ ਲਹੂ ਪੀਣ ਲਈ ਜੋਕਾਂ ਦਾ ਕੰਮ ਕਰਦੀਆਂ। ਇਹਨਾਂ ਜੋਕਾਂ ਦੇ ਅਸਰ ਵਿੱਚ ਡੁੱਬ ਕੇ ਉਹ ਸੋਚਣ ਲੱਗ ਪੈਂਦਾ, ਜੇ ਮੇਰੀ ਸਾਥਣ ਵੀ ਉਹੋ ਜਿਹੀ ਨਿਕਲ ਆਈ, ਜੇ ਉਹ ਵੀ ਮੇਰੇ ਨਾਲ ਵਿਸਾਖਘਾਤ ਕਰਕੇ ਚਲੀ ਗਈ, ਫਿਰ ਕੀ ਬਣੇਗਾ। ਤੇ ਇਹਨਾਂ ਗੱਲਾਂ ਨੂੰ ਸੋਚਦਾ ਉਹ ਇਸ 3 ਅੱਖਰੇ ਵਿਆਹ ਸ਼ਬਦ ਨੂੰ ਆਪਣੇ ਅੰਦਰੋਂ ਖਰੋਚ ਸੁੱਟਣ ਲਈ ਚੰਚਲ ਹੋ ਉੱਠਦਾ। ਉਹ ਦਿਲ ਨਾਲ ਸਮਝੌਤਾ ਕਰਨ ਲੱਗ ਪੈਂਦਾ, ਮੈਂ ਕਦੇ ਭੁੱਲ ਕੇ ਵੀ ਵਿਆਹ ਦਾ ਨਾਂ ਨਹੀਂ ਲਵਾਂਗਾ। ਪਰ ਥੋੜ੍ਹੇ ਹੀ ਚਿਰ ਬਾਅਦ ਉਹਦਾ ਇਹ ਸਮਝੌਤਾ ਛਿੰਨ ਭਿੰਨ ਹੋ ਜਾਂਦਾ, ਜਦੋਂ ਉਹਦੀਆਂ ਅੱਖਾਂ ਅੱਗੇ ਕਿਸੇ ਅਣਦੇਖੀ ਦੁਲਹਨ ਦੀ ਚਮ ਕਰਦੀ ਇੱਕ ਕਲਪਿਤ ਜਿਹੀ ਸ਼ਕਲ ਉਪਸਥਿਤ ਹੋ ਜਾਂਦੀ। ਕਦੀ ਤਾਂ ਉਹ ਵਿਆਹ ਦੇ ਖਿਆਲਾਂ 'ਚ ਇੰਨਾ ਖੁੱਭ ਜਾਂਦਾ ਕਿ ਉਹਦਾ ਸਾਰਾ ਦਿਲ ਤੇ ਸਾਰਾ ਦਿਮਾਗ ਇਸੇ ਇੱਕ ਚੀਜ਼ ਨਾਲ ਭਰ ਘੱਤਦਾ। ਕਈ ਵਾਰੀ ਐਸਾ ਹੁੰਦਾ, ਬਾਜ਼ਾਰ 'ਚ ਤੁਰੇ ਜਾਂਦਿਆਂ ਜਦੋਂ ਕਿਸੇ ਜਵਾਨ ਕੁੜੀ ਨੂੰ ਸਾਹਮਣੇੋਂ ਲੰਘਦਿਆਂ ਤੱਕਦਾ, ਤਾਂ ਕਲਪਨਾ 'ਚ ਆਪਣੇ ਆਪ ਨੂੰ ਇੱਕ ਸੁਨੱਖੀ ਸੋਹਣੀ ਮੁਟਿਆਰ ਨਾਲ ਫਿਰਦਾ ਮਹਿਸੂਸ ਕਰਦਾ ਤੇ ਉਹਦੀ ਇਹ ਕਲਪਿਤ ਦੁਨੀਆ ਵੱਧਦੀ ਪੁੱਤਰਾਂ ਧੀਆਂ ਤੱਕ ਜਾ ਪਹੁੰਚਦੀ। ਨਾਲੋਂ ਨਾਲ ਉਹ ਇਸ ਗੱਲ ਤੇ ਸੋਚੀ ਜਾਂਦਾ, ਨਵੀਂ ਵਹੁਟੀ ਨੂੰ ਨਾਲ ਲੈ ਕੇ ਜਦੋਂ ਸ਼ਹਿਰ 'ਚ ਆਵਾਂਗਾ, ਜਦੋਂ ਸ਼ਾਮੀ ਉਸ ਨਾਲ ਰਲ ਕੇ ਸੈਰ ਨਿਕਲਿਆ ਕਰਾਂਗਾ ਤਾਂ ਕਿੰਨਾ ਆਨੰਦ ਆਏਗਾ। ਇਹਦੇ ਨਾਲ ਹੀ ਉਹ ਸੋਚਣ ਲੱਗ ਪੈਂਦਾ, ਪਰ ਰਹਿਣ ਲਈ ਮਕਾਨ ਤਾਂ ਕਿਸੇ ਚੰਗੇ ਥਾਂ ਹੀ ਲੈਣਾ ਪਏਗਾ, ਜਿੱਥੇ ਸ਼ਰੀਫ ਲੋਕਾਂ ਦਾ ਗੁਆਂਢ ਹੋਵੇ, ਕੋਈ ਵੀ ਲੁੱਚਾ ਗੁੰਡਾ ਜਿੱਥੇ ਉਸ ਵੱਲ ਮੈਲੀ ਅੱਖ ਨਾਲ ਨਾ ਤੱਕੇ, ਘਰ 'ਚ ਜਿੱਥੇ ਸਾਰੀਆਂ ਸਹੂਲਤਾਂ ਮੁਯੱਸਰ ਹੋਣ। ਫਿਰ ਸੋਚਦਾ, ਪਰ ਇਹੋ ਜਿਹਾ ਮਕਾਨ ਜਲੰਧਰ ਵਰਗੇ ਸ਼ਹਿਰ 'ਚ ਲੱਭਣਾ ਸੁਖਾਲਾ ਤੇ ਨਹੀਂ ਅੱਜ ਕੱਲ੍ਹ, ਨਾਲੇ ਮਹਿੰਗੇ ਵੀ ਕਿੰਨੇ ਨੇ। ਘੱਟੋ ਘੱਟ 30-40 ਰੁਪਏ ਮਹੀਨਾ ਖਰਚੇ ਬਿਨਾਂ ਤਾਂ ਮੁਸ਼ਕਿਲ ਹੀ ਮਿਲੇਗਾ। ਇਹੋ ਜਿਹੀਆਂ ਸ਼ੇਖ ਚਿੱਲੀਆਨਾ ਸੋਚਾਂ ਸੋਚਦਾ ਜਦ ਮੁੜ ਉਹਦਾ ਧਿਆਨ ਆਪਣੀ ਮੌਜੂਦਾ ਰਿਹਾਇਸ਼ ਵੱਲ ਜਾਂਦਾ, ਤਾਂ ਉਹਦੇ ਦਿਲ ਨੂੰ ਕਾਫੀ ਨਿਰਾਸ਼ਾ ਹੁੰਦੀ ਤੇ ਨਿਰਾਸ਼ਾ ਹੋਰ ਥੋੜ੍ਹੇ ਚਿਰ ਬਾਅਦ ਆਸ਼ਾ 'ਚ ਵੱਟ ਜਾਂਦੀ। ਇਸੇ ਤਰ੍ਹਾਂ ਆਸ਼ਾ ਤੇ ਨਿਰਾਸ਼ਾ ਦੇ ਟੁੱਲਿਆਂ ਵਿਚਾਲੇ ਗੇਂਦ ਵਾਂਗ ਰੁਲਕਦਾ ਬੁੜਕਦਾ ਉਹ ਆਪਣੇ ਦਿਨ ਤੇ ਰਾਤਾਂ ਗੁਜ਼ਾਰੀ ਜਾ ਰਿਹਾ ਸੀ। ਇਮਾਰਤੀ ਕੰਮਕਾਰ ਦਾ ਇਨੀ ਦਿਨੀ ਕਾਫੀ ਮੰਦਾ ਸੀ। ਇੱਟਾਂ, ਸੀਮੈਂਟ, ਲੋਹੇ ਤੇ ਕੰਟਰੋਲ ਹੋਣ ਕਰਕੇ ਬਲੈਕ 'ਚੋਂ ਮਟੀਰੀਅਲ ਮਹਿੰਗਾ ਮਿਲਦਾ ਸੀ, ਜਿਸ ਕਰਕੇ ਹਾਰੀ ਸਾਰੀ ਮਕਾਨ ਨਹੀਂ ਸੀ ਬਣਾ ਸਕਦੇ। ਕੇਵਲ ਉਹੀ ਲੋਕ ਇਮਾਰਤਾਂ ਬਣਾ ਰਹੇ ਸੀ ਜਿਨ੍ਹਾਂ ਨੂੰ ਜਾਂ ਤਾਂ ਕਿਸੇ ਮਿਨਿਸਟਰ ਦੀ ਕਿਰਪਾ ਨਾਲ ਪਰਮਿਟਾਂ ਦਾ ਗੱਫਾ ਮਿਲ ਗਿਆ ਹੋਵੇ, ਜਾਂ ਜਿਨ੍ਹਾਂ ਨੇ ਬਲੈਕਾਂ ਕਰਕੇ ਨੋਟਾਂ ਨਾਲ ਅੰਦਰ ਭਰ ਲਏ ਹੋਣ। ਫਿਰ ਵੀ ਮੰਗਤੂ ਨੇ ਦੌੜ ਭੱਜ ਕਰਕੇ ਆਪਣੇ ਲਈ ਕੰਮ ਲੱਭ ਹੀ ਲਿਆ। ਉਹਨੂੰ 2-4 ਦਿਨਾਂ ਤੋਂ ਵੱਧ ਵਿਹਲਾ ਨਹੀਂ ਰਹਿਣਾ ਪਿਆ ਤੇ ਏਡੀ ਜਲਦੀ ਕੰਮ ਮਿਲ ਜਾਣ ਦਾ ਕਾਰਨ ਮੰਗਤੂ ਦੇ ਸੁਭਾਅ 'ਚ ਇੱਕ ਖਾਸ ਸਿਫਤ ਹੈ
ਕਿਸੇ ਨੂੰ ਦੋਸਤ ਬਣਾਉਣ ਦੀ, ਕਿਸੇ ਨਾਲ ਹੇਲ ਮੇਲ ਪੈਦਾ ਕਰਨ ਦੀ। ਪਹਿਲਾਂ ਉਹ ਇੱਕ ਕਾਰੀਗਰ ਨੰਦ ਸਿੰਘ ਨਾਲ ਕੁਝ ਚਿਰ ਕੰਮ ਕਰ ਚੁੱਕਾ ਸੀ। ਮੰਗਤੂ ਵੇਲੇ ਕੁਵੇਲੇ ਉਹਦੇ ਘਰ ਦਾ ਵੀ ਥੋੜ੍ਹਾ ਬਹੁਤ ਕੰਮ ਕਰ ਦਿੰਦਾ। ਨੰਦ ਸਿੰਘ ਨੂੰ ਉਸਤਾਦ ਜੀ ਕਹਿ ਕੇ ਬੁਲਾਉਂਦਾ ਸੀ। ਇਹਦਾ ਫਲਸਰੂਪ ਕਦੇ ਕਦਾਈ ਮੰਗਤੂ ਨੂੰ ਤੇਸੀ ਕਾਂਡੀ ਫੜਨ ਦਾ ਅਵਸਰ ਵੀ ਮਿਲ ਜਾਇਆ ਕਰਦਾ, ਜਿਹਦੀ ਉਮੀਦ ਉੱਤੇ ਉਹ ਕਾਰੀਗਰ ਬਣਨ ਦੀਆਂ ਖਾਬਾਂ ਲੈਣ ਲੱਗ ਪਿਆ। ਨੰਦ ਸਿੰਘ ਅੱਜ ਕੱਲ੍ਹ ਸਿਵਲ ਲਾਈਨ ਦੇ ਇਲਾਕੇ 'ਚ ਬਣ ਰਹੀ ਇੱਕ ਕੋਠੀ ਦੀ ਉਸਾਰੀ ਤੇ ਲੱਗਾ ਹੋਇਆ ਸੀ, ਜਿੱਥੇ ਹੋਰ ਵੀ ਬਹੁਤ ਸਾਰੇ ਰਾਜ ਤਰਖਾਣ ਤੇ ਮਜ਼ਦੂਰ ਕੰਮ ਕਰਦੇ ਸੀ। ਇਹ ਕੋਠੀ ਕਿਸੇ ਪੈਨਸ਼ਨਰ ਸੂਬੇਦਾਰ ਦੀ ਬਣ ਰਹੀ ਸੀ। ਨੰਦ ਸਿੰਘ ਹੇਠ ਕੰਮ ਕਰਨ ਦਾ ਮੰਗਤੂ ਨੂੰ ਇੱਕ ਹੋਰ ਬੜਾ ਲਾਭ ਸੀ ਕਿ ਉਹਨੂੰ ਹੋਰ ਮਜ਼ਦੂਰਾਂ ਵਾਂਗ ਸਾਰਾ ਦਿਨ ਇੱਟਾਂ ਚੂਨੇ ਦੀ ਢੁਆਈ ਹੇਠ ਗਰਦਨ ਨਹੀਂ ਤੁੜਾਉਣੀ ਪੈਂਦੀ ਸੀ। ਉਹਨੂੰ ਜ਼ਰਾ ਸੁਖਾਲੇ ਕੰਮ ਤੇ ਲਾਇਆ ਜਾਂਦਾ। ਪਲਸਤਰ ਹੋਣ ਵਾਲੀ ਥਾਂ ਨੂੰ ਤਰ ਕਰਨ ਜਾਂ ਕਾਰੀਗਰ ਨੂੰ ਪੱਕਾ ਮਸਾਲਾ ਸੀਮੈਂਟ ਪਹੁੰਚਾਉਣ ਤੇ ਜਾਂ ਗੁਆਂ ਆਦਿ ਬੰਨਣ ਖੋਲ੍ਹਣ ਦਾ ਕੰਮ। ਇਹੋ ਵਜ੍ਹਾ ਹੈ ਕਿ ਮੰਗਤੂ ਨੂੰ ਕਦੇ ਕਦਾਈ ਰਦਾ ਲਾਉਣ ਦਾ ਮੌਕਾ ਮਿਲ ਜਾਂਦਾ। ਖਾਸ ਕਰਕੇ ਐਤਕਾਂ ਤਾਂ ਮੰਗਤੂ ਡਾਢਾ ਹੀ ਕਾਹਲਾ ਸੀ ਰਾਜਗੀਰੀ ਦਾ ਕੰਮ ਸਿੱਖਣ ਲਈ। ਉਹ ਉਸਤਾਦ ਨੰਦ ਸਿੰਘ ਦੇ ਕੰਮ ਨੂੰ ਬੜੀ ਡੂੰਘਾਈ ਨਾਲ ਵੇਖਦਾ, ਘੋਖਦਾ ਰਹਿੰਦਾ। ਕਿੱਥੇ ਬਾਹੀ ਰੱਖੀ ਦੀ ਹੈ, ਕਿੱਥੇ ਸੇਰੂ, ਸੰਨ ਮੇਲਣ ਲਈ ਕਿਤੇ ਕਿੰਨਾ ਵੱਡਾ ਛੋਟਾ ਰੋੜਾ ਕੱਟਣਾ ਹੁੰਦਾ ਹੈ, ਦਾੜਾ ਕਿਵੇਂ ਰੱਖੀਦਾ ਹੈ, ਕੋਣਿਆਂ ਦੇ ਮੋੜ ਵੇਲੇ ਧਾਰ ਕਿਵੇਂ ਸੇਜ 'ਚ ਰੱਖੀ ਦੀ ਹੈ, ਪਲਸਤਰ ਵੇਲੇ ਗਜ਼ ਕਿਵੇਂ ਫੇਰਿਆ ਜਾਂਦਾ ਹੈ, ਗੋਲਾ ਕਿਵੇਂ ਤੇ ਗਰਮਾਲਾ ਕਿਹੜੇ ਢੰਗ ਨਾਲ। ਤੇ ਜਿਉਂ-ਜਿਉਂ ਉਹਨੂੰ ਇਹਨਾਂ ਕੰਮਾਂ ਦੇ ਭੇਦ ਲੱਭਦੇ ਜਾਂਦੇ, ਉਹਦੀ ਆਸ਼ਾ ਨੇੜੇ ਆਉਂਦੀ ਜਾਂਦੀ। ਬੜੀ ਬੇਸਬਰੀ ਨਾਲ ਉਹ ਉਸ ਦਿਨ ਦੀ ਉਡੀਕ ਕਰਦਾ ਜਦੋਂ ਉਹਦੇ ਨਾਂ ਨਾਲ ਮਜ਼ਦੂਰ ਦੀ ਥਾਂ ਰਾਜ ਜਾਂ ਕਾਰੀਗਰ ਸੰਬੋਧਨ ਵਰਤਿਆ ਜਾਏਗਾ। ਠੀਕ ਕਿਸੇ ਕਿਹਾ ਹੈ ਕਿ ਬੰਦੇ ਦੀਆਂ ਸੋਚੀਆਂ ਹੋਈਆਂ ਜੇ ਸਾਰੀਆਂ ਗੱਲਾਂ ਪੂਰੀਆਂ ਹੋ ਜਾਣ ਤਾਂ ਬੰਦਾ ਰੱਬ ਹੀ ਬਣ ਜਾਏ। ਮੰਗਤੂ ਨੂੰ ਉਸਤਾਦ ਨੰਦ ਸਿੰਘ ਨਾਲ ਕੰਮ ਤੇ ਲੱਗਿਆ ਮਸਾਂ 2 ਕੁ ਮਹੀਨੇ ਹੋਏ ਸੀ। ਅਚਾਨਕ ਇੱਕ ਐਸੀ ਘਟਨਾ ਵਾਪਰੀ ਜਿਸ ਨਾਲ ਉਹਦੇ ਸਾਰੇ ਮਨਸੂਬੇ ਖੇਰੂ ਖੇਰੂ ਹੋ ਗਏ। ਕੋਠੀ ਦਾ ਮਾਲਕ ਸੂਬੇਦਾਰ ਆਪਣੀ ਬਣ ਰਹੀ ਇਮਾਰਤ ਵੱਲ ਦਿਨ ਵਿੱਚ ਕਈ ਫੇਰੇ ਮਾਰਦਾ ਸੀ। ਜਦੋਂ ਵੀ ਆਉਂਦਾ ਬਿੱਲੀ ਵਾਂਗ ਇਸ ਤਰ੍ਹਾਂ ਛਹਿ ਕੇ ਜੋ ਉਹਨੂੰ ਕਿਸੇ ਨੂੰ ਭਿਣਕ ਨਾ ਪੈਂਦੀ। ਇਉਂ ਮਾਲੂਮ ਹੁੰਦਾ ਜਿਵੇਂ ਇੱਟਾਂ ਦੇ ਚੱਠੇ 'ਚੋਂ ਜਾਂ ਚੂਨੇ ਦੇ ਤਗਾਰ 'ਚੋਂ ਹੀ ਉਹਦੇ ਮਨ ਹੋ ਗਿਆ ਹੋਵੇ। ਤੇ ਉਹਦੀ ਪਹਿਲੀ ਨਜ਼ਰ ਮਜ਼ਦੂਰਾਂ ਤੋਂ ਲੈ ਕੇ ਕਾਰੀਗਰ ਤੱਕ ਹਰ ਇੱਕ ਦੇ ਹੱਥਾਂ ਉੱਤੇ ਹੁੰਦੀ। ਕਿਹੜਾ ਹੱਥ ਸੁਸਤ ਚੱਲ ਰਿਹਾ ਹੈ, ਕਿਹਦਾ ਧਿਆਨ ਕੰਮ ਦੀ ਥਾਂ ਗੱਲਾਂ 'ਚ ਹੈ। ਜਿਹਦੇ ਹੱਥ ਨੂੰ ਜ਼ਰਾ ਸੁਸਤ ਵੇਖਦਾ ਜਾਂ ਕਿਸੇ ਨੂੰ ਗੱਲਾਂ ਕਰਦਿਆਂ ਤੱਕਦਾ ਤਾਂ ਇੱਕਦਮ ਉਸ ਉੱਤੇ ਟੁੱਟ ਕੇ ਪੈ ਜਾਂਦਾ। ਉਮਰ ਵੱਲੋਂ ਤਾਂ ਸਰਦਾਰ ਬਹਾਦਰ ਬੁੱਢ-ਵਰੇਜ ਸੀ, ਪਰ ਵੇਖਣ ਨੂੰ ਖੂਬ ਹੱਟਾ ਕੱਟਾ ਤੇ ਉੱਚਾ ਲੰਮਾ। ਸ਼ਾਇਦ ਉਹਦੀ ਬੁੱਢੀ ਖੋਪਰੀ 'ਚ ਅਜੇ ਤੀਕ ਫੌਜੀ ਰੋਹਬ ਦੀ ਗਰਮੀ ਖਤਮ ਨਹੀਂ ਸੀ ਹੋਈ। ਫਿਰ ਇਹ ਗਰਮੀ ਜਦ ਹੁਣ ਕਿਸੇ ਸਿਪਾਹੀ ਹੌਲਦਾਰ ਉੱਤੇ ਕੱਢਣ ਦਾ ਮੌਕਾ ਮਿਲਣਾ ਬੰਦ ਹੋ ਗਿਆ ਸੀ ਤਾਂ ਇਹ ਝੱਸ ਨੂੰ ਉਹ ਛੋਟੇ ਲੋਕਾਂ ਉੱਤੇ ਹੀ ਪੂਰਾ ਕਰ ਲੈਂਦਾ। ਇਹੋ ਵਜ੍ਹਾ ਹੈ ਕਿ ਜਦੋਂ ਵੀ ਉਹ ਇਮਾਰਤੀ ਕੰਮ ਦੀ ਦੇਖਭਾਲ ਲਈ ਆਉਂਦਾ, ਮਾਨਸ ਗੰਧ ਕਰਦਾ ਹੀ ਆਉਂਦਾ। ਰੋਜ਼ ਹੀ ਕਿਸੇ ਨਾ ਕਿਸੇ ਕਾਰੀਗਰ ਜਾਂ ਮਜ਼ਦੂਰ ਉੱਤੇ ਉਹਦਾ ਨਜ਼ਲਾ ਝੜ ਜਾਂਦਾ। ਅੱਜ ਦੀ ਘਟਨਾ ਦਾ ਕਾਰਨ ਇਹ ਸੀ। ਨੰਦ ਸਿੰਘ ਗੁਸਲਖਾਨੇ ਦੇ ਇੱਕ ਪਰਦੇ ਹੇਠਲੇ ਹਿੱਸੇ ਦੀ ਚੜਾਈ ਕਰ ਰਿਹਾ ਸੀ ਤੇ ਮੰਗਤੂ ਮਸਾਲੇ ਦੀ ਕੜਾਹੀ ਲਾਗੇ ਰੱਖੀ ਉਸ ਨਾਲ ਗੱਲਾਂ ਕਰੀ ਜਾ ਰਿਹਾ ਸੀ। ਉੱਪਰਲਾ ਰਦਾ ਲਾਉਣ ਲਈ ਜਦ ਨੰਦ ਸਿੰਘ ਨੇ ਸਾਲ ਲਾਈ ਤਾਂ ਅਚਾਨਕ ਡੋਰੀ ਟੁੱਟ ਜਾਣ ਕਰਕੇ ਸਾਲ ਦਾ ਲਾਟੂ ਭੁੰਜੇ ਜਾ ਡਿੱਗਾ। ਨੰਦ ਸਿੰਘ ਨੇ ਕਾਂਡੀ ਤੇਸੀ ਰੱਖ ਦਿੱਤੀ ਤੇ ਲਾਟੂ ਚੁੱਕ ਕੇ ਡੋਰੀ ਗੰਢਣ ਲੱਗ ਪਿਆ। ਨਾਲੋਂ ਮੰਗਤੂ ਦੇ ਕਿਸੇ ਸਵਾਲ ਦਾ ਜਵਾਬ ਵੀ ਦੇਈ ਜਾ ਰਿਹਾ ਸੀ ਕਿ ਅਚਾਨਕ ਉਹਦੇ ਸਿਰ ਤੇ ਬਿਜਲੀ ਵਾਂਗ ਇਹ ਆਵਾਜ਼ ਕੜਕੀ, "ਉਹ ਭੈਂਸੇ, ਕਾਮ ਕਰਤਾ ਹੈ, ਬਾਤਾਂ ਪਾਤਾ ਹੈ।" ਇਹ ਭੈਂਸਾ ਸ਼ਬਦ ਤਕੀਆ ਕਲਾਮ ਵਾਂਗ ਸਰਦਾਰ ਬਹਾਦਰ ਦੇ ਮੂੰਹ ਚੜਿਆ ਸੀ। ਗੁੱਸੇ ਦੀ ਹਾਲਤ ਵਿੱਚ ਜਦੋਂ ਵੀ ਕਿਸੇ ਨੂੰ ਕੁਝ ਕਹਿੰਦਾ ਉਹਦੀ ਵਾਕ ਰਚਨਾ ਦਾ ਸਭ ਤੋਂ ਪਹਿਲਾ ਸ਼ਬਦ ਇਹੋ ਭੈਂਸਾ ਹੁੰਦਾ। ਇਹ ਗੱਲ ਵੱਖਰੀ ਹੈ ਕਿ ਉਹਦਾ ਆਪਣਾ ਸਰੀਰ ਰੰਗ ਵਜੋਂ ਵੀ ਤੇ ਕੱਦ ਬੁੱਤ ਵਜੋਂ ਵੀ ਭੈਂਸੇ ਨਾਲ 70% ਮੇਲ ਖਾਂਦਾ ਸੀ। ਖਾਸ ਕਰਕੇ ਉਹਦੀ ਗੁਲਾਬੀ ਉਰਦੂ ਦੀ ਬੋਲਚਾਲ ਤਾਂ ਇਸ ਭੈਂਸਾ ਬਣੇ ਦੇ ਰਾਜ਼ ਨੂੰ ਹੋਰ ਵੀ ਨੰਗਿਆਂ ਕਰ ਦਿੰਦੀ ਸੀ। ਨੰਦ ਸਿੰਘ ਦੀ ਖਾਨਿਓਂ ਗਈ ਜਦ ਉਹ ਆਪਣੇ ਸਿਰ ਉੱਤੇ ਇੱਕ ਮਨੁੱਖੀ ਆਕਾਰ ਨੂੰ ਭੈਂਸੇ ਵਾਂਗ ਉਡਾਉਂਦਿਆਂ ਤੱਕਿਆ। ਇਹ ਤੋਂ ਪਹਿਲਾਂ ਹੀ ਕਿ ਉਹ ਆਪਣੀ ਸਫਾਈ 'ਚ ਕੁਝ ਕਹਿੰਦਾ, ਸਰਦਾਰੀ ਕੱਦ ਫੁੱਲ ਸਟਾਪ ਤੋਂ ਬਾਅਦ ਫਿਰ ਦਹਾੜਿਆ, "ਸਾਲਿਆਂ ਕੋ ਨਾ ਕੁਛ ਦੀਤਾ ਹੈ न वेते हैं, जब ढीठ में रोटियां पै जाती हैं राजगिरी करने लग पाती हैं। साले कमीने आदमी काम करने के वेले बातें पाते रहते हैं और मजूरी लेने वक्त सिर पर आ चढ़ते हैं।" नंद सिंह ने मुश्किल नाल अपनी जबान तालू नालों खेड़ी। "जनाब मैं ते साल..." जनाब दा बच्चा। सरदार दा पारा होर चढ़ गया। "आगे से बकवास करी जाता है, जानता है हमने 35 वर्ष सरकारी नौकरी की है। तुम्हारे जैसा हार्ड हराम आदमी तो हम फौरन पहचान लेता है। ऐसा सुस्ती करेगा तो चपेड़ा मार कर मुंह बांध देगा हम।
ਨੰਦ ਸਿੰਘ ਦੇ ਹੱਥ 'ਚ ਸਾਲ ਦੀ ਡੋਰੀ ਤੇ ਲਾਟੂ ਕੰਬ ਰਹੇ ਸਨ। ਸਰਦਾਰ ਦੀ ਛਿੱਕਲੀ ਗਰਜ ਸੁਣ ਕੇ ਫਿਰ ਉਹਦੀ ਜ਼ਬਾਨ ਨਹੀਂ ਹਿੱਲੀ। ਲਾਗ ਪਾਸ ਦੇ ਕਾਰੀਗਰ ਆਪਣੇ ਮੂੰਹ ਤੇ ਅਨਕੂਬ ਤੇਜ਼ੀ ਨਾਲ ਹੱਥ ਚਲਾਉਣ ਲੱਗ ਪਏ, ਜਿਵੇਂ ਉਹਨਾਂ ਨੇ ਕੁਝ ਵੇਖਿਆ ਹੀ ਨਾ ਹੋਵੇ। ਪਰ ਕੋਲ ਬੈਠੇ ਮੰਗਤੂ ਦੀ ਹਾਲਤ ਅਸਹਿ ਹੋ ਉੱਠੀ ਤੇ ਗੁੱਸਾ ਬੇਕਾਬੂ। ਉਹ ਇਸ ਵੇਲੇ ਕਾਂਡੀ ਦੀ ਮਦਦ ਨਾਲ ਕੜਾਹੀ ਵਿਚਲਾ ਮਸਾਲਾ ਹੱਲ ਕਰ ਰਿਹਾ ਸੀ। ਉਹਦਾ ਦਿਲ ਕੀਤਾ ਉਸਤਾਦ ਦੀ ਬੇਇੱਜ਼ਤੀ ਕਰਨ ਵਾਲੇ ਇਸ ਭੈਂਸੇ ਦੀ ਜ਼ਬਾਨ ਨੂੰ ਉਸੇ ਕਾਂਡੀ ਨਾਲ ਬੇਕਾਰ ਕਰ ਦੇਵੇ। ਨਾਲ ਹੀ ਉਹਨੂੰ ਉਸਤਾਦ ਨੰਦ ਸਿੰਘ ਦੀ ਬੁਜ਼ਦਿਲੀ ਉੱਤੇ ਖਿਝ ਆ ਰਹੀ ਸੀ, ਜਿਹੜਾ ਇੰਨਾ ਨਿਰਾਦਰ ਕਰਵਾ ਕੇ ਵੀ ਟਸ ਤੋਂ ਮਸ ਨਹੀਂ ਸੀ ਹੋਇਆ। ਮੰਗਤੂ ਵਰਗਾ ਮੁੰਡਾ ਬੇਇੱਜ਼ਤੀ ਤੇ ਨਿਰਾਦਰ ਦੇ ਵਾਤਾਵਰਨ ਵਿੱਚ ਹੀ ਜਿਹਨੇ ਹੋਸ਼ ਸੰਭਾਲੀ ਸੀ, ਜਿਸ ਲਈ ਇਹੋ ਜਿਹੀਆਂ ਗਾਲਾਂ ਕੋਈ ਅਲੋਕਾਰ ਗੱਲ ਨਹੀਂ ਸੀ। ਅੱਜ ਪਤਾ ਨਹੀਂ ਕਿਉਂ ਉਹਦੇ ਅੰਦਰ ਭੌਜਲ ਜਿਹਾ ਮੱਚ ਉੱਠਿਆ। ਨੰਦ ਸਿੰਘ ਨੂੰ ਬੇਇੱਜ਼ਤ ਹੁੰਦਾ ਵੇਖ ਕੇ ਤੇ ਗੁੱਸੇ ਨਾਲ ਉਹਦਾ ਦਿਲ ਸੀਨਾ ਪਾੜ ਕੇ ਬਾਹਰ ਨਿਕਲਿਆ ਆ ਰਿਹਾ ਸੀ। ਨੰਦ ਸਿੰਘ ਚੁੱਪਚਾਪ ਕੰਬੀ ਜਾ ਰਿਹਾ ਸੀ। ਮੂਰਖ ਨੰਦ ਸਿੰਘ ਨੂੰ ਨਹੀਂ ਸੀ ਪਤਾ ਕਿ ਉਹਦੀ ਇਹ ਖਾਮੋਸ਼ੀ ਤਾਂ ਸਗੋਂ ਸਰਦਾਰ ਦੇ ਕ੍ਰੋਧ ਦੀ ਅੱਗ ਉੱਤੇ ਤੇਲ ਦਾ ਕੰਮ ਕਰ ਰਹੀ ਹੈ। ਉਹਨੇ ਨੰਦ ਸਿੰਘ ਦੀ ਇਸ ਚੁੱਪ ਨੂੰ ਨਿਰਾ ਉਹਦੇ ਜੁਰਮ ਦਾ ਇਕਬਾਲ ਹੀ ਨਹੀਂ ਸਮਝਿਆ, ਬਲਕਿ ਆਪਣੀ ਹੱਦ ਤੱਕ ਵੀ। ਜੇ ਨੰਦ ਸਿੰਘ ਗਿੜਗੜਾ ਕੇ ਪੈਰਾਂ ਤੇ ਡਿੱਗ ਪੈਂਦਾ, ਜੇ ਹਜ਼ੂਰ ਮਾਈ ਬਾਪ ਕਹਿ ਕੇ ਮਾਫੀ ਦੀ ਦਰਖਾਸਤ ਕਰਦਾ, ਜਾਂ ਘੱਟੋ ਘੱਟ ਹੱਥ ਜੋੜ ਕੇ ਖੜਾ ਹੀ ਹੋ ਜਾਂਦਾ, ਤਾਂ ਸ਼ਾਇਦ ਸਰਦਾਰ ਦਾ ਗੁੱਸਾ ਹਿੰਸਾ ਦੇ ਰੂਪ 'ਚ ਨਾ ਬਦਲਦਾ। ਪਰ ਨੰਦ ਸਿੰਘ ਪਾਸੋਂ ਤਾਂ ਇੰਨਾ ਵੀ ਨਾ ਹੋ ਸਕਿਆ। ਬੋਲਤਾ ਕਿਉਂ ਨਹੀਂ ਭੈਂਸੇ ਕੇ ਬੱਚੇ? ਡਬਲ ਟੋ ਵਾਲੇ ਬੂਟ ਦੀ ਭਰਵੀਂ ਠੋਕਰ ਉਹਦੀ ਲੱਤ ਤੇ ਮਾਰ ਕੇ ਸਰਦਾਰ ਫੇਰ ਕੜਕਿਆ, ਸਾਬ ਸੂੰਘ ਗਿਆ ਤੇਰੇ ਕੋਲ? ਜਨਾਬ, ਮੈਂ ਡੋਰੀ। ਨੰਦ ਸਿੰਘ ਨੇ ਲੱਤ ਨੂੰ ਘੁੱਟਦਿਆਂ ਇੰਨਾ ਹੀ ਕਿਹਾ ਕਿ ਭਾਰਾ ਥੱਪੜ ਉਹਦੀ ਗੱਲ ਤੇ ਆ ਵੱਜਾ। ਮੰਗਤੂ ਐਤਕੀ ਨਹੀਂ ਰੁਕ ਸਕਿਆ। ਜੇ ਉਸਤਾਦ ਹੋਰਾਂ ਦੀ ਸਾਹਲ ਟੁੱਟ ਗਈ ਸੀ ਤੇ ਇਸ ਕੀੜੇ ਜੇ ਮੂੰਹ 'ਚ ਵੀ ਜਵਾਨ ਹੈ, ਫਿਰ ਗੁਸਤਾਖੀ ਦੀ ਇਹ ਇੰਤਹਾ ਕਿ ਨਾ ਹਜ਼ੂਰ ਨਾ ਜਨਾਬ। ਇਸ ਸੋਚ ਦੇ ਨਾਲ ਹੀ ਸਰਦਾਰ ਦੀ ਚੰਡੀ ਦਾ ਰੁੱਖ ਮੰਗਤੂ ਵੱਲ ਪਰਤ ਪਿਆ ਤੇ ਤਾੜ ਕਰਦੇ ਉੱਪਰੋਂ ਥੱਲੇ 2-4 ਥੱਪੜ ਉਸ ਉੱਤੇ ਆ ਵੱਜੇ। ਨਾਲ ਹੀ ਬੱਦਲ ਦੀ ਗਰਜ ਵਾਂਗ ਇਹ ਆਵਾਜ਼, ਚੁੱਪ ਬਦਮਾਸ਼, ਸਾਲਾ 2 ਕੌਡੀਆਂ ਦਾ ਛੋਕਰਾ, ਆਗੇ ਸੇ ਮੂੰਹ ਟਾੜ ਕਰ ਦੰਦੀਆਂ ਕੱਢਦਾ ਹੈ। ਹਰਾਮਜ਼ਾਦੇ, ਤੁਮਾਰੇ ਕੋ ਕਿਸਨੇ ਬੋਲਿਆ ਬਾਤ ਕਰਨੇ ਕੋ? ਮੰਗਤੂ ਡੜਿਆ ਉੱਠਿਆ, ਉਹਦੀਆਂ ਅੱਖਾਂ 'ਚ ਲਹੂ ਉਤਰ ਆਇਆ। ਇਸ ਤੋਂ ਪਹਿਲਾਂ ਕਿ ਉਹਦੀ ਜ਼ੁਬਾਨ ਜਾਂ ਹੱਥਾਂ 'ਚ ਹਰਕਤ ਆਉਂਦੀ, ਕੋਲ ਵਾਲੇ ਕਾਰੀਗਰਾਂ ਨੇ ਗਾਹ ਵੱਧ ਕੇ ਉਹਨੂੰ ਕਾਬੂ ਕਰ ਲਿਆ। ਪਰ ਮੰਗਤੂ ਦਾ ਸਰੀਰ ਉਹਨਾਂ ਦੇ ਕਾਬੂ 'ਚ ਨਾ ਰਹਿ ਸਕਿਆ। ਇੱਕ ਜ਼ੋਰ ਦੇ ਝਟਕੇ ਨਾਲ ਉਸ ਆਪਣਾ ਆਪ ਛੁਡਾਇਆ ਤੇ ਉਵੇਂ ਹੀ ਜ਼ਹਿਰ ਨਾਲ ਗਲੇ ਤੀਕ ਭਰਿਆ ਹੋਇਆ ਉੱਥੋਂ ਉੱਠ ਨੱਸਿਆ। ਉਹਦਾ ਭੱਜ ਉੱਠਣਾ, ਫਿਰ ਮਾਰ ਦੀ ਜ਼ਦ ਤੋਂ ਬਚ ਕੇ, ਸਰਦਾਰ ਦੀਆਂ ਨਜ਼ਰਾਂ 'ਚ ਇਹ ਬਹੁਤ ਵੱਡੀ ਗੁਸਤਾਖੀ ਸੀ, ਨਾ ਕਾਬਲੇ ਮੁਆਫੀ ਜੁਰਮ। ਪਰ ਆਪਣੀ ਵੱਡਿੱਤਨ ਦਾ ਖਿਆਲ ਕਰਕੇ ਉਹਦੇ ਮਗਰ ਨਹੀਂ ਦੌੜ ਸਕਿਆ ਤੇ ਗੁੱਸੇ ਨੂੰ ਅੰਦਰ ਹੀ ਅੰਦਰ ਪੀ ਗਿਆ। ਮੁੰਡੇ ਦੀ ਖੁਸ਼ਕਿਸਮਤੀ ਨਾਲ ਇਸ ਵੇਲੇ ਉਸ ਪਾਸ ਬੰਦੂਕ ਜਾਂ ਰਿਵਾਲਵਰ ਨਹੀਂ ਸੀ। ਜੇ ਹੁੰਦਾ ਤਾਂ ਸ਼ਾਇਦ ਉਹਦੀ ਇੱਕੋ ਗੋਲੀ ਮੰਗਤੂ ਨੂੰ ਨੱਸੇ ਜਾਂਦੇ ਨੂੰ ਠੰਡਿਆਂ ਕਰ ਦਿੰਦੀ। ਇਮਾਰਤੀ ਦਾਇਰੇ ਤੋਂ ਬਾਹਰ ਨਿਕਲ ਕੇ ਕਾਫੀ ਦੂਰ ਤੱਕ ਮੰਗਤੂ ਭੱਜਦਾ ਗਿਆ, ਮਾਰਨ ਵਾਲੇ ਨੂੰ ਗਾਲਾਂ ਕੱਢਦਾ ਗਿਆ। ਜਿੰਨੀਆਂ ਗੰਦੀਆਂ ਤੋਂ ਗੰਦੀਆਂ ਗਾਲਾਂ ਉਹਨੂੰ ਯਾਦ ਸੀ, ਡੇਰੇ ਪਹੁੰਚਦਿਆਂ ਤੱਕ ਸਾਰੀਆਂ ਤਿਹਰਾ ਦਿੱਤੀਆਂ। 5ਵਾਂ ਅੰਗ। ਡੇਰੇ ਪਹੁੰਚ ਕੇ ਮੰਗਤੂ ਨੇ ਚੁਫੇਰੇ ਨਜ਼ਰ ਦੌੜਾਈ। ਉੱਥੇ ਛੋਟੇ ਇੱਕ ਬਿਮਾਰ ਮਜ਼ਦੂਰ ਤੋਂ ਹੋਰ ਕੋਈ ਨਹੀਂ ਸੀ, ਜਿਹੜਾ ਇੱਕ ਪਾਸੇ ਧਰੰਗੀ ਜਿਹੀ ਮੰਜੀ ਤੇ ਗੁੱਛਾ ਮੁੱਛਾ ਹੋਇਆ ਪਿਆ ਸੀ, ਜਿਹਨੂੰ ਕਈਆਂ ਦਿਨਾਂ ਤੋਂ ਬੁਖਾਰ ਆ ਰਿਹਾ ਸੀ। ਮੰਗਤੂ ਨਹੀਂ ਸੀ ਚਾਹੁੰਦਾ ਕਿ ਇਸ ਹਾਲਤ 'ਚ ਉਹਨੂੰ ਕੋਈ ਵੇਖੇ। ਉਸ ਭਾਵੇਂ ਬੜੇ ਸਹਿਜ ਨਾਲ ਆਪਣੀ ਕੋਠੜੀ ਦਾ ਬੂਹਾ ਖੋਲ੍ਹਿਆ, ਫਿਰ ਵੀ ਬਿਮਾਰ ਨੂੰ ਬਿੜਕ ਲੱਗ ਹੀ ਗਈ ਤੇ ਉਸ ਪਾਸਾ ਪਰਤ ਕੇ ਮੰਗਤੂ ਨੂੰ ਪੁੱਛਿਆ, ਕੀ ਹੋਇਆ ਈ ਮੰਗਤੂ? ਸਵਖਤੇ ਹੀ ਆ ਗਿਆ, ਬੜਾ ਮੂੰਹ ਫਲਾਈ ਆਉਣਾ, ਕੀ ਗੱਲ ਆ? ਕੁਝ ਨਹੀਂ, ਮੰਗਤੂ ਨੇ ਆਪਣੇ ਰੁੰਨੇ ਹੋਏ ਚਿਹਰੇ ਤੇ ਬਨਾਵਟੀ ਮੁਸਕਰਾਹਟ ਲਿਆ ਕੇ ਕਿਹਾ। ਬਾਜ਼ਾਰ 'ਚ ਆਉਂਦਿਆਂ ਸਾਹਣ ਦਾ ਢੁੱਡ ਵੱਜਣ ਨਾਲ ਡਿੱਗ ਪਿਆ ਸਾਂ ਤੇ ਝਟਪਟ ਕੋਠੜੀ ਅੰਦਰ ਵੜ ਕੇ ਉਹਦਾ ਕੁੰਡਾ ਅੜਾ ਲਿਆ, ਮਤੇ ਹੋਰ ਕੋਈ ਸਵਾਲ ਉਸ ਉੱਤੇ ਕੀਤਾ ਜਾਏ। ਲੰਮਾ ਪਿਆ ਉਹ ਲਗਾਤਾਰ ਸੋਚੀ ਗਿਆ, ਕਿਹੜੇ ਕਸੂਰ ਬਦਲੇ ਮੈਨੂੰ ਮਾਰ ਪਈ ਤੇ ਉਸਤਾਦ ਨੂੰ ਕਿਹੜੇ ਬਦਲੇ? ਕੀ ਕੋਈ ਐਸੀ ਥਾਂ ਹੈ ਜਿੱਥੇ ਜਾ ਕੇ ਦਾਦ ਫਰਿਆਦ ਕੀਤੀ ਜਾਏ? ਉਹਨੂੰ ਪਤਾ ਸੀ ਕਿ ਇਹੋ ਜਿਹੀਆਂ ਵਾਰਦਾਤਾਂ ਵੀ ਥਾਣੇ ਜਾ ਕੇ ਰਿਪੋਰਟ ਕਰੀਦੀ ਹੈ, ਫਿਰ ਪੁਲਿਸ ਆਉਂਦੀ ਹੈ ਜਿਹੜੀ ਮੁਲਜ਼ਮ ਨੂੰ ਫੜ ਕੇ ਲਿਜਾਇਆ ਕਰਦੀ ਹੈ। ਉਹ ਸੋਚ ਰਿਹਾ ਸੀ, ਪਰ ਕੀ ਥਾਣੇ ਵਾਲੇ ਉਸ ਸਰਦਾਰ ਨੂੰ ਫੜਨਗੇ? ਉਹਨੂੰ ਯਾਦ ਆਇਆ ਜਦੋਂ ਪਿੰਡ ਹੁੰਦਿਆਂ ਉਹਦੇ ਪਿਓ ਨੂੰ ਚੌਧਰੀ ਬੇਲਾ ਸਿੰਘ ਨੇ ਇੱਕ ਵਾਰੀ ਕੁੱਟਿਆ ਸੀ ਤੇ ਚੇਤੂ ਨੇ ਇਹ ਆਖ ਕੇ ਥਾਣੇ ਜਾਣ ਤੋਂ ਨਾਂਹ ਕਰ ਦਿੱਤੀ ਸੀ ਕਿ ਉੱਥੇ ਗਰੀਬਾਂ ਦੀ ਕੌਣ ਸੁਣਦਾ ਹੈ। ਮੰਗਤੂ ਸੋਚੀ ਜਾ ਰਿਹਾ ਸੀ, ਜੇ ਮੈਂ ਜਾਂ ਉਸਤਾਦ ਨੰਦ ਸਿੰਘ ਥਾਣੇ ਜਾਈਏ ਤਾਂ ਕੀ ਸਾਡੀ ਵੀ ਕੋਈ ਨਹੀਂ ਸੁਣੇਗਾ? ਕਿਉਂ ਨਹੀਂ ਸੁਣੇਗਾ? ਨਿਰਾ ਇਸ ਲਈ ਕਿ ਅਸੀਂ ਗਰੀਬ ਤੇ ਮਾਰਨ ਵਾਲਾ ਅਮੀਰ ਹੈ?
ਇਹ ਕਿਹੋ ਜਿਹਾ ਇਨਸਾਫ ਹੈ? ਉਸਤਾਦ ਨੂੰ ਮਾਰ ਪਈ, ਮੈਨੂੰ ਮਾਰ ਪਈ, ਤੇ ਫਿਰ ਬਿਨਾਂ ਕਸੂਰੋਂ ਹੀ ਰੋਜ਼ ਕੋਈ ਨਾ ਕੋਈ ਕੁੱਟਿਆ ਜਾਂਦਾ, ਕਿਸੇ ਨਾ ਕਿਸੇ ਨੂੰ ਗਾਲਾਂ ਪੈਂਦੀਆਂ ਨੇ। ਪਰ ਕਦੀ ਵੀ ਤਾਂ ਕਿਸੇ ਨੇ ਥਾਣੇ ਜਾਣ ਦਾ ਨਾਂ ਨਹੀਂ ਲਿਆ। ਤਾਂ ਕੀ ਅਸੀਂ ਲੋਕ ਮਾਰ ਤੇ ਗਾਲਾਂ ਖਾਣ ਲਈ ਹੀ ਜੰਮੇ ਆ? ਇਹੋ ਜਿਹੀਆਂ ਗੱਲਾਂ ਸੋਚਦਿਆਂ ਉਹਨੂੰ ਇੱਕ ਛੋਟੀ ਜਿਹੀ ਤੁਕ ਯਾਦ ਆਈ, ਜਿਹੜੀ ਉਹਦਾ ਪਿਓ ਕਦੀ ਕਦੀ ਸੁਣਾਉਂਦਾ ਹੁੰਦਾ ਸੀ ਜਦੋਂ ਬਹੁਤਾ ਹੀ ਦੁਖੀ ਹੁੰਦਾ ਸੀ। ਤੁਕ ਸੀ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਤੇ ਮੰਗਤੂ ਸੋਚਣ ਲੱਗਾ, ਤਾਂ ਤੇ ਫਿਰ ਪਾਪੀ ਨੂੰ ਮਾਰਨ ਲਈ ਪਾਪੀ ਬਣਨਾ ਚਾਹੀਦਾ। ਠੀਕ ਤਾਂ ਹੈ, ਸਰਦਾਰ ਨੇ ਜੇ ਪਾਪ ਕੀਤਾ ਸੀ ਸਾਨੂੰ ਦੋਵਾਂ ਨੂੰ ਮਾਰਨ ਦਾ, ਤੇ ਅੱਗੋਂ ਸਾਨੂੰ ਵੀ ਤਾਂ ਉਸ ਪਾਪ ਦੀ ਮਦਦ ਲੈਣੀ ਬਣਦੀ ਸੀ। ਅਸੀਂ ਵੀ ਜੇ ਕਦੀ ਦੋਵੇਂ ਰਲ ਕੇ ਉਸ ਵਸਮੇ ਰੰਗੀ ਦਾੜੀ ਵਾਲੇ ਚੋਬਰ ਨੂੰ ਕੁੱਟ ਕੱਢਦੇ ਤਾਂ ਬੱਚੂ ਨੂੰ ਦਾਲ ਆਟੇ ਦਾ ਭਾਅ ਪਤਾ ਲੱਗ ਜਾਂਦਾ। ਪਰ ਅਸੀਂ ਕਿਵੇਂ ਉਸ ਉੱਤੇ ਹੱਥ ਚੁੱਕ ਸਕਦੇ ਸਾਂ? ਜੇਕਰ ਚੁੱਕ ਲੈਂਦੇ ਤਾਂ ਇਹਦਾ ਨਤੀਜਾ ਹੁੰਦਾ ਕੈਦ, ਤੇ ਜਾਂ ਸ਼ਾਇਦ ਸਰਦਾਰ ਦੀ ਪਿਸਤੌਲ ਦੀਆਂ 2 ਗੋਲੀਆਂ ਨਾਲ ਸਾਡੀ ਅਲਖ ਮੁਕਾ ਦਿੰਦਾ। ਫਿਰ ਉਹਨੂੰ ਖਿਆਲ ਆਇਆ, ਜੇ ਗੋਲੀ ਮਾਰ ਦਿੰਦਾ ਤਾਂ ਕੀ ਸੀ? ਮਰ ਜਾਂਦੇ ਫਸਤਾ ਮੁੱਕ ਜਾਂਦਾ। ਇਸ ਬੇਇੱਜ਼ਤੀ ਨਾਲੋਂ ਤਾਂ ਮਰ ਜਾਣਾ ਸੌਖਾ ਸੀ। ਪਰ ਮੇਰੇ ਲਈ ਸੌਖਾ ਸੀ ਨਾ। ਵਿਚਾਰੇ ਉਸਤਾਦ ਆਨੰਦ ਸਿੰਘ ਦਾ ਬਾਲ ਬੱਚਾ ਕਿੱਧਰ ਜਾਂਦਾ? ਉਹਦੀ ਵਹੁਟੀ ਕੀ ਕਰਦੀ? ਇਹੋ ਜਿਹੇ ਖਿਆਲ ਉਹਦੇ ਅੰਦਰ ਲਾਟਾਂ ਬਣ ਮੱਚਦੇ ਰਹੇ। ਉਹ ਭੰਤੋ ਭੰਤ ਦਲੀਲਾਂ ਨੂੰ ਆਪ ਹੀ ਉਸਾਰ ਕੇ ਮੁੜਾਪੇ ਢਾਈ ਜਾਂਦਾ। ਸਰੀਰ ਦੇ ਜਿਸ ਜਿਸ ਹਿੱਸੇ ਤੇ ਉਹਨੂੰ ਮਾਰ ਪਈ ਸੀ ਤੇ ਅਜੇ ਤੀਕ ਉੱਥੋਂ ਚੀਸਾਂ ਨਿਕਲ ਰਹੀਆਂ ਸੀ। ਪਰ ਜਿਹੜੀ ਪੀੜ ਉਹਦੀ ਅੰਤਰ ਆਤਮਾ 'ਚ ਉੱਠ ਰਹੀ ਸੀ, ਇਹਨੇ ਤਾਂ ਮੰਗਤੂ ਨੂੰ ਮਰਨ ਮਰਾਂਦੇ ਕਰ ਛੱਡਿਆ। ਆਪਣੇ ਨਾਲੋਂ ਵੀ ਬਹੁਤਾ ਹਿਰਖ ਉਹਨੂੰ ਉਸਤਾਦ ਆਨੰਦ ਸਿੰਘ ਦੀ ਹਾਲਤ ਉੱਤੇ ਆ ਰਿਹਾ ਸੀ। ਉਹ ਸੋਚਦਾ, ਬਾਲ ਬੱਚੇ ਵਾਲਾ ਉਹ ਤਾਂ ਇਹਦੀ ਬੇਇੱਜ਼ਤੀ ਹੱਥੋਂ ਉੱਕਾ ਹੀ 70 ਲੱਥ ਗਿਆ ਹੋਏਗਾ। ਕੀ ਪਤਾ ਕੋਈ ਕਾਰਾ ਹੀ ਕਰ ਬਏ, ਕਿਤੇ ਖਾ ਡੁੱਬ ਮਰੇ। ਜੇ ਅਜਿਹਾ ਕਰ ਬੈਠਾ ਤਾਂ ਉਹਦੀ ਵਹੁਟੀ ਕੀ ਕਰੇਗੀ? ਬੱਚੇ ਕੀ ਕਰਨਗੇ? ਸਾਰੀ ਦੁਪਹਿਰ ਮੰਗਤੂ ਨੇ ਇਹਨਾਂ ਹੀ ਸੋਚਾਂ 'ਚ ਗੁਜ਼ਾਰ ਦਿੱਤੀ। ਵੱਧਦਾ ਇਹ ਤੌਖਲਾ ਉਹਦੇ ਅੰਦਰ ਇੰਨਾ ਫੈਲਾਓ ਕਰ ਗਿਆ ਕਿ ਉਸ ਲਈ ਹੁਣ ਟਿਕਣਾ ਮੁਸ਼ਕਿਲ ਹੋ ਗਿਆ। ਝਟਪਟ ਬੂਹਾ ਖੋਲ ਕੇ ਬਾਹਰ ਨਿਕਲਿਆ। ਸ਼ਾਮਾਂ ਦਾ ਘੁਸਮੁਸਾ ਹਰ ਪਾਸੇ ਛਾਇਆ ਸੀ। ਉਸ ਅਨੁਮਾਨ ਲਾਇਆ ਕਿ ਹੁਣ ਤੇ ਕਾਰੀਗਰ ਛੁੱਟੀ ਕਰਕੇ ਆਪੋ ਆਪਣੇ ਥਾਈਂ ਪਹੁੰਚਣ ਵਾਲੇ ਹੋਣਗੇ। ਨਾਲੇ ਉਹਨੂੰ ਇਸ ਗੱਲ ਦਾ ਵੀ ਖਤਰਾ ਸੀ ਕਿ ਇੱਥੇ ਜੇ ਉਹ ਹੋਰ ਕੁਝ ਚਿਰ ਠਹਿਰਿਆ ਤਾਂ ਮਜ਼ਦੂਰਾਂ ਨੇ ਆਉਂਦੇ ਹੀ ਉਸ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਸ਼ੁਰੂ ਕਰ ਦੇਣੇ। ਕਿੱਥੇ ਕਿੱਥੇ ਪਈਆਂ ਹੀ ਮੰਗਤੂ? ਸੋ ਇੱਕ ਤਾਂ ਆਨੰਦ ਸਿੰਘ ਦੀ ਖਬਰ ਸੁਰਤ ਲੈਣ ਦੇ ਖਿਆਲੋਂ, ਤੇ ਦੂਜਾ ਗੁਆਂਢੀਆਂ ਦੇ ਨੋਕ ਝੋਕ ਤੋਂ ਬਚਣ ਲਈ ਉਹ ਤਬੇਲੇ ਚੋਂ ਨਿਕਲ ਕੇ ਆਨੰਦ ਸਿੰਘ ਦੇ ਘਰ ਵੱਲ ਤੁਰ ਪਿਆ। ਆਨੰਦ ਸਿੰਘ ਦਾ ਘਰ ਬਹੁਤਾ ਦੂਰ ਨਹੀਂ ਸੀ। ਉਹ ਰਵਾਂ ਰਵੀਂ ਜਾ ਪਹੁੰਚਿਆ ਤੇ ਜਾ ਕੇ ਉਸ ਵੇਖਿਆ ਆਨੰਦ ਸਿੰਘ ਮੰਜੇ ਤੇ ਪਿਆ ਕਰਾ ਰਿਹਾ ਸੀ। ਉਹਦੀ ਲੱਤ ਤੇ ਮੈਲੀ ਜੀ ਪੱਟੀ ਬੰਨੀ ਹੋਈ ਸੀ ਤੇ ਉਹਦੀ ਘਰਵਾਲੀ ਲੋਗੜ ਤੱਤਾ ਕਰਕੇ ਸੇਕ ਰਹੀ ਸੀ। ਆਨੰਦ ਸਿੰਘ ਦੇ 3 ਬੱਚੇ ਅਰਥਾਤ 2 ਕੁੜੀਆਂ ਤੇ ਇੱਕ ਮੁੰਡਾ ਬਾਹਰ ਵਿਹੜੇ 'ਚ ਗਿੱਲੀ ਮਿੱਟੀ ਦੇ ਆਲੇ ਭੋਲੇ ਬਣਾ ਕੇ ਖੇਡ ਰਹੇ ਸਨ। ਉਸਤਾਦ ਜੀ, ਤੇ ਬਸ ਇੰਨਾ ਹੀ ਆਖ ਕੇ ਮੰਗਤੂ ਦੇ ਬੁੱਲ ਜੁੜ ਗਏ ਜਦ ਉਹਨੇ ਆਨੰਦ ਸਿੰਘ ਦੀ ਪਤਨੀ ਦੀਆਂ ਅੱਖਾਂ 'ਚ ਢਲਕਦੇ ਅੱਥਰੂ ਤੱਕੇ। ਆ ਮੰਗਤਿਆ, ਆਨੰਦ ਸਿੰਘ ਨੇ ਦੂਜੀ ਬਾਹੀ ਵੱਲ ਸਰਕ ਕੇ ਉਹਦੇ ਬੈਠਣ ਲਈ ਥਾਂ ਬਣਾ ਦਿੱਤੀ। ਮੰਗਤੂ ਨੇ ਗੁਰੂ ਦੇ ਹੱਥੋਂ ਲੋਗੜ ਫੜ ਲਿਆ ਤੇ ਹੁਣ ਗੁਰੂ ਤਵੇ ਤੇ ਗਰਮ ਕਰ ਕਰਕੇ ਲੋਗੜ ਉਹਨੂੰ ਫੜਾਈ ਜਾਂਦੇ। ਉਹ ਲੱਤ ਤੇ ਸੇਕ ਕਰ ਰਿਹਾ ਸੀ। ਥੋੜਾ ਚਿਰ ਸੇਕ ਕਰਦੇ ਰਹਿਣ ਤੋਂ ਬਾਅਦ ਮੰਗਤੂ ਦੀ ਜ਼ੁਬਾਨ ਖੁੱਲੀ। ਬਹੁਤੀ ਸੱਟ ਲੱਗੀ ਹੈ ਉਸਤਾਦ ਜੀ? ਠੰਡਾ ਲੋਗੜ ਗੁਰੂ ਨੂੰ ਫੜਾਉਂਦਿਆਂ ਉਹਨੇ ਆਨੰਦ ਸਿੰਘ ਤੇ ਸਵਾਲ ਕੀਤਾ। ਹੱਡੀ ਨੂੰ ਇੱਕ ਕਸ਼ਟ ਭਰੀ ਕਸੀਚ ਵੱਟ ਕੇ ਆਨੰਦ ਸਿੰਘ ਨੇ ਜਵਾਬ ਦਿੱਤਾ। ਹੱਡੀ ਨੂੰ ਜਰਬ ਆ ਗਈ ਜਾਪਦੀ ਹੈ ਮੰਗਤਿਆ। ਤੇ ਇਹ ਤੋਂ ਪਹਿਲਾਂ ਕਿ ਜਵਾਬ 'ਚ ਮੰਗਤੂ ਕੁਝ ਕਹਿੰਦਾ, ਗੁਰੂ ਦੇ ਬੁੱਲਾਂ ਅੱਗੋਂ ਜਿਵੇਂ ਕੋਈ ਬੰਨਿਆ ਹੋਇਆ ਬੰਨ ਰੁੜ ਗਿਆ। ਟੁੱਟ ਪੈਣੇ ਨੇ ਮਾਰ ਮਾਰ ਕੇ 70 ਲਾ ਸੁੱਟਿਆ ਇਹ ਨਾ ਮੁਰਾਦ ਨੇ। ਰੱਬ ਕਰਕੇ ਕਦੀ ਨਾ ਹੋਵੇ ਮਾਰਨ ਜੋਗਾ। 70 ਪਵੇ ਸੂ ਮੇਰੇ ਨਿਆਣਿਆਂ ਦਾ। ਬੁਰਛੇ ਨੇ ਆ ਵੇਖਿਆ ਨਾ ਤਾਂ ਕਿਸੇ ਖੁਨਾਮੀ ਬਦਲੇ ਮਾਰਦਾ ਤਾਂ ਵੀ ਕੋਈ ਗੱਲ ਸੀ। ਬੇਦੋਸ਼ੇ ਨੂੰ ਹੀ ਭੰਨ ਘੜਿਆ ਸੂ। ਹੇ ਤਰਕਾਲ ਸੰਧਿਆ, ਨਾ ਰਹੇ ਸੂ ਪਾਣੀ ਦੇਣ ਜੋਗਾ ਕੋਈ, ਜਿਸ ਮੇਰੇ ਆਦਮੀ ਨੂੰ ਕੋਇਆ ਵੇ। ਗੁਰੂ ਦੀਆਂ ਬਦ ਸੀਸਾਂ ਨੂੰ ਸੁਣ ਕੇ ਉਹਦੀਆਂ ਅੱਖਾਂ 'ਚੋਂ ਵਹਿੰਦੇ ਅਥਰੂਆਂ ਨੂੰ ਤੱਕ ਕੇ ਮੰਗਤੂ ਦਾ ਵਾਲ ਕੁਰਲਾ ਉੱਠਿਆ। ਉਹ ਬੜੀ ਕੋਸ਼ਿਸ਼ ਕੀਤੀ ਕਿ 2-4 ਹਮਦਰਦੀ ਦੇ ਸ਼ਬਦ ਬੋਲੇ, ਪਰ ਨਹੀਂ ਬੋਲ ਸਕਿਆ। ਕਿਉਂ ਐਵੇਂ ਬਕੜਵਾ ਕਰਨ ਡਈ ਹੋਈ ਏ? ਆਨੰਦ ਸਿੰਘ ਨੇ ਔਖਿਆਈ ਨਾਲ ਪਰਤਦਿਆਂ ਝਿੜਕ ਦਿੱਤੀ। ਕਿਤੇ ਲੱਗ ਚੱਲੀਆਂ ਨੇ ਤੇਰੀਆਂ ਬਦ ਸੀਸਾਂ ਉਹਨੂੰ, ਕਮਲੀ ਨਾ ਹੋਵੇ। ਪਾਸਾ ਤੇ ਗੁਰੂ ਫੇਰ ਨਹੀਂ ਬੋਲੀ, ਕੇਵਲ ਬੁੱਲਾਂ ਨਾਲ ਬੁਸਕਦੀ ਰਹੀ। ਪਰ ਅਥਰੂ ਉਹਦੇ ਹੋਰ ਤੇਜ਼ ਹੋਈ ਜਾਂਦੇ ਸਨ। ਲੋਗੜ ਮੰਗਤੂ ਨੂੰ ਫੜਾਉਂਦੀ ਹੋਈ ਘਿਗਿਆਈ ਆਵਾਜ਼ 'ਚ ਬੋਲੀ, ਪਸਲੀ ਤੇ ਕਾਕਾ ਸੇਕ ਕਰ ਸੂ ਜ਼ਰਾ। ਪਸਲੀ ਤੇ ਲੱਗੀ ਏ? ਮੰਗਤੂ ਨੇ ਆਨੰਦ ਸਿੰਘ ਦੇ ਪਿੰਡੇ ਤੇ ਉਸ ਹਿੱਸੇ ਤੇ ਨਜ਼ਰ ਗੱਡੀ ਪੁੱਛਿਆ ਜਿਹਨੂੰ ਆਨੰਦ ਸਿੰਘ ਹੱਥ ਨਾਲ ਹੌਲੀ ਹੌਲੀ ਦੱਬ ਰਿਹਾ ਸੀ, ਤੇ ਉਸੇ ਥਾਂ ਉਸ ਸੇਕ ਕਰਨਾ ਸ਼ੁਰੂ ਕਰਤਾ। ਉਹਨੂੰ ਆਨੰਦ ਸਿੰਘ ਦੀ ਜ਼ਬਾਨੀ ਪਤਾ ਲੱਗਾ ਕਿ ਮਗਰੋਂ ਇੱਕ ਵਾਰੀ ਫੇਰ ਸਰਦਾਰ ਨੇ ਉਹਨੂੰ ਮਾਰਿਆ ਸੀ।
ਲੋੜ ਸੀ ਇਸ ਵੇਲੇ ਕਿ ਮੰਗਤੂ ਖੂਬ ਜਲਦੀ ਸੇਕ ਕਰਦਾ, ਪਰ ਉਹਦਾ ਲੋਗੜ ਵਾਲਾ ਹੱਥ ਜਿੱਥੇ ਟਿਕਿਆ ਸੀ ਟਿਕਿਆ ਹੀ ਰਿਹਾ, ਜਿਵੇਂ ਇਸ ਵੇਲੇ ਹਿੰਸਾ ਦੇ ਕਿਸੇ ਅਸਹਿ ਵੇਗ ਨੇ ਉਹਨੂੰ ਬੇਹੋਸ਼ ਕਰ ਦਿੱਤਾ ਹੋਵੇ। ਉਸਤਾਦ ਨੂੰ ਧੀਰਜ ਦਿਲਾਸਾ ਦੇਣ ਲਈ ਉਹ ਬੜਾ ਕੁਝ ਸੋਚਦਾ ਆਇਆ ਸੀ, ਪਰ ਇਸ ਦ੍ਰਿਸ਼ ਨੇ ਤਾਂ ਉਹਦੀ ਜ਼ਬਾਨ ਹੀ ਖਿੱਚ ਲਈ। ਉਹਦਾ ਦਿਲ ਚਾਹਿਆ ਕਿ ਉਸਤਾਦ ਤੇ ਉਹਦੀ ਪਤਨੀ ਦੇ ਦੁੱਖ ਦਰਦ 'ਚ ਰਚ ਕੇ ਉਹ ਵੀ ਖੂਬ ਦਿਲ ਭਰ ਕੇ ਰੋਵੇ, ਪਰ ਉਹਦੀਆਂ ਅੱਖਾਂ 'ਚ ਨਾ ਮਾਤਰ ਵੀ ਗਿੱਲ ਨਹੀਂ ਸੀ ਆ ਸਕੀ। ਛੁੱਟ ਇੱਕ ਤਪਸ਼ ਜਿਹੀ ਤੋਂ ਸੱਟਾਂ ਵਾਲੀ ਥਾਂ ਤੇ ਸੇਕ ਹੁੰਦਾ ਗਿਆ। ਗੁਰੂ ਜੋ ਮੂੰਹ ਆਇਆ ਬਕੀ ਗਈ, ਪਤੀ ਦੇ ਰੋਕਣ ਤੇ ਵੀ ਨਹੀਂ ਰੁਕੀ। ਤੇਰਾ ਕੀ ਹਾਲ ਏ ਮੰਗਤਿਆ? ਨੰਦ ਸਿੰਘ ਨੂੰ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ। ਤੈਨੂੰ ਵੀ ਹਰਾਮੀ ਨੇ ਥੋੜਾ ਨਹੀਂ ਕੁੱਟਿਆ? ਚੰਗਾ ਹੋਇਆ ਨੱਸ ਆਇਓ, ਨਹੀਂ ਤੇ। ਮੰਗਤੂ ਨੇ ਜਵਾਬ ਦਿੱਤਾ, ਮੈਨੂੰ ਤੇ ਬਚਾਵੀਆਂ ਹੀ ਲੱਗੀਆਂ ਸਨ, ਪਰ ਉਸਤਾਦ ਜੀ ਤੁਸੀਂ ਰਿਪੋਰਟ ਵੀ ਕੀਤੀ ਹੈ ਕਿ ਨਹੀਂ? ਕੋਈ ਰਿਪੋਰਟ? ਨੰਦ ਸਿੰਘ ਇੰਝ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਿਆ ਜਿਵੇਂ ਮੰਗਤੂ ਨੇ ਨਸ਼ੇ ਦੀ ਹਾਲਤ ਵਿੱਚ ਕੁਝ ਊਲ ਜਲੂਲ ਬਕ ਦਿੱਤਾ ਹੋਵੇ। ਸ਼ੁਦਾਈਆ ਟੋਭੇ 'ਚ ਰਹਿ ਕੇ ਕੱਛੂ ਨਾਲ ਵੈਰ ਵਿਹਾਜਿਆ ਜਾਂਦਾ? ਮੰਗਤੂ ਨੇ ਤਾਂ ਨਹੀਂ, ਉਹਦੇ ਦਿਲ ਨੇ ਕਿਹਾ। ਠੀਕ ਹੀ ਤਾਂ ਕਹਿੰਦਾ ਹੈ ਉਸਤਾਦ, ਤੇ ਇਸ ਬਾਰੇ ਉਹਨੇ ਹੋਰ ਕੋਈ ਸਵਾਲ ਨਹੀਂ ਕੀਤਾ। ਕੰਮ ਤੋਂ ਜਵਾਬ ਦੇ ਦਿੱਤਾ ਸਾਨੂੰ ਦੋਹਾਂ ਨੂੰ, ਨੰਦ ਸਿੰਘ ਨੇ ਬਹੁਤੇ ਸੇਕ ਤੋਂ ਕਸੀਸ ਵੱਟਦਿਆਂ ਕਿਹਾ। ਇਹ ਤੇ ਦਿਸਦਾ ਹੀ ਪਿਆ ਸੀ। ਮੰਗਤੂ ਨੇ ਗੁੱਸੇ 'ਚ ਭਰ ਕੇ ਕਿਹਾ, ਜੇ ਨਾ ਵੀ ਹਟਾਉਂਦਾ ਤੇ ਇੱਥੇ ਕਿਹੜਾ ਜਾਣ ਨੂੰ ਤਿਆਰ ਬੈਠੇ ਸਾਂ। ਅਸੀਂ ਜੁੱਤੀ ਤੇ ਨਹੀਂ ਲਿਖਦੇ ਇਹੋ ਜਿਹੇ ਕੰਮਾਂ ਨੂੰ। ਸ਼ੁਦਾਈ, ਨੰਦ ਸਿੰਘ ਜੀ ਨੇ ਵਿਅੰਗ ਕੀਤਾ। ਤੇ ਹੋਰ ਕੀ ਉਸਤਾਦ ਜੀ, ਇਹੋ ਜਿਹੇ ਸ਼ੋਧੇ ਪਾਸ ਕੰਮ ਕਰਕੇ ਰੋਜ਼ ਪੱਤ ਲੁਹਾਣੀ ਹੈ ਆਪਣੀ। ਨੰਦ ਸਿੰਘ ਨੇ ਇੱਕ ਵਾਰੀ ਫਿਰ ਉਸੇ ਤਰ੍ਹਾਂ ਦੀ ਨਜ਼ਰ ਨਾਲ ਉਸ ਵੱਲ ਤੱਕਿਆ, ਜਿਵੇਂ ਕਿਸੇ ਸੱਚਮੁੱਚ ਦੇ ਸ਼ੁਦਾਈ ਵੱਲ। ਉਹ ਬਈ ਕੰਮ ਨਾ ਦੇਵੇਗਾ, ਦਿਹਾੜੀਆਂ ਤੇ ਨਹੀਂ ਨਾ ਮਰਵਾ ਲੈਣੀਆਂ? ਮੰਗਤੂ ਦੀ ਸਮਝ 'ਚ ਕੁਝ ਨਾ ਆਇਆ। ਕੀ? ਉਹ 20-22 ਦਿਹਾੜੀਆਂ ਮੇਰੀਆਂ ਨੇ, ਤੇਰੀਆਂ ਵੀ ਇੰਨੀਆਂ ਕੁ ਹੋਣਗੀਆਂ, ਤੇ ਫਿਰ ਕੀ ਕਰੋਗੇ ਤੁਸੀਂ? ਅਰਜੀ ਪਾਓਗੇ ਉਸ ਉੱਤੇ? ਅਰਜੀ ਦੀ ਭਲੀ ਪੁੱਛੀ ਹੋ, ਭਲਕੇ ਜੇ ਤੁਰਨ ਜੋਗਾ ਹੋ ਪਿਆ ਤਾਂ ਜਾਵਾਂਗਾ ਉਹਦੇ ਬੰਗਲੇ, ਹੋਰ ਕੀ ਕਰਨਾ? ਉਹਦੇ ਬੰਗਲੇ? ਮੰਗਤੂ ਨੂੰ ਜਾਪਿਆ ਜਿਵੇਂ ਉਸਤਾਦ ਨੇ ਕੋਈ ਗਾਲ ਕੱਢਤੀ ਹੋਵੇ ਆਪਣੇ ਆਪ ਨੂੰ। ਕੀ ਕਿਹਾ ਜੀ? ਉਹਦੇ ਬੰਗਲੇ ਜਾਓਗੇ? ਬਈ ਝੱਕ ਮਾਰ ਕੇ ਜਾਣਾ ਪਵੇਗਾ। ਨਾ ਜਾਵਾਂਗਾ ਤਾਂ ਹੋਰ ਵਾਹ ਕੀ ਏ? ਮੇਰੀ ਤੇ ਸਲਾਹ ਏ ਨਿਆਣਿਆਂ ਨੂੰ ਵੀ ਨਾਲ ਲਈ ਜਾਵਾਂ, ਕੀ ਪਤਾ ਇਹਨਾਂ ਉੱਤੇ ਤਰਸ ਖਾ ਕੇ ਕੰਮ ਤੇ ਲਾ ਲਵੇ। ਤੁਸੀਂ ਮੁੜ ਉਸ ਪਾਸ ਕੰਮ? ਮੰਗਤੂ ਦੀ ਜ਼ਬਾਨ ਨੂੰ ਜਿਵੇਂ ਵਲ ਪੈ ਗਿਆ। ਉਸ ਖੂਨੀ ਪਾਸ ਉਹਦਾ ਲੋਗੜ ਵਾਲਾ ਹੱਥ ਫੇਰ ਰੁਕ ਗਿਆ। ਭੜਕੀ ਦਾ ਨਹੀਂ ਮੰਗਤਿਆ, ਨੰਦ ਸਿੰਘ ਉਹਦਾ ਹੱਥ ਫੜ ਕੇ ਬਜ਼ੁਰਗਾਂ ਵਰਗੇ ਰੌਣ 'ਚ ਬੋਲਿਆ। ਬੰਦੇ ਨੂੰ ਆਪਣੀ ਹੈਸੀਅਤ ਵੇਖਣੀ ਲੋੜੀਏ। ਬਾਦਸ਼ਾਹ ਲੋਕਾਂ ਨਾਲ ਬਰੋਬਰੀ ਏ ਸਾਡੀ ਕੰਗਾਲਾਂ ਦੀ। ਬਾਦਸ਼ਾਹ ਕੋਈ ਹੋਏਗਾ ਤੇ ਆਪਣੇ ਘਰ ਹੋਏਗਾ। ਮੰਗਤੂ ਦਾ ਸਰੀਰ ਕੰਬਣ ਲੱਗ ਪਿਆ। ਅਸੀਂ ਕਿਸੇ ਭੜੂਏ ਦਾ ਦਿੱਤਾ ਖਾਂਦੇ ਹਾਂ? 10 ਘੰਟੇ ਹੱਡ ਭਨੀਂਦੇ ਨੇ ਉਸਤਾਦ ਜੀ, ਤਾਂ ਜਾ ਕੇ 4 ਪੈਸਿਆਂ ਦਾ ਮੂੰਹ ਵੇਖੀਦਾ। ਕੋਈ ਪੁੰਨ ਕਰਕੇ ਨਹੀਂ ਦਿੰਦਾ ਵੱਡਿਆਂ ਦੇ ਨਾਂ ਤਾਂ। ਤੇ ਤੂੰ ਅਜੇ ਨਿਆਣਾ ਏ ਮੰਗਤਿਆ, ਨੰਦ ਸਿੰਘ ਨੇ ਸਿਧਾਂਤਕ ਲਹਿਜੇ 'ਚ ਕਿਹਾ। ਤੇਰਾ ਸੱਜਰਾ ਲਹੂ ਏ ਬੱਲਿਆ, ਅਜੇ ਕਿਹੜੀਆਂ ਕੱਢੀਆਂ ਪਾਈਆਂ ਨੇ ਤੂੰ। ਕਬੀਲਦਾਰ ਬੰਦੇ ਨੂੰ ਜੇ 4 ਦਿਨ ਵਿਹਲਿਆਂ ਬਹਿਣਾ ਪੈ ਜਾਏ ਤਾਂ ਹੇਠਲੀ ਉੱਤੇ ਆ ਜਾਂਦੀ ਏ, ਸਮਝਿਆ ਹੀ? ਪਰ ਉਸਤਾਦ ਜੀ ਮੰਗਤੂ ਉੱਤੇ ਅਸਰ ਨਹੀਂ ਹੋਇਆ। ਏਦਾਂ ਜੁੱਤੀਆਂ ਖਾ ਕੇ ਬੇਇੱਜ਼ਤੀ ਕਰਵਾ ਕੇ? ਗੱਲ ਟੋਕੀ ਨੰਦ ਸਿੰਘ ਨੇ। ਕੀ ਬੇਤੁਕੀਆਂ ਮਾਰਨ ਡਿਆ ਹੋਇਆ? ਬੇਇੱਜ਼ਤੀ ਉਹਨਾਂ ਦੀ ਹੁੰਦੀ ਹੈ ਜਿਹਨਾਂ ਦੀ ਇੱਜ਼ਤ ਹੋਵੇ। ਜਿੱਥੇ ਅੱਠੇ ਪੈਰ ਦਾਲ ਰੋਟੀ ਦਾ ਝੋਰਾ ਹੱਡਾਂ ਨੂੰ ਖਾਂਦਾ ਹੋਵੇ, ਉੱਥੇ ਇੱਜ਼ਤ ਬੇਇੱਜ਼ਤੀ ਦਾ ਕੀ ਸਵਾਲ? ਉਹ ਤੱਕੇ ਹੀ 3 ਨਿਆਣੇ, ਚੌਥੀ ਗੁਰੂ ਤੇ 5ਵਾਂ ਮੈਂ। ਜਿਹਦੇ ਅੰਦਰ 4 ਪੈਸੇ ਹੋਣ ਉੱਤੇ ਭਲਾ 10 ਦਿਨ ਵਿਹਲਾ ਬਹਿ ਕੇ ਕੱਟ ਲਏਗਾ। ਪਰ ਜਿੱਥੇ ਡੰਗ ਦੇ ਡੰਗ ਆਉਂਦਾ ਤੇ ਡੰਗ ਦੇ ਡੰਗ ਪੱਕਦਾ ਹੋਵੇ, ਉੱਥੇ ਕੌਣ ਪਿਆ ਸੋਚਦਾ ਇੱਜ਼ਤਾਂ ਬੇਇੱਜ਼ਤੀਆਂ ਨੂੰ? ਤੂੰ ਆਪ ਸੋਚ। ਗੁਰੂ ਹੁਣ ਤੀਕ ਸਿਰ ਸੁੱਟੀ ਲੋਗੜ ਗਰਮ ਕਰਦੀ ਹੋਈ ਦੋਹਾਂ ਉਸਤਾਦ ਸ਼ਾਗਿਰਦ ਦੀਆਂ ਗੱਲਾਂ ਸੁਣਦੀ ਰਹੀ ਸੀ। ਵਿੱਚ ਕਈ ਵਾਰੀ ਉਹ ਬੋਲਣਾ ਵੀ ਚਾਹੀ, ਪਰ ਪਤੀ ਤੋਂ ਡਰਦੀ ਮਾਰੀ ਨਹੀਂ ਸੀ ਬੋਲ ਸਕੀ। ਪਰ ਨੰਦ ਸਿੰਘ ਦੀ ਛੇਕੜਲੀ ਗੱਲ ਸੁਣ ਕੇ ਤਾਂ ਅੱਗ ਭਬੂਕਾ ਹੋ ਕੇ ਬੋਲੀ, ਇੱਜ਼ਤ ਗਵਾ ਕੇ ਰੋਟੀ ਕਮਾਉਣ ਨਾਲੋਂ ਗੱਲ 'ਚ ਫਾਹ ਲੈ ਕੇ ਨਹੀਂ ਮਰ ਜਾਈਦਾ। ਨਿਆਣਿਆਂ ਨੂੰ ਖੂਹ 'ਚ ਨਹੀਂ ਧੱਕ ਦੇਈਦਾ। ਨੰਦ ਸਿੰਘ ਦੀਆਂ ਅੱਖਾਂ 'ਚ ਤਲਖੀ ਆ ਗਈ। ਟਰ ਨਾ ਕਰੀ ਜਾਵੇਂ, ਆ ਗਈ ਏ ਵੱਡੀ ਨਵਾਬ ਦੀ ਧੀ ਇੱਜ਼ਤਾਂ ਵਾਲੀ, ਅਗੇ ਰੱਸੀ ਸੜ ਗਈ ਵੱਟ ਨਾ ਗਿਆ। ਗੁਰੂ ਦੇ ਮੂੰਹ ਅੱਗੇ ਹੁਣ ਤੇ ਇੱਕ ਉੱਪਰੇ ਮੁੰਡੇ ਦੀ ਮੌਜੂਦਗੀ ਦੇ ਅਹਿਸਾਸ ਨੇ ਜਿਹੜਾ ਡੱਕਾ ਦੇਈ ਰੱਖਿਆ ਸੀ, ਜਿਵੇਂ ਅੰਦਰਲੇ ਤੂਫਾਨੀ ਵੇਗ ਨਾਲੋਂ ਭੱਕ ਕਰਕੇ ਉੱਡ ਗਿਆ। ਉਹ ਖੁੱਲ੍ਹ ਕੇ ਵਰੀ, ਖਾਂਦਾ ਫਿਰ ਜਾ ਕੇ ਲੋਕਾਂ ਦੀਆਂ ਜੁੱਤੀਆਂ, ਸਾਥੋਂ ਤੇ ਨਹੀਂ ਉਹ ਖਾਧੀਆਂ ਜਾਂਦੀਆਂ। ਨੰਦ ਸਿੰਘ ਦੀ ਤਲਖੀ 'ਚ ਹੋਰ ਵਾਧਾ ਹੋ ਗਿਆ। ਉਹ ਨਾ ਮੁਰਾਦੇ, ਜੁੱਤੀਆਂ ਜੇ ਖਾਨਾ ਤਾਂ ਤੁਹਾਡੇ ਬਦਲੇ ਕਿ ਹੋਰ ਕਿਸੇ ਦੇ? ਗੁਰੂ ਦੀ ਤਲਖੀ ਹੁਣ ਓੜਕਾਂ ਤੇ ਪਹੁੰਚ ਚੁੱਕੀ ਸੀ। ਉਹ ਹੋਰ ਤਪ ਕੇ ਬੋਲੀ, ਨਿੱਜ ਨਾ ਕਰੇ ਕੋਈ ਸਾਡੇ ਬਦਲੇ, ਸਾਨੂੰ ਮੋਹਰਾ ਚਟਾ ਦੇ ਲਿਆ ਕੇ।
ਫਿਰ ਜੁੱਤੀਆਂ ਛੱਡ ਭਾਵੇਂ ਖੌਂਸੜੇ ਖਾਂਦਾ ਫਿਰੀ। ਮੈਂ ਕਹਿੰਦਾ ਮੈਨੂੰ ਤੱਤੇ ਨੂੰ ਤਾਇਆ ਨਾ ਕਰ ਗੁਰੂ, ਤੇਰੇ ਹੱਥੋਂ ਸੱਤ ਕੇ ਕਿਸੇ ਦਿਨ ਮੈਂ ਕੁਝ ਕਰ ਬੈਠਾਂਗਾ। ਹਰ ਵੇਲੇ ਦੀ ਤੇਰੀ ਇਹ ਬੜਬੜ ਮੇਰੀ ਜਾਨ ਲੈ ਕੇ ਛੱਡੇਗੀ, ਮੈਨੂੰ ਦਿਸਦਾ ਪਿਆ। ਗੁਰੂ ਫੇਰ ਨਹੀਂ ਕੁਸਕੀ। ਉਹਦੇ ਰੁਕੇ ਹੋਏ ਅਥਰੂ ਡੁੱਲਣ ਦੇ ਥਾਂ ਅੱਖਾਂ ਅੰਦਰ ਹੀ ਜੀਰ ਹੋ ਗਏ। ਮਾਮਲਾ ਕਾਬੂ ਤੋਂ ਬਾਹਰ ਹੁੰਦਾ ਤੱਕ ਕੇ ਮੰਗਤੂ ਨੇ ਸਿਆਣਪ ਤੋਂ ਕੰਮ ਲਿਆ। ਤੂੰ ਜਾ ਚਾਚੀ, ਰੋਟੀ ਟੁੱਕ ਲੱਗ ਜਾ ਕੇ, ਛੱਡ ਮੈਂ ਕਰਨਾ ਵਾਂ ਸੇਕ। ਜਾਂ ਨਿਆਣੇ ਭੁੱਖੇ ਹੋਣਗੇ ਸਵੇਰ ਦੇ। ਤੇ ਜਦ ਗੁਰੂ ਫੇਰ ਵੀ ਨਾ ਉੱਠੀ ਤਾਂ ਮੰਗਤੂ ਨੇ ਉਹਨੂੰ ਬਾਹੋਂ ਫੜ ਕੇ ਪਿਛਲੇ ਅੰਦਰ ਵੱਲ ਜਿੱਥੇ ਰਸੋਈ ਸੀ ਧਕੇਲ ਦਿੱਤਾ। ਤਾਂ ਫਿਰ ਕੀ ਸਲਾਹ ਹੈ ਤੇਰੀ? ਜਦ ਮੰਗਤੂ ਦੁਬਾਰਾ ਉਹਦੀ ਮੰਜੀ ਦੀ ਬਾਹੀ ਤੇ ਆ ਬੈਠਾ ਤਾਂ ਆਨੰਦ ਸਿੰਘ ਨੇ ਉਹ ਤੋਂ ਪੁੱਛਿਆ, ਚੱਲੇਗਾ ਨਾ ਤੂੰ ਵੀ? ਕਿੱਥੇ ਉਸਤਾਦ ਜੀ? ਸਰਦਾਰ ਪਾਸ। ਨਾ ਨਹੀਂ। ਵੇਖ ਮੰਗਤੇ, ਬਾਲਾਂ ਵਾਲੀ ਗੱਲ ਨਹੀਂ ਕਰੀ ਦੀ, ਤੂੰ ਸਿਆਣਾ ਹੈ। ਗੱਲ ਟੋਕ ਕੇ ਮੰਗਤੂ ਬੋਲਿਆ, ਮੈਨੂੰ ਇਸ ਬਾਰੇ ਕੁਝ ਨਾ ਆਖੋ ਉਸਤਾਦ ਜੀ, ਤੁਸੀਂ ਵੱਡੇ ਹੋ, ਤੁਹਾਨੂੰ ਮੈਂ ਰੋਕਣ ਵਾਲਾ ਕੌਣ ਹੁੰਨਾ? ਜਿੱਕਣ ਜੀ ਕਰਦਾ ਜੇ ਕਰੂ, ਪਰ ਮੈਂ 100 ਦੀ ਇੱਕੋ ਦੱਸ ਦਿੱਤੀ। ਭਾਵੇਂ ਦਿਨ ਇੱਧਰੋਂ ਚੜ੍ਹ ਆਵੇ, ਕਿਸੇ ਸੜੇ ਸਰਦਾਰ ਦੀ ਕੋਠੀ ਪਿਸ਼ਾਬ ਵੀ ਨਹੀਂ ਕਰਨਾ ਮੈਂ। ਜਵਾਬ ਨਹੀਂ, ਇੱਕ ਕਰਾਰਾ ਥੱਪੜ ਸੀ ਇਹ ਜਿਹੜਾ ਆਨੰਦ ਸਿੰਘ ਦੇ ਮੂੰਹ ਤੇ ਵੱਜਾ। ਤੇ ਉਹ ਕੇਵਲ ਇੰਨਾ ਹੀ ਕਹਿ ਸਕਿਆ, ਚੰਗਾ ਤੇਰੀ ਮਰਜ਼ੀ, ਮੈਨੂੰ ਤੇ ਜਾਣਾ ਹੀ ਪਏਗਾ। ਤੇ ਇੱਧਰ ਮੰਗਤੂ ਨੂੰ ਜਾਪਿਆ ਇਹ ਆਦਮੀ ਜਿਹਨੂੰ ਅੱਜ ਤੀਕ ਉਸਤਾਦ ਜੀ ਕਹਿ ਕੇ ਸਤਿਕਾਰਦਾ ਹੁੰਦਾ ਸੀ, ਉਸਤਾਦ ਛੱਡ ਕੇ ਆਦਮੀ ਕਹਾਣ ਦਾ ਵੀ ਹੱਕਦਾਰ ਨਹੀਂ। ਉਵੇਂ ਹੀ ਭਰਿਆ ਪੀਤਾ ਮੰਜੇ ਦੀ ਬਾਹੀ ਤੋਂ ਉੱਠ ਖੜੋਤਾ, ਲੋਗੜ ਦਾ ਟੁਕੜਾ ਉਸ ਭੁੰਜੇ ਸੁੱਟ ਦਿੱਤਾ ਤੇ ਇਹ ਕਹਿੰਦਾ ਹੋਇਆ ਬਾਹਰ ਨਿਕਲ ਗਿਆ, ਅੱਛਾ ਚੱਲਣਾ ਵਾ ਉਸਤਾਦ ਜੀ। ਮਗਰੋਂ ਆਨੰਦ ਸਿੰਘ ਨੇ ਆਵਾਜ਼ ਦਿੱਤੀ, ਰੋਟੀ ਖਾ ਜਾ, ਪੱਕਣ ਵਾਲੀ ਏ। ਪਰ ਮੰਗਤੂ ਨੇ ਕੋਈ ਜਵਾਬ ਨਾ ਦਿੱਤਾ, ਨਾ ਹੀ ਰੁਕਿਆ। ਅੰਗ 6ਵਾਂ। ਆਨੰਦ ਸਿੰਘ ਦੇ ਘਰੋਂ ਜਦ ਮੰਗਤੂ ਨਿਕਲਿਆ ਤਾਂ ਕਾਫੀ ਹਨੇਰਾ ਹੋ ਚੁੱਕਾ ਸੀ, ਜਿਵੇਂ ਕਿਸੇ ਨੇ ਭੰਗ ਪੀਤੀ ਹੋਵੇ। ਉਹਦੇ ਦਿਮਾਗ 'ਚ ਇਸ ਵੇਲੇ ਤਰ੍ਹਾਂ ਤਰ੍ਹਾਂ ਦੇ ਖਿਆਲੀ ਝੱਖੜ ਝੁੱਲ ਰਹੇ ਸਨ। ਡੇਰਾ ਉਹਦਾ ਨੇੜੇ ਹੀ ਸੀ, ਪਰ ਜਿਉਂ ਹੀ ਹਵੇਲੀ ਲਾਗੇ ਪੁੱਜਾ ਕਿ ਕਦਮ ਉਹਦੇ ਬਦੋ ਬਦੀ ਪਿਛਾਂਹ ਮੁੜ ਪਏ। ਜਿਸ ਖਤਰੇ ਤੋਂ ਬਚਣ ਲਈ ਉਹ ਡੇਰਿਓਂ ਨਿਕਲਿਆ ਸੀ, ਉਹ ਖਤਰਾ ਉਹਨੂੰ ਅਜੇ ਵੀ ਮੌਜੂਦ ਦਿਖਾਈ ਦੇਣ ਲੱਗਾ। ਇਸ ਵੇਲੇ ਸਾਰੇ ਮਜ਼ਦੂਰ ਉੱਥੇ ਮੌਜੂਦ ਹੋਣਗੇ। ਉਹਨੇ ਸਲਾਹ ਕੀਤੀ ਕਿ ਤਦ ਤੀਕ ਉਹ ਡੇਰੇ ਨਹੀਂ ਮੁੜੇਗਾ ਜਦ ਤੀਕ ਉੱਥੋਂ ਦੇ ਵਾਸੀ ਸੌ ਨਾ ਜਾਣ। ਹੁਣ ਉਹ ਬਾਜ਼ਾਰੋਂ ਬਾਜ਼ਾਰ ਫਿਰੀ ਜਾ ਰਿਹਾ ਸੀ, ਬਿਨਾਂ ਇਸ ਗੱਲ ਦਾ ਖਿਆਲ ਕੀਤਿਆਂ ਉਹਨੇ ਕਿੱਧਰ ਨੂੰ ਜਾਣਾ। ਕਦੀ ਉਹ ਆਪਣੇ ਆਪ ਨੂੰ ਫਗਵਾੜਾ ਗੇਟ ਲਾਗੇ ਵੇਖਦਾ, ਕਦੀ ਚੌਂਕੀ ਨੰਬਰ 3 ਕੋਲ ਤੇ ਕਦੀ GT ਰੋਡ ਤੇ। GT ਰੋਡ ਦਾ ਮੋੜ ਮੁੜ ਕੇ ਉਹ ਹਰ ਇੱਕ ਦੁਕਾਨ ਵੱਲ ਝਾਕਦਾ ਹੋਇਆ ਤੁਰਿਆ ਜਾ ਰਿਹਾ ਸੀ। ਇੱਕ ਪ੍ਰੈਸ ਦੀਆਂ ਠਕ ਠਕ ਚੱਲਦੀਆਂ ਮਸ਼ੀਨਾਂ 'ਚ ਕਿੰਨਾ ਚਿਰ ਉਹਦਾ ਧਿਆਨ ਗੱਡਿਆ ਰਿਹਾ। ਫਿਰ ਮੈਟਰੋ ਹੋਟਲ ਦੀ ਸ਼ਾਨਦਾਰ ਬਿਲਡਿੰਗ ਅੱਗੇ ਖੜੋ ਕੇ ਬਿਜਲੀਆਂ ਦੀ ਜਗਮਗਾਹਟ ਤੱਕਦਾ ਰਿਹਾ। ਇਸੇ ਜਗੋ ਤੱਕੀ 'ਚ ਉਹਦੀ ਨਜ਼ਰ ਇੱਕ ਵੱਡੇ ਸਾਰੇ ਪੋਸਟਰ ਤੇ ਜਾ ਪਈ, ਜਿਹੜਾ ਵਿਸਕੀ ਜਾਂ ਕਿਸੇ ਇਹੋ ਜਿਹੀ ਚੀਜ਼ ਦੇ ਇਸ਼ਤਿਹਾਰ ਦੇ ਤੌਰ ਤੇ ਹੋਟਲ ਦੀ ਬਾਹਰਲੀ ਕੰਧ ਨਾਲ ਲੱਗਾ ਸੀ। ਪੋਸਟਰ ਉੱਤੇ ਇੱਕ ਉੱਚੇ ਲੰਮੇ ਫੌਜੀ ਦੀ ਤਸਵੀਰ ਸੀ, ਜਿਹਦੇ ਮੋਢੇ ਸਟਾਰਾਂ ਨਾਲ ਤੇ ਛਾਤੀ ਮੈਡਲਾਂ ਨਾਲ ਸਜੀ ਹੋਈ ਸੀ। ਮੰਗਤੂ ਕਿੰਨਾ ਹੀ ਚਿਰ ਉਸ ਪਾਸ ਖੜੋਤਾ ਤੱਕੀ ਗਿਆ, ਫਿਰ ਉਹਨੂੰ ਪਤਾ ਨਹੀਂ ਕੀ ਸੁੱਝੀ। ਦੁਰਾਡੇ ਇੱਕ ਥਾਂ ਪਏ ਹੋਏ ਗੋਹੇ 'ਚੋਂ ਇੱਕ ਮੁੱਠ ਭਰ ਲਿਆਇਆ ਤੇ ਫਿਰ ਇੱਧਰੋਂ ਉੱਧਰੋਂ ਨਜ਼ਰ ਬਚਾ ਕੇ ਉਹਨੇ ਗੋਹਾ ਤਸਵੀਰ ਦੇ ਚਿਹਰੇ ਤੇ ਲਿੰਬ ਦਿੱਤਾ ਤੇ ਸ਼ੂਟ ਵੱਟ ਕੇ ਉੱਥੋਂ ਅਗਾਂਹ ਭੱਜ ਗਿਆ। ਥੋੜੀ ਦੂਰ ਜਾ ਕੇ ਜਦੋਂ ਇੱਕ ਨਲਕੇ ਤੋਂ ਹੱਥ ਧੋ ਰਿਹਾ ਸੀ ਤਾਂ ਆਪਣੀ ਇਸ ਕਿਰਿਆ ਉੱਤੇ ਉਹ ਆਪ ਹੀ ਹੈਰਾਨ ਹੋਣ ਲੱਗਾ। ਹੋਰ ਥੋੜਾ ਅੱਗੇ ਜਾ ਕੇ ਉਹਨੂੰ ਇੱਕ ਬੀਮਾ ਕੰਪਨੀ ਦਾ ਦਫ਼ਤਰ ਦਿਖਾਈ ਦਿੱਤਾ। ਇਸੇ ਤਰ੍ਹਾਂ ਹੋਟਲਾਂ, ਸਿਨਮਿਆਂ ਤੇ ਹੋਰ ਵੱਡੀਆਂ ਦੁਕਾਨਾਂ ਨੂੰ ਵੇਖਦਿਆਂ ਵਾਪਸ ਮੁੜਨ ਦਾ ਖਿਆਲ ਆਇਆ, ਪਰ ਆਪਣੇ ਡੇਰੇ ਵੱਲ ਜਾਣ ਨੂੰ ਅੱਜ ਉਸਦਾ ਉੱਕਾ ਦਿਲ ਨਹੀਂ ਸੀ ਕਰਦਾ। ਛੇਕੜ ਉਹਨੂੰ ਖਿਆਲ ਆਇਆ, ਕਿਉਂ ਨਾ ਅੱਜ ਤਾਏ ਕਿਰਪੇ ਦੇ ਡੇਰੇ ਜਾ ਟਿਕਾਂ, ਤੇ ਉਹ ਕਿਰਪੇ ਦੇ ਡੇਰੇ ਵੱਲ ਤੁਰ ਪਿਆ। ਕਿਰਪਾ ਇਸ ਵੇਲੇ ਆਪਣੀ ਕੋਠੜੀ ਤੋਂ ਬਾਹਰ ਇੱਟਾਂ ਦੇ ਚੁੱਲ੍ਹੇ ਉੱਤੇ ਰੋਟੀ ਪਕਾ ਰਿਹਾ ਸੀ। ਇੰਨੇ ਦਿਨਾਂ ਬਾਅਦ ਅੱਜ ਅਚਾਨਕ ਮੰਗਤੂ ਨੂੰ ਵੇਖ ਕੇ ਉਹ ਬੋਲਿਆ, ਸੁਣਾ ਮੰਗਤਿਆ, ਮੁੜ ਕੇ ਮਿਲਣਾ ਹੀ ਨਹੀਂ ਸੀ ਬੱਚੂ। ਤਾਇਆ, ਮੰਗਤੂ ਉਹਦੇ ਲਾਗੇ ਇੱਕ ਤ੍ਰੈ ਨੁਕਰੀ ਜਿਹੀ ਇੱਟ ਤੇ ਬੈਠਦਾ ਬੋਲਿਆ, ਕਈ ਵੇਰ ਆਉਣ ਕਰਦਾ ਰਿਹਾ, ਪਰ ਕੀ ਦੱਸਾਂ, ਕੰਮ ਹੱਥੋਂ ਹੀ ਵੇਲ ਨਹੀਂ ਸੀ ਮਿਲਦੀ। ਸੁਣਾ ਲੱਗਿਆ ਹੋਇਆ ਕੰਮ ਤੇ? ਲੱਗਾ ਹੋਇਆ ਤੇ ਸਾਂਤ ਆਇਆ, ਪਰ ਛੱਡ ਆਇਆ ਅੱਜ। ਛੱਡ ਆਇਆ? ਕਿਰਪੇ ਨੇ ਮੋਟੀ ਭੱਦੀ ਰੋਟੀ ਨੂੰ ਚੁੱਲ੍ਹੇ 'ਚ ਸੇਕਦਿਆਂ ਪੁੱਛਿਆ। ਕੰਮ ਮੁੱਕ ਗਿਆ ਸੀ? ਕੰਮ ਤੇ ਨਹੀਂ ਸੀ ਮੁੱਕਿਆ। ਤੀਲੇ ਨਾਲ ਜ਼ਮੀਨ ਖੋਤਰਦਿਆਂ ਮੰਗਤੂ ਨੇ ਉੱਤਰ ਦਿੱਤਾ, ਜਾਣ ਕੇ ਛੱਡ ਦਿੱਤਾ। ਜਾਣ ਕੇ? ਆਹੋ। ਕਿਉਂ, ਤਗੜਾ ਤੇ ਹੈ? ਬਿਨਾਂ ਬਿਮਾਰੀ ਸ਼ੁਮਾਰੀ ਤੋਂ ਕੋਈ ਮਜ਼ਦੂਰ ਲੱਗਾ ਹੋਇਆ ਕੰਮ ਛੱਡ ਦੇਵੇ? ਇਹ ਗੱਲ ਕਿਰਪੇ ਦੀ ਸਮਝ 'ਚ ਨਹੀਂ ਸੀ ਆ ਸਕਦੀ। ਚੰਗਾ ਭਲਾਵਾਂ ਉਂਝ ਤੇ, ਫਿਰ ਛੱਡਿਆ ਕਿਉਂ ਹੀ? ਬੜਾ ਕੁੱਤਾ ਕੰਮ ਹੈ ਤਾਇਆ ਇਹ ਇਮਾਰਤੀ। ਸਾਰੀ ਦਿਹਾੜੀ ਬੰਦਾ ਮਿੱਟੀ ਨਾਲ ਮਿੱਟੀ ਬਣਿਆ ਰਹਿੰਦਾ ਹੈ। ਸਰਗੀ ਵੇਲੇ ਜਾਓ, ਸੁੱਤੇ ਪਏ ਮੁੜੋ, ਨਾ ਹੱਥਾਂ ਦੀ ਹੋਸ਼ ਨਾ ਮੂੰਹ ਦੀ।
ਮੰਗਤੂ ਦਾ ਇਹ ਨਖਰੇਲਾ ਜਿਹਾ ਜਵਾਬ ਕਿਰਪੇ ਨੂੰ ਨਹੀਂ ਪਾਇਆ। ਉਹਨੂੰ ਗੁੱਸਾ ਆ ਗਿਆ। ਭਲਾ ਲੱਗ ਪਿਆ ਬੱਚੂ ਹੁਣ ਠੰਡੇ ਦੁੱਧ ਨੂੰ ਫੂਕਾਂ ਮਾਰਨ। ਅੱਜ ਦੇ ਸਮੇਂ 'ਚ ਬੰਦਾ ਸ਼ੁਕਰ ਕਰੇ ਜਿਹਨੂੰ ਨਹੁੰ ਉਡਾਉਣ ਨੂੰ ਥਾਂ ਮਿਲ ਜਾਏ। ਤੇਰੇ ਨੱਕ ਹੇਠ ਹੀ ਨਹੀਂ ਆਉਂਦਾ ਕੁਝ। ਮੰਗਤੂ ਇਸ ਫਟਕਾਰ ਦੇ ਸਾਹਮਣੇ ਝਟਪਟ ਨਹੀਂ ਬੋਲ ਸਕਿਆ ਕਿਉਂਕਿ ਕਿਰਪੇ ਦੀ ਦਲੀਲ ਵਜ਼ਨਦਾਰ ਸੀ। ਉਹ ਡਿੱਕੋ ਡੋਲੇ 'ਚ ਬੋਲਿਆ, ਕੋਈ ਜ਼ਰਾ ਇੱਜ਼ਤ ਵਾਲਾ ਕੰਮ ਲੱਭਾਂਗਾ ਤਾਇਆ। ਇੱਜ਼ਤ ਵਾਲਾ? ਟਿਚਕਰ ਦੇ ਰੰਗ 'ਚ ਕਿਰਪੇ ਦਾ ਹਾਸਾ ਨਿਕਲ ਗਿਆ। ਇੱਥੇ ਤੇਰੇ ਲਈ ਡਿਪਟੀਗਿਰੀ ਧਰੀ ਹੈ। ਕਿਰਪੇ ਨੇ ਗੁੱਥੀ 'ਚੋਂ ਆਟੇ ਦਾ ਇੱਕ ਰੁੱਗ ਹੋਰ ਕੱਢ ਕੇ ਆਪਣੀ ਮਿੱਟੀ ਦੀ ਪਰਾਤ 'ਚ ਪਾਇਆ ਤੇ ਗੁੰਨਦਾ ਹੋਇਆ ਪੁੱਛਣ ਲੱਗਾ, ਅੱਛਾ ਸੁਣਾ, ਪਿੰਡੋਂ ਕੋਈ ਆਉਂਦਾ ਹੀ ਖੱਤ ਪੱਤਰ? ਮਾਸੜ ਦੀ ਚਿੱਠੀ ਕਦੇ ਕਦਾਈ ਆਉਂਦੀ ਰਹਿੰਦੀ ਹੈ। ਕੀ ਹਾਲ ਚਾਲ ਨੇ? ਰਾਜੀ ਖੁਸ਼ੀ ਨੇ। ਸੁਣਾ ਫਿਰ ਕੋਈ ਆਰ ਪਾਰ ਕੀਤਾ ਨੇ ਕਿ ਨਹੀਂ ਤੇਰਾ? ਆਂਦਾ ਜੋ ਸਾਕ ਲੱਭਣ ਡਏ ਹੋਏ ਨੇ। ਮਿੱਟੀ ਖੋਤਰਨ ਵਾਲੇ ਤੀਲੇ ਦੀ ਚੁੰਝ ਨੂੰ ਦੰਦਾਂ ਨਾਲ ਚਿੱਥਦਾ ਹੋਇਆ ਮੰਗਤੂ ਬੋਲਿਆ, ਲੱਗੇ ਤੇ ਹੋਏ ਨੇ ਪਰ ਅਜੇ ਤੋੜੀ ਕਿਤੇ ਕੰਮ ਬਣਿਆ ਨਹੀਂ ਜਾਪਦਾ। ਪਿਛਲੀ ਚਿੱਠੀ 'ਚ ਲਿਖਿਆ ਸਾਨੇ ਆਖੇ ਇੱਕ ਥਾਂ ਗੱਲ ਕੱਥ ਹੁੰਦੀ ਪਈ ਏ, ਕੁੜੀ ਵਾਲੇ ਪਰ ਅਜੇ ਤੋੜੀ ਖੁਣਸਾਂ ਪੁੱਟੀ ਜਾਂਦੇ ਨੇ, ਵੇਖੀਏ ਜੇ ਤੋੜ ਚੜ ਜਾਏ ਫੇਰ ਤੇ ਬਈ। ਕਿਰਪੇ ਨੇ ਮੁਸਕਣੀ ਲੈ ਕੇ ਕਿਹਾ, ਰਤਾ ਤਗੜਿਆ ਹੋ ਕੇ ਮਿਹਨਤ ਲੋੜੀਂਦੀ ਏ ਤੈਨੂੰ। ਅੱਗੇ ਹੋਰ ਗੱਲ ਸੀ ਬੱਲਿਆ, ਪਿਓ ਸੀ ਤੇਰੇ ਸਿਰ ਤੇ, ਹੁਣ ਤੂੰ ਕੱਲਾ ਕਲਾਪਾ ਏ। ਸ਼ੂਕਿਆਂ ਬਾਂਕਿਆਂ ਵਾਲੀਆਂ ਖੋਈ ਛੱਡ ਦੇ ਤੇ 4 ਪੈਸੇ ਜੋੜਨ ਦੀ ਜਾਚ ਸਿੱਖ। ਵਿਆਹ ਕਿਤੇ ਐਵੇਂ ਥੋੜਾ ਹੀ ਹੋ ਜਾਂਦੇ ਨੇ, ਦਮਾਂ ਦੀਆਂ ਬੋਰੀਆਂ ਲੱਗਦੀਆਂ ਨੇ, ਬੋਰੀਆਂ। ਤੇ ਕਿਰਪੇ ਦੀ ਮੁਸਕਰਾਹਟ ਉੱਚੇ ਕਹਿ 'ਚ ਬਦਲ ਗਈ। ਉਵੇਂ ਹੀ ਕਿਰਪੇ ਪਾਸ ਬੈਠਾ ਉਹ ਚੋਖਾ ਚਿਰ ਗੱਲੇ ਲੱਗਾ ਰਿਹਾ। ਕਿਰਪਾ ਜਿਹੜਾ ਪਿਆਜ਼ ਦੀ ਚਟਨੀ ਜਾਂ ਗੁੜ ਦੀ ਰੋੜੀ ਨਾਲ ਰੋਟੀ ਖਾ ਲੈਂਦਾ ਸੀ, ਪ੍ਰਾਹੁਣਾਚਾਰੀ ਲਈ ਲਾਗਲੇ ਤੰਦੂਰ ਤੋਂ ਜਾ ਕੇ ਆਨੇ ਦੀ ਦਾਲ ਲੈ ਆਇਆ। ਮੰਗਤੂ ਨੇ ਬਥੇਰੀ ਨਾਂਹ ਨੁੱਕਰ ਕੀਤੀ ਪਰ ਤਾਏ ਕਿਰਪੇ ਦੀ ਗੱਲ ਉਹਨੂੰ ਮੰਨਣੀ ਪਈ। ਰੋਟੀ ਖਾ ਚੁੱਕਣ ਤੋਂ ਬਾਅਦ ਮੰਗਤੂ ਨੇ ਥਾਂ ਦੀ ਤੰਗੀ ਦਾ ਜ਼ਿਕਰ ਛੇੜ ਦਿੱਤਾ। ਬੜਾ ਔਖਾ ਵਾਂ ਤਾਇਆ, ਇੱਕ ਨਿੱਕੀ ਜਿਹੀ ਕੋਠੜੀ 'ਚ 4-5 ਬੰਦੇ ਟੱਕੇ ਹੋਏ ਆ। ਤੇ ਜਵਾਬ 'ਚ ਕਿਰਪੇ ਨੇ ਬੜੀ ਉਦਾਰਤਾ ਨਾਲ ਕਿਹਾ, ਤੇ ਬੱਲਿਆ ਤੂੰ ਇੱਥੇ ਕਿਉਂ ਨਹੀਂ ਆ ਜਾਂਦਾ? ਤੂੰ ਕੋਈ ਓਪਰਾ ਹੈ ਮੈਨੂੰ? ਜਿਹਾ ਤੂੰ ਚੇਤੂ ਦਾ ਪੁੱਤਰ ਤੇਹਾ ਮੇਰਾ, ਚੁੱਕ ਲਿਆ ਜਾ ਕੇ ਆਪਣਾ ਨਿੱਕ ਸੁੱਕ ਉੱਥੋਂ। ਤਾਏ ਕਿਰਪੇ ਦੀ ਉਦਾਰਤਾ ਨੇ ਮੰਗਤੂ ਦੇ ਅੰਦਰੋਂ ਸਾਰੀਆਂ ਚੀਸਾਂ ਜਿਵੇਂ ਖਿੱਚ ਲਈਆਂ। ਉਹਨੇ ਰਾਤ ਉੱਥੇ ਗੁਜ਼ਾਰੀ ਤੇ ਦੂਜੇ ਦਿਨ ਮੂੰਹ ਨੇਰੇ ਜਾ ਕੇ ਆਪਣਾ ਲਟਾਪਟਾ ਚੁੱਕ ਲਿਆਇਆ। ਜਿਨ੍ਹਾਂ ਲੋਕਾਂ ਦੀ ਮੌਜੂਦਗੀ 'ਚ ਉਸ ਮਾਰ ਖਾਧੀ ਸੀ, ਉਹਨਾਂ ਦੇ ਸਾਹਮਣੇ ਹੋਣਾ ਉਹਨੂੰ ਮੌਤ ਲੱਗਦੀ ਸੀ। ਉਸੇ ਦਿਨ ਤੋਂ ਮੰਗਤੂ ਕੋਈ ਇੱਜ਼ਤ ਵਾਲਾ ਕੰਮ ਢੂੰਡਣ 'ਚ ਰੁੱਝ ਗਿਆ। ਰੁਪਏ ਉਸ ਪਾਸ 35-40 ਦੇ ਲਗਭਗ ਹੈ ਸਨ, ਜੋ ਭੈਂਸੇ ਸਰਦਾਰ ਵੱਲ ਉਹਦੀਆਂ ਦਿਹਾੜੀਆਂ ਨਾ ਮਾਰੀਆਂ ਜਾਂਦੀਆਂ ਤੇ ਇਸ ਵੇਲੇ ਉਹਦੇ ਬਟੂਏ 'ਚ 80 ਦੇ ਲਗਭਗ ਰਕਮ ਹੁੰਦੀ। ਜੇਠ ਦੀਆਂ ਸੜਦੀਆਂ ਧੁੱਪਾਂ 'ਚੋਂ ਸਾਰਾ ਦਿਨ ਸ਼ਹਿਰ 'ਚ ਚੱਕਰ ਕੱਟਦਾ ਰਹਿੰਦਾ, ਜਿੱਥੇ ਕਿਤੇ ਕੰਮ ਦੀ ਭਾਲ ਕਰਦਾ ਫਿਰਿਆ ਪਰ ਵਿਅਰਥ। ਉਹਦਾ ਇਹ ਘਮੰਡ ਕੇ ਮਿਹਨਤ ਮਜ਼ਦੂਰੀ ਦਾ ਕੀ ਇਹ ਬੰਦਾ ਜਦੋਂ ਵੀ ਚਾਹੇ ਲੱਭ ਸਕਦਾ, ਲਗਭਗ ਨਿਰਾਸ਼ਾ 'ਚ ਬਦਲ ਚੁੱਕਾ ਸੀ। ਉਹਦੀ ਸਮਝ 'ਚ ਆਇਆ ਕਿ ਇੱਕ ਓਪਰੇ ਤੇ ਅਜਨਬੀ ਆਦਮੀ ਨੂੰ, ਫਿਰ ਮੱਸ ਫੁੱਟਵੇਂ ਗਬਰੀਟ ਨੂੰ, ਬਿਨਾਂ ਕਿਸੇ ਵਾਕਫੀ ਵਸੀਲੇ ਤੋਂ ਕੰਮ ਲੱਭਣਾ ਅਸੰਭਵ ਦੇ ਬਰਾਬਰ ਹੈ। ਸਭਨੀ ਪਾਸੇ ਉਹਦੀ ਨਿਗਾਹ ਫਿਰਦੀ ਫਿਰਦੀ ਛੇਕੜ ਰਿਕਸ਼ਾ ਵਾਹੁਣ ਦੇ ਕੰਮ ਤੇ ਜਾ ਰੁਕੀ। ਇਹ ਕੰਮ ਉਹਨੂੰ ਇੱਜ਼ਤ ਵਾਲਾ ਵੀ ਜਾਪਦਾ ਸੀ ਤੇ ਸੌਖਾ ਵੀ। ਨਾ ਕਿਸੇ ਦੀ ਹੈ ਨਾ ਕਿਸੇ ਦੀ ਖੈਖ ਹੈ। ਮਾਲਕ ਨੂੰ ਮਿੱਥਵੀਂ ਰਕਮ ਦੇ ਛੱਡਣੀ ਤੇ ਬਾਕੀ ਦੀ ਖੱਟੀ ਕਮਾਈ ਆਪਣੀ। ਸਾਰਾ ਦਿਨ ਸਾਈਕਲ ਦੀ ਸਵਾਰੀ ਝੁੰਗੇ 'ਚ। ਰਿਕਸ਼ਾ ਚਲਾਉਣ ਦੀ ਧੁਨ ਇਸ ਬੁਰੀ ਤਰ੍ਹਾਂ ਉਹਦੇ ਸਿਰ ਤੇ ਸਵਾਰ ਹੋਈ ਕਿ ਉਹਨੇ ਨਾ ਦਿਨ ਨੂੰ ਦਿਨ ਵੇਖਿਆ ਨਾ ਰਾਤ ਨੂੰ ਰਾਤ। ਰਿਕਸ਼ਾ ਬਣਾਉਣ ਵਾਲੀਆਂ ਵਰਕਸ਼ਾਪਾਂ ਤੋਂ ਲੈ ਕੇ ਰਿਕਸ਼ਾ ਮਾਲਕਾਂ ਤੱਕ ਉਹਨੇ ਦੌੜ ਭੱਜ ਕੀਤੀ, ਪਰ ਕਿਤੇ ਵੀ ਉਹਦੀ ਆਸ ਪੂਰੀ ਨਾ ਹੋਈ। ਖਾਸ ਕਰਕੇ ਇਸ ਲਈ ਕਿ ਇਹਨੇ ਦਿਨੀ ਇੱਕ ਤੋਂ ਜ਼ਿਆਦਾ ਉੱਪਰੇ ਰਿਕਸ਼ੇ ਕੁਲੀ ਮਾਲਕਾਂ ਦੀਆਂ ਗੱਡੀਆਂ ਲੈ ਕੇ ਪੱਤਰਾਵਾਚ ਗਏ ਸਨ ਜਾਂ ਕਿਸੇ ਐਕਸੀਡੈਂਟ ਦਾ ਫਲ ਸਰੂਪ ਤੋੜ ਭੰਨ ਕੇ ਸੁੱਟ ਗਏ ਸਨ। ਇੱਧਰੋਂ ਨਿਰਾਸ਼ ਹੋ ਕੇ ਉਹਨੇ ਰਿਕਸ਼ਾ ਕੁਲੀਆਂ ਨਾਲ ਯਾਰੀ ਗੰਢਣੀ ਸ਼ੁਰੂ ਕੀਤੀ। ਉਹਨਾਂ ਦੇ ਡੇਰਿਆਂ ਤੇ ਫਿਰ ਕੇ ਛੇਕੜ ਇਸ 'ਚ ਉਹਨੂੰ ਕੁਝ ਸਫਲਤਾ ਹੋਈ। ਉਸ ਪਾਸ ਹੋਰ ਕੋਈ ਗੁਣ ਹੋਵੇ ਨਾ ਹੋਵੇ, ਦੋਸਤੀ ਪਾਉਣ ਦੇ ਹੁਨਰ 'ਚੋਂ ਅੱਛੀ ਖਾਸੀ ਮੁਹਾਰਤ ਰੱਖਦਾ ਹੈ। ਕਿਸੇ ਓਪਰੇ ਬੰਦੇ ਨਾਲ 2 ਘੜੀਆਂ ਗੱਲਾਂ ਕਰਨ ਤੋਂ ਬਾਅਦ ਉਹਦੇ ਦਿਲ 'ਚ ਵਸ਼ ਕੁਛ ਨਾ ਕੁਛ ਤਾਂ ਬਣਾ ਲੈਂਦਾ ਹੈ। ਇੱਕ ਰਿਕਸ਼ਾ ਕੁਲੀ ਦੀ ਮਦਦ ਨਾਲ ਉਹਨੂੰ $1.5 ਦਿਹਾੜੀ ਤੇ ਇੱਕ ਪੁਰਾਣੀ ਗੱਡੀ ਮਿਲ ਗਈ ਤੇ ਬੜੇ ਚਾਈਂ ਉਹਨੇ ਆਪਣੇ ਨਵੇਂ ਕੰਮ ਦਾ ਸਿਰੀ ਗਣੇਸ਼ ਆਰੰਭਿਆ। ਪਰ 2-4 ਦਿਨਾਂ 'ਚ ਹੀ ਉਹਨੂੰ ਪਤਾ ਲੱਗ ਗਿਆ ਕਿ ਇਹ ਕੰਮ ਉਹਨੂੰ ਉੱਤੋਂ ਜਿੰਨਾ ਸੌਖਾ ਤੇ ਇੱਜ਼ਤ ਵਾਲਾ ਨਜ਼ਰੀ ਆਉਂਦਾ ਸੀ, ਅੰਦਰੋਂ ਓਨਾ ਹੀ ਔਖਾ ਤੇ ਜਿੱਲਤ ਭਰਿਆ। ਅਵਲ ਤਾਂ ਗੱਡੀ ਐਸੀ ਮਨਹੂਸ ਉਹਦੇ ਪੱਲੇ ਪਈ ਜਿਹੜੀ ਅਧਰੰਗ ਮਾਰੇ ਰੋਗੀ ਵਾਂਗ ਕਦੀ ਵੀ ਰੁਕ ਸਿਰ ਨਹੀਂ ਸੀ ਚੱਲਦੀ। ਫਿਰ ਭਾਰੀ ਇੰਨੀ ਕਿ ਚਲਾਉਂਦਿਆਂ ਉਹਦੀਆਂ ਲੱਤਾਂ ਨੂੰ ਖੱਲੀਆਂ ਪੈ ਜਾਂਦੀਆਂ। ਇਸ ਉੱਤੇ ਵਾਧਾ ਇਹ ਕਿ ਗੱਡੀ ਦੀ ਕੋਈ ਨਾ ਕੋਈ ਹੱਡੀ ਪਸਲੀ ਉਤਰੀ ਰਹਿੰਦੀ।
कदी चेन लथ गया, कदी ट्यूब का पटाका बोल गया, कदी ब्रेकां बेकार, कदी मडगाड़ ढिलक गया। मुरम्मत, एक्सीडेंट, जान चलान आदि जिम्मेवारी मालक ने उहदे सिर ते पाई सी। फिर बॉडी दे टप दा इह हाल कि जंटलमैन सवारी दा तां उहनूं तक के ही जी मतलाउण लग पैंदा सी। बाकी रिहा इज्जत वाले पेशे का सवाल, यह भी निरापुरा उस लई भुलेखा ही साबित होया। पहली गल तां यह कि किसी अड्डे ते चंगे टिकाणे गड्डी खड़न करन ते दरोगे दीयां गालां तो बचण लई कुछ ना कुछ हत्थों झाड़ना पैंदा सी। जे छां दे ਲੱਭ ਜਾਂ रुकावट दूर ਕਰਨ ਲਈ अथवा सवारी ਦੀ ਆਸ ਚੋਂ ਗੱਡੀ ਕਿਸੇ ਦੁਕਾਨ ਲਾਗੇ ਖੜੀ ਕਰਦਾ ਤਾਂ ਦੁਕਾਨਦਾਰ ਦੀਆਂ ਸਲਵਾਤਾਂ ਵੱਖ ਸੁਣਨੀਆਂ ਪੈਂਦੀਆਂ। ਉੱਤੋਂ ਇਹ ਟੰਟਾ ਕਿ ਉਹਦੀ ਗੱਡੀ ਵੱਲ ਸਵਾਰੀ ਆਉਂਦੀ ਘੱਟ ਵੱਧ ਸੀ। ਜੇ ਕੋਈ ਟੁੱਟੀ ਖੁੱਸੀ ਆਉਂਦੀ ਵੀ ਤਾਂ ਪੌਲੀ ਦੀ ਥਾਂ ਦੁਆਨੀ ਦੀ ਥਾਂ ਨਾ ਦੇਣ ਵਾਲੀਆਂ ਬਾਜੀਆਂ ਸਵਾਰੀਆਂ ਤਾਂ ਉਹਨੂੰ ਐਸੀਆਂ ਬੇਰਹਿਮੀ ਦਾ ਅਵਤਾਰ ਟੱਕਰਦੀਆਂ ਕਿ ਪੁਲ ਦੀ ਸਖਤ ਚੜ੍ਹਾਈ ਵੇਲੇ ਵੀ ਰਿਕਸ਼ਾ ਤੋਂ ਉਤਰ ਕੇ 10 ਕਦਮ ਤੁਰਨ ਦਾ ਨਾਂ ਨਹੀਂ ਸੀ ਲੈਂਦੀਆਂ। ਥੋੜ੍ਹੇ ਹੀ ਚਿਰ 'ਚ ਮੰਗਤੂ ਦਾ ਦਿਲ ਅੱਕ ਗਿਆ। ਜੇਠ ਹਾੜ ਦੀ ਧੁੱਪ 'ਚ ਦਿਨ ਰਾਤ ਦੀ ਮਾਰੋ ਮਾਰ ਤੋਂ ਬਾਅਦ ਅਸੀਂ ਮਸਾਂ 2.5-3 ਰੁਪਏ ਉਹ ਪੈਦਾ ਕਰਦਾ, ਜਿਸ ਤੋਂ 1.5-2 ਰੁਪਇਆ ਮਾਲਕ ਦਾ 6-8 ਆਨੇ ਮੁਰੰਮਤ ਵਾਲੇ ਦੀ ਭੇਟਾ ਹੋ ਜਾਂਦੇ ਤੇ 1.5-2 ਆਨਿਆਂ ਦਾ ਤੇਲ ਬਲ ਜਾਂਦਾ। ਕੁਝ ਨਾ ਕੁਝ ਅੱਡੇ ਦੇ ਦਰੋਗਿਆਂ ਨੂੰ ਚੜਾਉਣਾ ਪੈਂਦਾ। ਇਸੇ ਤਰ੍ਹਾਂ ਲਾ ਪਾ ਕੇ ਉਸ ਪਾਸ ਰਹਿ ਜਾਂਦੇ ਮਸੇ ਥੇਲੀ 12 ਆਨੇ, ਕਦੇ ਕਦੇ ਇੰਨੇ ਵੀ ਨਾ। ਇਸ ਨਗੂਣੀ ਆਮਦਨੀ 'ਚ ਵਾਧਾ ਕਰਨ ਲਈ ਉਹ ਅਕਸਰ ਪ੍ਰਭਾਤ ਵੇਲੇ ਡੇਰਿਓਂ ਨਿਕਲ ਪੈਂਦਾ ਸੀ। ਰਾਤੀ 12-1 ਵਜੇ ਮੁੜਦਾ। ਉਹਦਾ ਖਿਆਲ ਸੀ ਹਨੇਰੇ ਸਵੇਰੇ ਸਵਾਰੀ ਆਮ ਮਿਲ ਜਾਂਦੀ ਹੈ, ਰਿਕਸ਼ਾ ਘੱਟ ਹੈ। ਪਰ ਉਸੇ ਵਾਂਗ ਦੂਜੇ ਰਿਕਸ਼ਾ ਕੁਲੀ ਵੀ ਤਾਂ ਇਹੋ ਸੋਚਦੇ ਸੀ। ਫਲ ਰੂਪ ਉਸ ਲਈ ਉਹੀ ਗੱਲ ਹੋਈ ਕਿ ਸਰਹੰਦੀ 100 ਪੁਆਂਦੀ 100 ਲੱਕ ਵਿੱਚ ਘਾਰ ਹੀ ਰਹੇਗਾ। ਜਿਉਂ-ਜਿਉਂ ਦਿਨ ਬੀਤੀ ਜਾਂਦੇ ਉਹਨੂੰ ਮਹਿਸੂਸ ਹੁੰਦਾ ਜਿਵੇਂ ਇਹ ਰਿਕਸ਼ਾ ਉਹਦੀ ਲਹੂ ਦੀਆਂ ਚੂਲੀਆਂ ਭਰ ਕੇ ਪੀਵੀ ਜਾ ਰਹੀ ਹੈ। ਇਹ ਉਹ ਲਈ ਐਸੀ ਵਬਾਲ ਬਣ ਟੱਕਰੀ ਜਿਹਨੂੰ ਉਹ ਜਿੰਨਾ ਜ਼ੋਰ ਲਾ ਕੇ ਚਲਾਉਂਦਾ ਉਨੀ ਤੇਜ਼ੀ ਨਾਲ ਉਹਦਾ ਆਪਣਾ ਸਾਹ ਸੱਤ ਮੁੱਕਦਾ ਚਲਾ ਜਾਂਦਾ। ਕਦੀ ਕਦੀ ਉਹਦਾ ਜੀਅ ਕਰਦਾ ਇਸ ਨਾਮੁਰਾਦ ਖੜਖੜੇ ਨੂੰ ਕਿਸੇ ਪੁਲ ਦੇ ਉੱਤੋਂ ਰੇੜ ਕੇ ਆਪ ਕਿਸੇ ਪਾਸੇ ਭੱਜ ਜਾਏ। ਪਰ ਇਹ ਵੀ ਕਿਵੇਂ ਕਰਦਾ ਜਦ ਕਿ ਉਹ ਤਾਈ ਕਿਰਪੇ ਪਾਸ ਬੜੀਆਂ ਫੜਾ ਮਾਰ ਚੁੱਕਾ ਸੀ। ਕਿਰਪੇ ਤੋਂ ਛੋਟੋ ਉਸਤਾਦ ਆਨੰਦ ਸਿੰਘ ਪਾਸ ਹੋਈ। ਉਧਰ ਮਾਸੜ ਨੂੰ ਉਹਨੇ ਚਿੱਠੀ ਲਿਖਿਆ ਸੀ ਕਿ ਉਹਦੇ ਰਿਕਸ਼ੇ ਦਾ ਰੋਜ਼ਗਾਰ ਖੂਬ ਘੁੱਕਿਆ ਹੋਇਆ, ਬਸ ਵਿਆਹ ਦਾ ਬੰਦੋਬਸਤ ਜਲਦੀ ਕਰੋ। ਪਰ ਜੇ ਨੱਸ ਕੇ ਜਾਵੇ ਤਾਂ ਜਾਵੇ ਕਿਤੇ, ਉਸ ਲਈ ਤਾਂ ਹਰ ਥਾਂ ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ ਵਾਲਾ ਹਾਲ ਸੀ। ਨਤੀਜੇ ਦੇ ਤੌਰ ਤੇ ਉਹਦੀ ਸਿਹਤ ਦਿਨੋਂ ਦਿਨ ਵਿਗੜਨੀ ਸ਼ੁਰੂ ਹੋ ਗਈ। ਸਾਰਾ ਦਿਨ ਉਹਦਾ ਮੁੜਕਾ ਵਗੀ ਜਾਂਦਾ, ਪਿਆਸ ਨਾਲ ਸੰਗ ਸੁੱਕੀ ਜਾਂਦਾ ਤੇ ਜਿੰਨਾ ਪਾਣੀ ਪੀਂਦਾ ਮੁੜ ਕੇ ਥਾਣੀ ਨਿਕਲ ਜਾਂਦਾ। ਪਿਆਸ ਫੇਰ ਉਵੇਂ ਦੀ ਉਵੇਂ। ਕਦੀ ਥਕਾਵਟ ਤੇ ਗਰਮੀ 'ਚ ਕੰਮ ਕਰਦੇ ਰਹਿਣ ਕਰਕੇ ਰਾਤੀ ਉਹਨੂੰ ਹਰਾਰਤ ਜਿਹੀ ਵੀ ਮਹਿਸੂਸ ਹੁੰਦੀ। ਕਈ ਵਾਰ ਉਹਨੂੰ ਸੁੱਤੇ ਨੂੰ ਹੂੰਗਰਦਿਆਂ ਸੁਣ ਕੇ ਕਿਰਪਾ ਪੁੱਛਦਾ ਕਿ ਉਹ ਮੰਗਤੇ ਆ ਕੀ ਗੱਲ ਹੈ, ਤੇ ਮੰਗਤਾ ਖੂਬ ਤਕੜੀ ਆਵਾਜ਼ ਜਵਾਬ ਦਿੰਦਾ, ਕੁਝ ਨਹੀਂ ਤਾਇਆ, ਖੈਰ ਮੇਰੇ। ਕਦੀ ਕਿਰਪਾ ਉਹਨੂੰ ਪੁੱਛਦਾ, ਸੁਣਾ ਮੰਗਤਿਆ ਕਿੰਨਾ ਕੁ ਕਮਾ ਲੈਣਾ ਰਿਸ਼ਕੇ 'ਚੋਂ? ਤਾਂ ਜਵਾਬ ਦਿੰਦਾ, ਬੜਾ ਚੰਗਾ ਚੱਲ ਰਿਹਾ ਤਾਇਆ, ਮਾਲਕ ਦੇ ਪੈਸੇ ਦੇ ਕੇ 3-4 ਰੁਪਏ ਰੋਜ਼ ਦੇ ਬਣ ਜਾਂਦੇ ਨੇ। ਇੱਕ ਦਿਨ ਭਖਦੀ ਦੁਪਹਿਰੇ ਜਦੋਂ ਮੰਗਤੂ 2 ਮੋਟੀਆਂ ਫੋਸੜ ਸਵਾਰੀਆਂ ਲੱਦੀ ਸ਼ਹਿਰ ਵੱਲ ਆ ਰਿਹਾ ਸੀ ਤਾਂ ਉਹਨੂੰ ਜਾਪਿਆ ਜਿਵੇਂ ਜੁੱਤੀ 'ਚ ਉਹਦੇ ਪੈਰ ਤਪ ਰਹੇ ਨੇ। ਪਹਿਲਾਂ ਤਾਂ ਉਸ ਖਿਆਲ ਕੀਤਾ ਇਹ ਧੁੱਪ ਦਾ ਅਸਰ ਹੈ, ਪਰ ਜਦੋਂ ਸੇਕ ਪੈਰਾਂ ਵੱਲੋਂ ਚੜ੍ਹਦਾ ਉਹਦੀਆਂ ਅੱਖਾਂ 'ਚੋਂ ਜਾ ਨਿਕਲਿਆ, ਨਾਲ ਹੀ ਉਹਦੀਆਂ ਲੱਤਾਂ ਨੂੰ ਅਚਵੀ ਹੋਣ ਲੱਗੀ ਤਾਂ ਉਹਨੂੰ ਬੁਖਾਰ ਦਾ ਯਕੀਨ ਹੋ ਗਿਆ। ਅੱਡੇ ਤੇ ਪਹੁੰਚ ਕੇ ਉਹਦੀ ਸਲਾਹ ਹੋਈ ਗੱਡੀ ਮਾਲਕ ਦੇ ਹੱਥ 'ਚ ਖੜੀ ਕਰਕੇ ਉਹ ਡੇਰੇ ਜਾ ਲੇਟੇ। ਪਰ ਜਦੋਂ ਉਹਨੇ ਜੇਬ ਗਿਣੀ ਤਾਂ ਕੁੱਲ 1 ਰੁਪਇਆ 10 ਆਨੇ ਨਿਕਲੇ। ਸੋਚਣ ਲੱਗਾ ਅਜੇ ਤਾਂ ਮਸੇ ਮਾਲਕ ਦਾ ਹੀ ਕੰਮ ਪੂਰਾ ਹੋਇਆ। ਫਿਰ ਵੀ ਅੱਜ ਉਹਦਾ ਰੂਹ ਜਰਕ ਰਿਹਾ ਸੀ ਹੋਰ ਕੰਮ ਕਰਨੋਂ, ਤੇ ਛੇਕੜੋ ਗੱਡੀ ਨੂੰ ਹੱਥ 'ਚ ਛੱਡਣ ਲਈ ਤੁਰ ਪਿਆ। ਕੁਛ ਹੀ ਦੂਰ ਗਿਆ ਸੀ ਕਿ ਸਾਹਮਣੇ ਇੱਕ ਖੂਬ ਭਾਰੀ ਤੌਂਦ ਵਾਲਾ ਅੰਮ੍ਰਿਤਸਰੀਆ ਲਾਲਾ ਆ ਨਿਕਲਿਆ। ਉਹ ਰਿਕਸ਼ਾ। ਮੰਗਤੂ ਨੇ ਬ੍ਰੇਕਾਂ ਲਾ ਲਈਆਂ। ਉਹ ਲਾਲਾ ਜੀ, ਭਾਰ ਲੱਦੇਗਾ? ਲੱਦ ਲਵਾਂਗਾ ਜੀ। ਕਿੰਨਾ ਕੁ ਹੈ? ਇਹੋ 1.5 ਮਣ, ਹੋਰ ਕਿਤੇ ਗੱਡੇ ਦਾ ਤੇ ਨਹੀਂ। ਕੀ ਲਵੇਂਗਾ? ਕਿੱਥੇ ਚੱਲਣਾ ਜੇ ਜੀ? ਪੱਕੇ ਬਾਗ ਦਾ ਨਾਂ ਸੁਣਦਿਆਂ ਮੰਗਤੂ ਦੇ ਅੰਦਰ ਹੌਲ ਜਿਹਾ ਪਿਆ। ਪੂਰਾ 2.5 ਮੀਲ ਪੈਂਡਾ ਸੀ, ਪਰ ਭੈੜਾ ਪੈਣਾ ਉਸ ਨਹੀਂ ਸੀ ਸਿੱਖਿਆ। ਜੋ ਜੀ ਕਰੇ ਦੇ ਜਾਣਾ। ਉਸ ਪੂਰੇ ਹੌਸਲੇ 'ਚ ਕਿਹਾ, ਬੋਲ ਪਹਿਲਾਂ ਖਰੀ ਕੀਤੀ ਚੰਗੀ ਹੁੰਦੀ, ਮਗਰੋਂ ਮਾਈਆਂ ਅੜੀਅਲ ਟੱਟੂ ਵਾਂਗ ਤੁਸੀਂ ਲੋਕ ਪਸਰ ਬਹਿੰਦੇ ਜੇ। ਥੇਲੀ ਦੇ ਦੇਣੀ ਜੀ। ਹੱਲਾ ਹਵੇਲੀ ਨਾ ਦੇ ਦਿਆਂ ਤੈਨੂੰ ਸ਼ੁਦਾਈ। ਤੇ ਲਾਲਾ ਗਾਂਹ ਤੁਰ ਪਿਆ। ਅੱਛਾ ਤੁਸੀਂ ਕੀ ਦਿਓਗੇ? ਉਸ ਮਗਰੋਂ ਆਵਾਜ਼ ਮਾਰੀ। 4 ਆਨੇ। ਲਾਲੇ ਨੇ ਹੱਥ ਦੀਆਂ 4 ਉਂਗਲਾਂ ਦਿਖਾਉਂਦਿਆਂ ਕਿਹਾ। ਚਲੋ 6 ਆਨੇ ਦੇ ਦੇਣੇ। ਪੈਂਡਾ ਵੀ ਤੇ ਜੀ 3 ਮੀਲ ਪੱਕਾ ਹੈ। 3 ਮੀਲ ਨਾ 30 ਮੀਲ। ਮਾਈ ਆਵਾਜ਼ ਮਾਰੋ ਤੇ ਪੱਕੇ ਬਾਗ ਪਹੁੰਚਦੀ ਹੈ। ਅੱਛਾ ਮੋੜ।
ਤੇ ਲਾਲਾ ਆਪਣੀ ਲਮਕਦੀ ਗੋਗੜ ਸਮੇਤ ਰਿਕਸ਼ੇ ਤੇ ਸਵਾਰ ਹੋ ਗਿਆ। ਕਿੱਥੋਂ ਲੱਗਣਾ ਜੀ? ਤੁਰਿਆ ਚੱਲ, ਦੱਸਣਾ ਵਾ। ਸਰੀਰ ਦਾ ਉਤਲਾ ਹਿੱਸਾ ਗਾਂ ਨੂੰ ਉਲਾਰ ਕੇ ਮੰਗਤੂ ਪੈਡਲਾਂ ਨੂੰ ਪੂਰੇ ਜ਼ੋਰ ਨਾਲ ਦਬਾਈ ਜਾ ਰਿਹਾ ਸੀ। ਉਹਦੀਆਂ ਲੱਤਾਂ ਦੀ ਅਚਵੀ ਤੇ ਅੱਖਾਂ ਦੀ ਤਪਸ਼ 'ਚ ਹੋਰ ਵਾਧਾ ਹੋਈ ਜਾਂਦਾ ਸੀ। ਜੁੱਤੀ ਵਿੱਚ ਉਹਦੇ ਪੈਰ ਹੁਣ ਇੰਝ ਸੜ ਰਹੇ ਸੀ ਜਿਵੇਂ ਚਮੜੇ ਦੀ ਨਾ ਹੋ ਕੇ ਤਾਂਬੇ ਦੀ ਬਣ ਗਈ ਹੋਵੇ। ਥੋੜ੍ਹੀ ਦੂਰ ਜਾ ਕੇ ਉਹਨੇ ਸਵਾਰੀ ਦੇ ਇਸ਼ਾਰੇ ਨਾਲ ਗੱਡੀ ਨੂੰ ਇੱਕ ਗੋਦਾਮ ਵੱਲ ਮੋੜਿਆ। ਲਾਲੇ ਨੇ ਉਤਰ ਕੇ ਆਵਾਜ਼ ਦਿੱਤੀ, ਲਿਆਏ ਮੁੰਡਿਆ, ਰੱਖ ਚੁਕਵਾ ਕੇ। ਤੇ ਫਿਰ ਦੋ ਮਜ਼ਦੂਰਾਂ ਨੇ ਪੂਰੇ ਜ਼ੋਰ ਨਾਲ ਸੋਡਾ ਵਾਟਰ ਦਾ ਗੈਸ ਸਿਲੰਡਰ ਅੱਗੋਂ ਪਿੱਛੋਂ ਚੁੱਕ ਕੇ ਰਿਕਸ਼ਾ ਵੱਲ ਲਿਆ ਟਿਕਾਇਆ, ਜਿਹਦਾ ਥਲਵਾਂ ਸਿਰਾ ਪਾਏਦਾਨ ਦੀ ਫੱਟੀ ਨਾਲ ਰੜਾ ਕੇ ਸੀਟ ਨਾਲ ਟੇਢਾ ਕਰਕੇ ਰੱਖ ਗਿਆ। ਇਹਨੂੰ ਵੇਖ ਕੇ ਮੰਗਤੂ ਦੇ ਅੰਦਰੋਂ ਇੱਕ ਸਹਿਮੀ ਜਿਹੀ ਆਵਾਜ਼ ਉੱਠੀ, ਇਹ 1.5 ਮਣ? ਤੇ ਫਿਰ ਉਹਨੇ ਆਪਣੀ ਗੱਡੀ ਵੱਲ ਤੇ ਨਾਲੇ ਆਪਣੀਆਂ ਲੱਤਾਂ ਵੱਲ ਤੱਕਦਿਆਂ ਸਵਾਰੀ ਨੂੰ ਕਿਹਾ, ਲਾਲਾ ਜੀ, ਇਹ ਤੇ 3 ਮਣਾਂ ਨਾਲੋਂ ਵੀ ਵੱਧ ਹੋਏਗਾ। ਇਹ ਮੱਕ ਜਿਹਾ, ਲਾਲਾ ਹੱਸਿਆ। ਮੈਂ ਝੂਠ ਬੋਲਦਾ ਪਿਆ? ਇਹੋ ਜਿਹੇ ਸਿਲੰਡਰ ਤੇ ਮੈਂ 3 ਲੱਦ ਲਈਦੇ ਨੇ ਰਿਕਸ਼ੇ 'ਚ। ਨਹੀਂ ਜੀ, ਇਹ ਨਹੀਂ ਜੇ ਜਾਣਾ ਮੇਰੇ ਕੋਲੋਂ। ਮੇਰਾ ਸਰੀਰ ਮਾੜਾ ਹੈ, ਨਾਲੇ ਗੱਡੀ ਵੀ ਐਵੇਂ ਮਾੜੀ ਜਿਹੀ ਹੈ। ਚੱਲ ਦਵਾਨੀ ਹੋਰ ਲੈ ਲਈ, ਮਰਦਾ ਨਾ ਜਾ ਐਵੇਂ। ਲਾਲੇ ਨੇ ਆਪਣੀ ਸਖਾਵਤ ਦਾ ਸਬੂਤ ਦਿੰਦਿਆਂ ਕਿਹਾ ਤੇ ਕਹਿੰਦਾ ਹੋਇਆ ਉਹ ਸੀਟ ਦੇ ਉਸ ਹਿੱਸੇ ਤੇ ਸੁੰਗੜ ਬੈਠਾ ਜਿਹੜਾ ਜਿੰਨਾ ਸਿਲੰਡਰ ਰੱਖਣ ਤੋਂ ਬਾਅਦ ਬਚਿਆ ਸੀ। ਇੱਕ ਵਾਰੀ ਫੇਰ ਇਨਕਾਰ ਕਰਨ ਲਈ ਮੰਗਤੂ ਨੇ ਕੁਝ ਸ਼ਬਦ ਆਪਣੇ ਅੰਦਰੋਂ ਟਟੋਲੇ, ਪਰ ਅਠਿਆਨੀ ਦੀ ਚਿੱਟੀ ਚਮਕੀਲੀ ਸ਼ਕਲ ਨੇ ਉਹਦੀਆਂ ਤਪਦੀਆਂ ਅੱਖਾਂ 'ਚ ਘੜੀ ਲਈ ਠੰਡਕ ਜਿਹੀ ਲੈ ਆਂਦੀ। ਉਹ ਪੈਡਲ ਤੇ ਲੱਤ ਰੱਖ ਕੇ ਕਾਠੀ ਤੇ ਸਵਾਰ ਹੋ ਗਿਆ ਤੇ ਜਦ ਗੱਡੀ ਨੂੰ ਉਸ ਖਿੱਚਣਾ ਸ਼ੁਰੂ ਕੀਤਾ, ਉਹਦੀਆਂ ਅੱਖਾਂ ਸਰੋਂ ਫੁੱਲਣ ਲੱਗੀ। ਕਾਠੀ ਤੋਂ ਚੁੱਕ ਕੇ ਉਹ ਪੈਡਲ ਉੱਤੇ ਸਿੱਧਾ ਖਲੋ ਗਿਆ। ਹੰਬਲੇ ਮਾਰ ਕੇ ਗੱਡੀ ਨੂੰ ਰੇੜਨ ਲੱਗਾ। ਉਹਨੂੰ ਜਾਪਦਾ ਜਿਵੇਂ ਗੱਡੀ ਦੇ ਨਾਲ ਉਹਦੇ ਪ੍ਰਾਣ ਵੀ ਖਿਚੀਂਦੇ ਜਾ ਰਹੇ ਹੋਣ। ਪੈਂਡਾ ਅਜੇ ਮਸੇ 3 ਕੁ ਫਰਲਾਂਗ ਹੀ ਮੁੱਕਿਆ ਸੀ, ਮੰਗਤੂ ਦਾ ਸਾਹ ਉਖੜਨਾ ਸ਼ੁਰੂ ਹੋ ਗਿਆ। ਉਹ ਜਿੰਨੀ ਵਾਰੀ ਪੈਡਲ ਤੇ ਲੱਤ ਚਲਾਉਂਦਾ, ਉਨੀ ਵਾਰੀ ਇੱਕ ਹੰਗੂਰ ਜਿਹੀ ਉਹਦੇ ਗਲੇ 'ਚੋਂ ਨਿਕਲਦੀ। ਉਹਦਾ ਖਿਆਲ ਸੀ ਕਿ ਪੈਡਲਾਂ ਤੇ ਸਿੱਧਾ ਖੜੇ ਹੋ ਕੇ ਚਲਾਉਣ ਨਾਲ ਉਹ ਸਵਾਰੀ ਨੂੰ ਟਿਕਾਣੇ ਪਹੁੰਚਾਉਣ 'ਚ ਕਾਮਯਾਬ ਹੋ ਜਾਏਗਾ, ਪਰ ਹੋਰ ਥੋੜ੍ਹੀ ਅੱਗੇ ਜਾ ਕੇ ਉਹਨੂੰ ਆਪਣੀਆਂ ਲੱਤਾਂ ਚੂਲਿਆਂ ਤੋਂ ਲੈ ਕੇ ਗਿੱਟਿਆਂ ਤੀਕ ਸੌਂਦੀਆਂ ਮਹਿਸੂਸ ਹੋਣ ਲੱਗੀਆਂ। ਗੱਡੀ ਦੀ ਤੋਰ ਪੈਰੋਂ ਪੈਰ ਸੁਸਤ ਹੋਈ ਜਾ ਰਹੀ ਸੀ ਤੇ ਸੁਸਤੀ ਤੋਂ ਕਾਹਲਿਆਂ ਪੈ ਕੇ ਸਵਾਰ ਨੇ ਦਬਕਾ ਮਾਰਿਆ, ਉਹ ਮੁੰਡਿਆ, ਰਿਕਸ਼ਾ ਚਲਾਨਾ ਹੈ ਕਿ ਖੇਡਾਂ ਕਰਨ ਡਿਆ? ਮਾਏ ਉੱਠ ਵਰਗਾ ਬੋਤੇ ਤੇਰਾ ਏ, ਜਵਾਨੀ ਦੇ ਰੇਤ ਤੇ ਫੱਕੇ, ਜ਼ੋਰ ਲਾ ਜ਼ਰਾ। ਉਹਦਾ ਖਿਆਲ ਸੀ ਫਟਕਾਰ ਜਾਂ ਹੱਲਾ ਸ਼ੇਰੀ ਇਸ 2 ਟੰਗੇ ਘੋੜੇ ਲਈ ਛਾਂਟੇ ਦਾ ਕੰਮ ਦੇਗੀ, ਪਰ ਗੱਡੀ ਦੀ ਚਾਲ 'ਚ ਨਾ ਮਾਤਰ ਵੀ ਤੇਜ਼ੀ ਨਾ ਆ ਸਕੀ। 2-2.5 ਫਰਲਾਂਗ ਹੋਰ ਅਗਾਂਹ ਜਾ ਕੇ ਮੰਗਤੂ ਨੂੰ ਜਾਪਣ ਲੱਗਾ ਜਿਵੇਂ ਉਹ ਰਿਕਸ਼ਾ ਕਿਸੇ ਸਖਤ ਨਿਵਾਣ ਨੂੰ ਲੁੜਕਦਾ ਜਾ ਰਿਹਾ। ਉਹਦੀਆਂ ਅੱਖਾਂ ਅੱਗੇ ਕਾਲੇ ਗੋਲ ਚੱਕਰ ਫਿਰ ਰਹੇ ਸਨ। ਛਾਤੀ ਜਿਵੇਂ ਪਾਟ ਕੇ ਦੁਫਾੜੋ ਚੱਲੀ ਸੀ। ਉਹਦੀਆਂ ਫੁੜਫੁੜੀਆਂ 'ਚ ਵਦਾਨ ਵੱਜ ਰਹੇ ਸਨ। ਮੱਥੇ ਦਾ ਮੁੜਕਾ ਚੋ ਕੇ ਉਹਦੀਆਂ ਅੱਖਾਂ 'ਚ ਪਈ ਜਾ ਰਿਹਾ ਸੀ, ਪਰ ਇਹਨੂੰ ਪੁੰਝਣ ਦੀ ਅੰਗ ਸੁਸਤ ਨਹੀਂ ਸੀ। ਗੱਡੀ ਦੀ ਰਫ਼ਤਾਰ ਜਦ ਘਟਦੀ ਕਈ ਕੀੜੀ ਦੀ ਤੋਰ ਤੇ ਆ ਗਈ ਤਾਂ ਇੱਕ ਵਾਰੀ ਫੇਰ ਸਵਾਰ ਚਲਾਇਆ, ਉਹ ਤੂੰ ਇੱਥੇ ਹੀ ਰੱਖਣਾ ਅੱਜ ਦੀ ਦਿਹਾੜੀ ਮੈਨੂੰ? ਉਧਰ ਮਸ਼ੀਨ ਤੇਰੀ ਜਾਨ ਨੂੰ ਰੋਂਦੀ ਹੋਏਗੀ। ਬੋਤਲਾਂ ਭਰਨ ਵਾਲਿਆਂ ਦੀ ਦਿਹਾੜੀ ਮਾਈ ਮੁਫ਼ਤ ਵਿੱਚ ਸਿਰ ਤੇ ਪੈ ਰਹੀ ਹੈ। ਇਹੋ ਤੇ ਦਿਨ ਹੁੰਦਾ ਸਾਡੇ ਲਈ 4 ਪੈਸੇ ਖੱਟਣ ਦਾ, ਜਦੋਂ ਧੁੱਪ ਦਾ ਕੜਾਕਾ ਵੱਜੇ। ਕੀ ਹੋ ਗਿਆ ਤੇਰੇ ਇਸ ਮਾਈ ਖੜਖੜੇ ਨੂੰ? ਮੰਗਤੂ 'ਚ ਭਾਵੇਂ ਇਸ ਵੇਲੇ ਸੁਣਨ ਸਮਝਣ ਦੀ ਸ਼ਕਤੀ ਨਾ ਮਾਤਰ ਹੀ ਬਾਕੀ ਰਹਿ ਗਈ ਸੀ, ਫਿਰ ਵੀ ਮਰਦਾਨਾ ਅਣਖ ਨੇ ਐਤਕਾਂ ਉਹਨੂੰ ਟੁੰਬਿਆ। ਉਹਨੇ ਇੱਕ ਪੂਰੇ ਝਟਕੇ ਨਾਲ ਪੈਡਲ ਨੂੰ ਦਬਾਇਆ, ਪਰ ਇਹਦਾ ਨਤੀਜਾ ਇਹ ਹੋਇਆ ਕਿ ਗੱਡੀ ਤੁਰਨ ਦੀ ਬਜਾਏ ਉੱਕਾ ਹੀ ਰੁਕ ਗਈ। ਫਰੀ ਵੀਲ ਦਾ ਦੰਦਾ ਟੁੱਟ ਜਾਣ ਕਰਕੇ ਚੇਨ ਉਤਰ ਕੇ ਹੇਠਾਂ ਸੜਕ ਨਾਲ ਘਸਰਨ ਲੱਗ ਪਿਆ। ਜਾ ਤੇਰੀਆਂ ਬੇੜੀਆਂ 'ਚ ਵੱਟੇ, ਸਵਾਰੀ ਸੜੀ ਭੁੱਜੀ ਆਵਾਜ਼ ਚਿল্ਲਾਈ। ਮੈਂ ਮੁਰਦੇ ਨਾਲ ਵਾਹ ਪੈ ਗਿਆ। ਮੰਗਤੂ ਦੀਆਂ ਨਿਰੀਆਂ ਅੱਖਾਂ ਜਾਂ ਪੈਰਾਂ 'ਚੋਂ ਨਹੀਂ, ਸਾਰੇ ਅੰਗਾਂ 'ਚੋਂ ਇਸ ਵੇਲੇ ਅੱਗ ਦੇ ਲੰਬੇ ਨਿਕਲ ਰਹੇ ਸਨ। ਇੱਥੋਂ ਤੱਕ ਕਿ ਅੱਖਾਂ ਦੀਆਂ ਪਲਕਾਂ ਝਪਕਣੀਆਂ ਵੀ ਉਸ ਲਈ ਮੁਸ਼ਕਿਲ ਹੋ ਗਈ। ਹੈਂਡਲ ਤੇ ਟਿਕਾਏ ਹੋਏ ਉਹਦੇ ਦੋਵੇਂ ਹੱਥ, ਜਿਹੜੇ ਪਹਿਲਾਂ ਕੰਬਦੇ ਰਹੇ ਸਨ, ਹੁਣ ਅਸਲੋਂ ਹੀ ਬੇਹਿੱਸ ਹੋ ਗਏ। ਕੜਕ ਦੀ ਆਵਾਜ਼ ਨੇ ਉਸ ਵਿੱਚ ਮਾੜੀ ਜਿਹੀ ਚੇਤਨਤਾ ਲਿਆਂਦੀ। ਉਹਦਾ ਖਿਆਲ ਸੀ ਰੋਜ਼ ਵਾਂਗ ਅੱਜ ਵੀ ਚੇਨ ਉਤਰ ਗਿਆ, ਜਿਹਨੂੰ ਚੜ੍ਹਾਉਣ ਲਈ ਉਹ ਗੱਦੀ ਤੋਂ ਹੇਠਾਂ ਉਤਰਿਆ। ਇੱਧਰ ਸਵਾਰ ਗੁੱਸੇ ਨਾਲ ਲਾਲ ਪੀਲਾ ਹੋ ਕੇ ਬੋਲੀ ਜਾ ਰਿਹਾ ਸੀ, ਮਾਈ ਸਿਆਪਾ ਗਲ ਪਾ ਲਿਆ ਖਾਮਖਾਹ ਦਾ। ਬਾਜਾ ਦਿਨ ਹੀ ਮਾਈ ਨੈਸ਼ ਚੜ੍ਹਦਾ ਹੈ। ਹੁਣ ਤੋੜੀ 10 ਦਰਜਨ ਬੋਤਲਾਂ ਭਰੀਆਂ ਜਾਣੀਆਂ ਸਨ। ਇਸੇ ਕਰਕੇ ਹੋਰ ਕਿਸੇ ਨੂੰ ਨਹੀਂ ਸੀ ਘੱਲਿਆ ਵੀ ਆਪ ਜਾਵਾਂਗਾ, ਕੰਮ ਛੇਤੀ ਹੋ ਜਾਏਗਾ। ਮਾਈ ਕਾਹਲੀਆਂ ਅੱਗੇ ਟੋਏ। ਗੱਡੀ ਤੋਂ ਉਤਰ ਕੇ ਜਦ ਮੰਗਤੂ ਭੁੰਜੇ ਬੈਠ ਕੇ ਚੇਨ ਚੜਾਉਣ ਲੱਗਾ ਤਾਂ ਨਾ ਉਹਦੇ ਹੱਥ ਕੰਮ ਕਰਦੇ ਸੀ, ਨਾ ਅੱਖਾਂ। ਉਹਨੂੰ ਭੁਆਂਟਣੀ ਜੀ ਆਈ ਤੇ ਸਿਰ ਉਹਦਾ ਝੁਕਦਾ ਪੈਡਲ ਨਾਲ ਜਾਣ ਲੱਗਾ।
ਉਹ ਤੂੰ ਚੇਨ ਚੜਾਣਾ ਹੈ ਕਿ ਸਮਾਧੀ ਲਾ ਬੈਠਾ ਹੈ? ਲਾਲਾ ਉਸ ਵੱਲ ਤੱਕ ਕੇ ਗੜਕਿਆ ਤੇ ਜਦ ਫੇਰ ਵੀ ਮੰਗਤੂ ਟਸ ਤੋਂ ਮਸ ਨਾ ਹੋਇਆ ਤਾਂ ਉਹਨੇ ਹੱਥ ਵਧਾ ਕੇ ਗੁੱਸੇ ਨਾਲ ਉਹਦੇ ਮੋਢੇ ਨੂੰ ਝਟਕਿਆ। ਪਰ ਬਜਾਏ ਇਹਦੇ ਕਿ ਝਟਕਾ ਮੰਗਤੂ ਨੂੰ ਸੁਚੇਤ ਕਰਦਾ, ਉਹ ਸਾਰੇ ਦਾ ਸਾਰਾ ਲੁੜਕ ਕੇ ਇੱਕ ਪਾਸੇ ਵੱਲ ਨੂੰ ਉੱਲਰ ਗਿਆ। ਤੇ ਜਦ ਲਾਲੇ ਨੇ ਰਿਕਸ਼ਾ ਕੁਲੀ ਦੀਆਂ ਤਾੜੇ ਲੱਗੀਆਂ ਅੱਖਾਂ ਵੱਲ ਤੱਕਿਆ ਤਾਂ ਉਹਦੇ ਅੰਦਰਲੇ ਗੁੱਸੇ ਦੀ ਥਾਂ ਕਿਸੇ ਭਾਵੀ ਖਤਰੇ ਦੀ ਸੰਭਾਵਨਾ ਨੇ ਮੰਨ ਲਿਆ। ਉਹ ਝਟਪਟ ਹੇਠਾਂ ਉਤਰ ਆਇਆ ਤੇ ਸੜਕ ਦੇ ਦੋਹੀਂ ਪਾਸੇ ਝਾਕਦਾ ਹੋਇਆ ਕਿਸੇ ਹੋਰ ਰਿਕਸ਼ਾ ਜਾਂ ਟਾਂਗੇ ਦੀ ਭਾਲ ਕਰਨ ਲੱਗਾ। ਇਤਫਾਕ ਨਾਲ ਦੁਰਾਡੇ ਇੱਕ ਖਾਲੀ ਰਿਕਸ਼ਾ ਉਹਦੀ ਨਜ਼ਰੀ ਪਿਆ ਤੇ ਉਹਨੇ ਉੱਚੀ ਉੱਚੀ ਸੰਗ ਪਾੜ ਕੇ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਰਿਕਸ਼ਾ, ਉਹ ਰਿਕਸ਼ਾ। ਰਿਕਸ਼ਾ ਆ ਪਹੁੰਚਿਆ ਤੇ ਉਹਦਾ ਕੁਲੀ ਬਜਾਏ ਸਵਾਰੀ ਨਾਲ ਗੱਲ ਕਰਨ ਦੇ ਭੁੰਜੇ ਡਿੱਗੇ ਪਏ ਰਿਕਸ਼ਾ ਕੁਲੀ ਵੱਲ ਤੱਕਿਆ। ਇਹਨੂੰ ਕੀ ਹੋ ਗਿਆ? ਉਹ ਤੂੰ ਛੱਡ ਖਹਿੜਾ ਇਹਦਾ, ਲਾਲੇ ਘੁਰਕੀ ਦਿੱਤੀ। ਸਿਲੰਡਰ ਚੁੱਕ ਕੇ ਰੱਖ ਛੇਤੀ, ਮਾਈ ਗਰਮੀ ਨਾਲ ਜਾਨ ਨਿਕਲਣ ਰਹੀ ਹੋਈ ਏ ਉੱਤੋਂ। ਠਹਿਰੋ ਰਤਾ ਬਾਊ ਜੀ, ਕਹਿ ਕੇ ਤੇ ਬਿਨਾਂ ਉਸ ਵੱਲ ਤੱਕਿਆਂ ਕੁਲੀ ਨੇ ਮੰਗਤੂ ਦੇ ਸਰੀਰ ਨੂੰ ਹਿਲਾਣਾ ਜੁਲਾਣਾ ਸ਼ੁਰੂ ਕੀਤਾ। ਉਹ ਵਿਚਾਰੇ ਨੂੰ ਤਾਪ ਕਿੱਡੇ ਜ਼ੋਰ ਦਾ ਚੜਿਆ ਹੋਇਆ। ਲਾਲੇ ਨੂੰ ਸ਼ਾਇਦ ਫਜ਼ੂਲ ਵਕਤ ਗੁਆਉਣ ਦੀ ਵਿਹਲ ਨਹੀਂ ਸੀ। ਉਹ ਸੋਚ ਰਿਹਾ ਸੀ ਹੁਣ ਤੀਕ ਤਾਂ ਉਹਦੀਆਂ 20 ਦਰਜਨ ਬੋਤਲਾਂ ਭਰੀਆਂ ਜਾਣੀਆਂ ਸੀ। ਉਹ ਭਲਿਆ ਲੋਕਾ। ਲਾਲੇ ਨੇ ਹੋਰ ਕਾਹਲਿਆਂ ਪੈ ਕੇ ਨਵੇਂ ਰਿਕਸ਼ੇ ਕੁਲੀ ਨੂੰ ਕਿਹਾ, ਤਾਪ ਚੜਿਆ ਹੋਇਆ ਸੂ ਤੇ ਕਿਹੜਾ ਸਿਵਲ ਸਰਜਨ ਆ ਗਿਆ ਵੱਡਾ, ਰੱਖ ਸਿਲੰਡਰ ਨੂੰ, ਮਤੇ ਕੋਈ ਪੁਲਸੀ ਆ ਕੇ ਹੋਰ ਰੇੜਕਾ ਪਾ ਬਏ। ਅੱਗੇ ਹੀ ਮਾਈ ਅੱਧੀ ਦਿਹਾੜੀ ਅੰਤਰ ਚਲੀ ਗਈ। ਹੋਰ ਕੋਈ ਰਿਕਸ਼ਾ ਕਰ ਲਓ ਲਾਲਾ ਜੀ, ਨਵਾਂ ਕੁਲੀ ਮੰਗਤੂ ਉੱਤੇ ਝੁਕਿਆ ਬੋਲਿਆ। ਇੱਕ ਵਿਚਾਰੀ ਨੂੰ ਤਾਪ ਚੜਿਆ ਹੋਇਆ, ਦੂਜਾ ਸੜਦੀ ਧੁੱਪੇ ਪਿਆ ਵੇ। ਤੇ ਉਹਨੇ ਮੰਗਤੂ ਦੇ ਸਰੀਰ ਨੂੰ ਕਲਾਵੇ 'ਚ ਭਰ ਲਿਆ। ਤੇਰਾ ਵਾਕਬ ਮਾਲੂਮ ਹੁੰਦਾ ਹੈ? ਲਾਲੇ ਨੇ ਉਸ ਤੇ ਸਵਾਲ ਕੀਤਾ, ਪਰ ਕੁਲੀ ਨੇ ਬਿਨਾਂ ਜਵਾਬ ਦਿੱਤਿਆਂ ਮੰਗਤੂ ਨੂੰ ਚੁੱਕ ਕੇ ਪਰਾਂ ਇੱਕ ਦਰਖਤ ਦੀ ਛਾਵੇਂ ਜਾ ਲਟਾਇਆ। ਇੱਚਰ ਨੂੰ ਇੱਕ ਟਾਂਗਾ ਆਇਆ ਜਿਸ ਨੂੰ ਪਹਿਲਾਂ ਉਸ ਕੁਲੀ ਨੇ ਵੇਖਿਆ। ਫਿਰ ਉਹਨੂੰ ਆਵਾਜ਼ ਦੇ ਕੇ ਖਿਲਿਆਰਦਾ ਹੋਇਆ ਬੋਲਿਆ, ਬਿਠਾ ਲੈ ਬਾਊ ਹੋਰਾਂ ਨੂੰ, ਨਾਲੇ ਸਮਾਨ ਲੱਦ ਲੈ। ਕੋਚਵਾਨ ਨੇ ਸ਼ਾਇਦ ਮੰਗਤੂ ਨੂੰ ਨਹੀਂ ਤੱਕਿਆ। ਉਹ ਟਾਂਗੇ ਤੋਂ ਉਤਰ ਪਿਆ। ਲਾਲੇ ਦੇ ਸਾਹ 'ਚ ਸਾਹ ਆਇਆ। ਉਹਨੇ ਐਤਕੀ ਟਾਂਗੇ ਵਾਲੇ ਨੂੰ ਕਿਰਾਏ ਬਾਰੇ ਕੁਛ ਨਹੀਂ ਪੁੱਛਿਆ ਤੇ ਨਵੇਂ ਰਿਕਸ਼ੇ ਕੁਲੀ ਨੇ ਬਿਨਾਂ ਉਹਦੀ ਫਰਮਾਇਸ਼ ਤੋਂ ਹੀ ਸਿਲੰਡਰ ਉਤਾਰਨ ਲੱਦਣ 'ਚ ਕੋਚਵਾਨ ਦੀ ਮਦਦ ਕੀਤੀ। ਲੱਦੇ ਜਾਣ ਤੋਂ ਬਾਅਦ ਲਾਲਾ ਇਹ ਕਹਿੰਦਾ ਹੋਇਆ ਪਿਛਲੀ ਸੀਟ ਤੇ ਜਾ ਬੈਠਾ, ਪਤਾ ਨਹੀਂ ਮਾਈ ਕਿਹੜਾ ਨੈਸ਼ ਮੱਥੇ ਲੱਗਾ ਸੀ ਵੱਡੇ ਵੇਲੇ। ਅੰਗ 7। ਜਦੋਂ ਮੰਗਤੂ ਦੀ ਬੇਹੋਸ਼ੀ ਟੁੱਟੀ ਤਾਂ ਆਪਣੇ ਆਪ ਨੂੰ ਅਸੀਂ ਕੋਪਰੀ ਥਾਂ ਵੇਖਿਆ, ਛੋਟੀ ਜਿਹੀ ਕੋਠੜੀ 'ਚ। ਅੱਖਾਂ ਪਰਤ ਕੇ ਉਸ ਚੁਪਾਸੀ ਨਜ਼ਰ ਫੇਰੀ। ਉਹ ਕੱਲਮ ਕੱਲੇ ਮੰਜੇ ਤੇ ਪਿਆ ਸੀ। ਸਾਹਮਣੇ ਕੰਧ ਲਾਗੇ ਭੁੰਜੇ ਇੱਕ ਚਟਾਈ ਤੇ ਘਸਮੈਲੇ ਜਿਹੇ ਰੰਗ ਦਾ ਕੰਬਲ ਵਿਛਿਆ ਸੀ। ਇੱਕ ਨੁਕਰੇ ਪਾਣੀ ਦਾ ਘੜਾ ਜਿਸ ਉੱਤੇ ਇੱਕ ਪਿੱਤਲ ਦੀ ਬਾਟੀ ਮੁੱਧੀ ਮਾਰੀ ਸੀ ਤੇ ਮੰਜੇ ਦੇ ਲਾਗੇ ਇੱਕ ਉੱਚੇ ਜਿਹੇ ਸਟੂਲ ਉੱਤੇ ਛੋਟਾ ਜਿਹਾ ਡੋਲ ਸੀ ਜਿਸ 'ਚ ਤੌਲੀਆ ਜਾਂ ਕੱਪੜਾ ਭਿੱਜਾ ਹੋਇਆ ਸੀ। ਕਮਰੇ 'ਚ ਹੋਰ ਕੀ ਸਮਾਨ ਹੈ ਇਹਨੂੰ ਜਾਣਨ ਲਈ ਉਸ ਹੋਰ ਚੰਗੀ ਤਰ੍ਹਾਂ ਅੱਖਾਂ ਉਘੇੜ ਕੇ ਤੱਕਣਾ ਚਾਹਿਆ, ਪਰ ਉਹਦੇ ਦਿਮਾਗ 'ਚ ਹਨੇਰਨੀ ਜਿਹੀ ਆ ਗਈ। ਉਹਨੇ ਅੱਖਾਂ ਫੇਰ ਬੰਦ ਕਰ ਲਈਆਂ, ਕੋਸ਼ਿਸ਼ ਕਰਦਾ ਹੋਇਆ ਵੀ ਉਹ ਕਿੰਨਾ ਹੀ ਚਿਰ ਉਹਨਾਂ ਨੂੰ ਉਘੇੜ ਨਾ ਸਕਿਆ। ਦੋਹਾਂ ਹੱਥਾਂ ਨਾਲ ਉਹਨੇ ਪੁੜਪੁੜੀਆਂ ਨੂੰ ਘੁੱਟ ਲਿਆ, ਸ਼ਾਇਦ ਦਰਦ ਕਰਕੇ, ਤੇ ਇਸੇ ਹਾਲਤ ਵਿੱਚ ਕਾਫੀ ਚਿਰ ਪਿਆ ਰਿਹਾ। ਜਦ ਉਹਨੇ ਦੁਬਾਰਾ ਅੱਖਾਂ ਖੋਲੀਆਂ ਤਾਂ ਕਮਰੇ 'ਚ ਖੜੇ ਇੱਕ ਗੱਭਰੂ ਉੱਤੇ ਉਹਦੀ ਨਜ਼ਰ ਜਾ ਟਿਕੀ, ਜਿਹਦੀਆਂ ਦਾੜੀ ਮੁੱਛਾਂ ਵੱਲ ਤੱਕ ਕੇ ਉਹਨੇ ਸਮਝ ਲਿਆ ਕਿ ਉਹ ਸਿੱਖ ਹੈ। ਜਿਉਂ ਹੀ ਉੱਪਰੇ ਗੱਭਰੂ ਨੇ ਮੰਗਤੂ ਨੂੰ ਅੱਖਾਂ ਖੋਲਦਿਆਂ ਤੱਕਿਆ ਕਿ ਝੱਟ ਉਹਦੇ ਪਾਸ ਆ ਗਿਆ। ਫਿਰ ਮੰਜੇ ਦੀ ਬਾਹੀ ਤੇ ਬੈਠ ਕੇ ਉਹਨੇ ਉਹਦੇ ਮੱਥੇ ਤੇ ਹੱਥ ਰੱਖਦਿਆਂ ਪੁੱਛਿਆ, ਕੀ ਹਾਲ ਹੈ ਹੁਣ? ਚੰਗਾ, ਵਿਚਾਲੇ ਇੱਕ ਖੰਘੂਰਾ ਭਰ ਕੇ ਮੰਗਤੂ ਨੇ ਜਵਾਬ ਦਿੱਤਾ। ਫਿਰ ਸਵਾਲੀਆ ਜਿਹੀ ਨਜ਼ਰ ਨਾਲ ਉਸ ਵੱਲ ਤੱਕਿਆ। ਸਿੱਖ ਗੱਭਰੂ ਨੇ ਉਹਦਾ ਭਾਵ ਸਮਝ ਕੇ ਕਹਿਣਾ ਸ਼ੁਰੂ ਕੀਤਾ, ਬੇਹੋਸ਼ ਹੋ ਗਿਆ ਸੈਂ ਨਾ ਤੂੰ ਰਿਕਸ਼ਾ ਚਲਾਉਂਦਾ ਚਲਾਉਂਦਾ, ਯਾਦ ਹੀ? ਮੰਗਤੂ ਨੂੰ ਯਾਦ ਆਇਆ ਤੇ ਉਹਨੇ ਹਾਂ 'ਚ ਸਿਰ ਹਿਲਾਇਆ। ਲੈ ਦਵਾਈ ਪੀ ਲੈ, ਗੱਭਰੂ ਨੇ ਹੇਠੋਂ ਸ਼ੀਸ਼ੀ ਚੁੱਕ ਕੇ ਕਾਲ 'ਚੋਂ ਲੱਦਦਿਆਂ ਕਿਹਾ। ਡਾਕਟਰ ਨੇ ਕਿਹਾ ਸੀ ਜਿਸ ਵੇਲੇ ਹੋਸ਼ ਆਵੇ ਇੱਕ ਖੁਰਾਕ ਦੇ ਦੇਣੀ, ਕਮਜ਼ੋਰੀ ਦੂਰ ਹੋ ਜਾਏਗੀ। ਉਸ ਦਵਾਈ ਪੀ ਲਈ। ਕਰੇ ਨਾ ਹੱਥ, ਕਹਿ ਕੇ ਗੱਭਰੂ ਉਹਦੀ ਨਬਜ਼ ਟਟੋਲਣ ਲੱਗਾ। ਬੁਖਾਰ ਹੈ ਸਹੀ ਪਰ ਕਾਫੀ ਘੱਟ ਏ। ਪਰ ਮੰਗਤੂ ਸਮਝ ਗਿਆ ਕਿ ਉਹ ਘੱਟ ਵਾਲੀ ਗੱਲ ਕੇਵਲ ਉਹਦਾ ਦਿਲ ਧਰਾਉਣ ਲਈ ਕਹੀ ਗਈ ਸੀ। ਉਹਨੂੰ ਆਪ ਜੋ ਦਿਸਦਾ ਸੀ ਬੁਖਾਰ ਪੂਰੀ ਤੇਜ਼ੀ 'ਚ। ਦੁੱਧ ਦਾ ਘੁੱਟ ਲਏਗਾ? ਗੱਭਰੂ ਨੇ ਉਹਦੀ ਕਲਾਈ ਛੱਡਦਿਆਂ ਪੁੱਛਿਆ। ਨਹੀਂ, 20-25 ਘੰਟਿਆਂ ਤੋਂ ਤੇਰੇ ਅੰਦਰ ਕੁਝ ਨਹੀਂ ਗਿਆ, ਜੇ ਘੁੱਟ ਲੈ ਲੈਂਦੇ ਹੋ ਤਾਂ ਚੰਗਾ ਸੀ। ਅਜੇ ਨਹੀਂ, ਉਵੇਂ ਹੀ ਅੱਖਾਂ ਉਹਦੇ ਚਿਹਰੇ ਤੇ ਗੱਡੀ ਮੰਗਤੂ ਨੇ ਜਵਾਬ ਦਿੱਤਾ। ਸੋਚਣ ਲੱਗਾ ਤਾਂ ਕਿ ਮੈਂ ਕੱਲ ਤੋਂ ਇਹਦੇ ਮਕਾਨ ਤੇ ਆ। ਤੇ ਉਹਨੂੰ ਆਪਣੇ ਟਿਕਾਣੇ ਤਾਏ ਕਿਰਪੇ ਦੇ ਡੇਰੇ ਦਾ ਖਿਆਲ ਆਇਆ। ਗੱਡੀ ਕਿੱਥੇ ਹੈ? ਉਸ ਸਵਾਲ ਕੀਤਾ। ਮਾਲਕ ਨੂੰ ਪਹੁੰਚਾ ਦਿੱਤੀ ਹੈ, ਚਿੰਤਾ ਨਾ ਕਰ, ਮੈਂ ਵੀ ਤੇਰਾ ਹੀ ਹਮ ਪੇਸ਼ਾ ਵਾਂ। ਮੰਗਤੂ ਦੇ ਦਿਲ ਨੂੰ ਤਸੱਲੀ ਹੋਈ, ਪਰ ਫਿਰ ਵੀ ਇੱਕ ਬਗਾਨੇ ਆਦਮੀ ਦੀ ਖੇਚਲ ਦੇ ਖਿਆਲੋਂ ਉਸ ਚਾਹਿਆ ਕਿ ਛੇਤੀ ਤੋਂ ਛੇਤੀ ਉਹ ਤਾਈ ਕਿਰਪੇ ਦੇ ਡੇਰੇ ਚਲਾ ਜਾਵੇ।
ਉਹਨੂੰ ਕਿਵੇਂ ਮਨਜ਼ੂਰ ਸੀ ਕਿ ਉਸੇ ਵਰਗਾ ਇੱਕ ਮਜ਼ਦੂਰ ਕੰਮ ਧੰਦਾ ਛੱਡ ਕੇ ਉਹਦੇ ਬਦਲੇ ਬੰਨਿਆ ਰਹੇ? ਤੈਨੂੰ ਭਰਾਵਾ ਬੜੀ ਖੇਚਲ ਹੋਈ ਹੋਏਗੀ। ਉਸ ਸ਼ਰਮਿੰਦੇ ਜੇ ਰੌਂਚ ਗਿਆ। ਕਾਹਦੀ ਖੇਚਲ ਸੱਜਣਾ, ਦੁੱਖ ਸੁੱਖ ਹਰ ਕਿਸੇ ਤੇ ਆਉਂਦੇ ਨੇ। ਜੇ ਬੰਦਾ ਬੰਦੇ ਦਾ ਦਾਰੂ ਨਾ ਬਣੇ ਤਾਂ ਲਾਹਨਤ ਤੇ ਸਾਡੇ ਹੋਏ ਨੇ। ਮੰਗਤੂ ਦੇ ਦਿਲ ਨੂੰ ਬੜੇ ਸੁਖਾਵੇਂ ਲੱਗੇ ਉਹਦੇ ਵਾਕ। ਉਹ ਸੋਚਣ ਲੱਗਾ, ਰਿਕਸ਼ਾ ਕੁਲੀ ਵੀ ਐਡੇ ਸੋਹਣੇ ਢੰਗ ਨਾਲ ਬੋਲ ਸਕਦੇ ਨੇ। ਪਰ ਮੰਗਤੂ ਨੇ ਉਜ਼ਰ ਪੇਸ਼ ਕੀਤਾ, ਉਹ ਉਡੀਕਦਾ ਹੋਏਗਾ ਮੈਨੂੰ। ਕੌਣ ਹੈ? ਇੱਕ ਦੂਰ ਦੇ ਸਾਕੋਂ ਤਾਇਆ। ਪਰ ਬੁਖਾਰ ਤੇ ਕਮਜ਼ੋਰੀ ਦੀ ਹਾਲਤ ਵਿੱਚ ਮੈਂ ਤੈਨੂੰ ਕਿੱਕਣ ਛੱਡ ਸਕਣਾ ਵਾ? ਨਾਲੇ ਇਸ ਵੇਲੇ ਉਹ ਡੇਰੇ ਥੋੜਾ ਹੀ ਬੈਠਾ ਹੋਏਗਾ ਦੁਪਹਿਰੇ। ਮੰਗਤੂ ਨੂੰ ਉਹਦੀ ਦਲੀਲ ਠੀਕ ਜਾਪੀ ਤੇ ਇਸ ਬਾਰੇ ਮੁੜ ਉਸ ਕੁਝ ਨਾ ਕਿਹਾ। ਮੇਰੀ ਖੇਚਲ ਤੋਂ ਨਾ ਡਰ ਤੂੰ, ਗੱਡੀ ਮੇਰੀ ਅੱਜ ਮੁਰੰਮਤ ਲਈ ਗਈ ਹੋਈ ਹੈ। ਗੱਭਰੂ ਨੇ ਉਹਦੀ ਰੂਹ ਨੂੰ ਸੰਕਟ ਵਿੱਚੋਂ ਕੱਢਣ ਦੇ ਖਿਆਲ ਨਾਲ ਕਿਹਾ। ਮੁਰੰਮਤ ਵਾਲੀ ਗੱਲ ਉਹਦੀ ਸੱਚੀ ਸੀ ਭਾਵੇਂ ਝੂਠੀ, ਪਰ ਮੰਗਤੂ ਦੇ ਦਿਲ ਨੂੰ ਇਸ ਨਾਲ ਕਾਫੀ ਤਰਵਾਸ ਵੱਜੀ। ਅੱਛਾ, ਮੈਂ ਪਾ ਇੱਕ ਦੁੱਧ ਲੈ ਆਵਾਂ ਤੇਰੇ ਜੋਗਾ? ਕਹਿ ਕੇ ਤੇ ਬਿਨਾਂ ਜਵਾਬ ਉਡੀਕਿਆ ਗੱਭਰੂ ਘੜੇ ਤੋਂ ਪਿੱਤਲ ਦੀ ਬਾਟੀ ਜਿਹਦੀ ਕਲਈ ਅੰਦਰੋਂ ਬਾਹਰੋਂ ਉਤਰੀ ਹੋਈ ਸੀ ਚੁੱਕ ਕੇ ਬਾਹਰ ਨਿਕਲ ਗਿਆ। 1 ਦਿਨ, 2 ਦਿਨ, 4 ਦਿਨ ਸਮਾਂ ਬੀਤਦਾ ਗਿਆ, ਪਰ ਮੰਗਤੂ ਦਾ ਬੁਖਾਰ ਨਹੀਂ ਉਤਰਿਆ। ਸ਼ਾਇਦ ਮਿਆਦੀ ਦੀ ਸ਼ਕਲ ਫੜ ਗਿਆ ਸੀ। ਤੀਜੇ ਕਿ ਚੌਥੇ ਦਿਨ ਮੰਗਤੂ ਦੇ ਦੱਸੇ ਪਤੇ ਤੋਂ ਜਾ ਕੇ ਸਰਦੂਲ ਨੇ ਕਿਰਪੇ ਨੂੰ ਸੱਦ ਲਿਆਂਦਾ, ਜਿਹਨੇ ਸਧਾਰਨ ਤੌਰ ਤੇ 1-2 ਵਾਰੀ ਉਹਨੂੰ ਨਾਲ ਲੈ ਜਾਣ ਲਈ ਕਿਹਾ। ਪਰ ਸਰਦੂਲ ਨੇ ਉਹਦੀ ਮੰਗ ਨਹੀਂ ਕਬੂਲੀ। ਦਿਲੋਂ ਕਿਰਪੇ ਦੀ ਵੀ ਸਲਾਹ ਸ਼ਾਇਦ ਮੰਗਤੂ ਨੂੰ ਲੈ ਜਾਣ ਦੀ ਨਹੀਂ ਸੀ। ਇੱਕ ਤਾਂ ਉਸ ਪਾਸ ਕਿਸੇ ਬਿਮਾਰ ਨੂੰ ਰੱਖਣ ਲਈ ਥਾਂ ਨਹੀਂ ਸੀ, ਤੇ ਦੂਜਾ ਸਾਰਾ ਦਿਨ ਕੰਮ ਤੇ ਰਹਿਣ ਕਰਕੇ ਉਹਦੀ ਤੀਮਾਰਦਾਰੀ ਵੀ ਕਿਵੇਂ ਕਰ ਸਕਦਾ ਸੀ। ਸੋ ਮਸੇ ਇੰਨਾ ਹੀ ਕਰ ਸਕਿਆ ਕਿ ਕਦੇ ਕਦਾਈ ਆ ਕੇ ਮੰਗਤੂ ਦੀ ਖਬਰ ਸੁਰਤ ਲੈ ਜਾਂਦਾ। ਛੇਕੜ 21ਵੇਂ ਦਿਨ ਜਾ ਕੇ ਕਿਤੇ ਮੰਗਤੂ ਦਾ ਤਾਪ ਟੁੱਟਾ ਤੇ ਟੁੱਟਦਾ ਹੋਇਆ ਉਹਦੇ ਤਨ ਚੋਂ ਸਾਰਾ ਲਹੂ ਨਿਚੋੜ ਕੇ ਲੈ ਗਿਆ। ਸਰਦੂਲ ਪਹਿਲੇ 2 ਦਿਨਾਂ ਤੋਂ ਛੱਡ ਕੇ ਰੋਜ਼ ਸਵੇਰੇ ਕੰਮ ਤੇ ਚਲਾ ਜਾਂਦਾ ਹੋਇਆ ਉਸ ਲਈ ਹਸਪਤਾਲੋਂ ਦਵਾਈ ਤੇ ਬਾਜ਼ਾਰੋਂ ਦੁੱਧ ਲੈ ਕੇ ਰੱਖ ਜਾਂਦਾ। ਜ਼ਰਾ ਸਵਖਤੇ ਹੀ ਮੁੜ ਆਉਂਦਾ। ਏਦਾਂ ਹੀ 3 ਹਫ਼ਤੇ ਬੀਤ ਗਏ। ਬਿਮਾਰੀ ਦੇ ਦਿਨ ਹੀ ਮੰਗਤੂ ਨੇ ਆਪਣੀ ਵਾਸਤਵਿਕ ਹਾਲਤ ਨੂੰ ਕੋਈ ਬਹੁਤਾ ਨਹੀਂ ਸੀ ਗੌਲਿਆ। ਗੌਲਣ ਦੀ ਉਹਨੂੰ ਹੋਸ਼ ਹੀ ਨਹੀਂ ਸੀ, ਜਦ ਕਿ ਦਿਨ ਰਾਤ ਬੁਖਾਰ ਦੀ ਘੂਕੀ 'ਚ ਹੁੰਦਾ ਸੀ। ਜਿਉਂ ਹੀ ਬੁਖਾਰ ਟੁੱਟਾ ਕਿ ਇੱਕ ਨਵੀਂ ਚਿੰਤਾ ਨੇ ਉਹਨੂੰ ਆ ਦਬਾਇਆ। ਸਰਦੂਲ ਮੇਰਾ ਕੀ ਲੱਗਦਾ ਜੇ ਮੈਂ ਉਹਦੇ ਬੂਹੇ ਥੱਲਾ ਮਾਰੀ ਬੈਠਾ। ਆਪਣਾ ਗੁਜ਼ਾਰਾ ਪਤਾ ਨਹੀਂ ਕਿਵੇਂ ਕਰਦਾ ਹੋਏਗਾ, ਉੱਤੋਂ ਮੇਰਾ ਖਰਚ ਤੇ ਖੇਚਲ। ਬੁਖਾਰ ਟੁੱਟਣ ਤੋਂ ਤੀਜੇ ਦਿਨ ਜਦ ਸ਼ਾਮੀ ਸਰਦੂਲ ਕੰਮ ਤੋਂ ਮੁੜਿਆ ਤਾਂ ਮੰਗਤੂ ਨੇ ਝੱਗੇ ਦੀ ਜੇਬ ਚੋਂ ਬਟੂਆ ਕੱਢਿਆ। ਫਿਰ ਉਸ ਵਿਚਲਾ ਸਾਰਾ ਟਕਾ ਟੁੱਕਰ ਕੱਢ ਕੇ ਉਹਨੂੰ ਫੜਾਉਂਦਿਆਂ ਕਹਿਣ ਲੱਗਾ, ਸਰਦੂਲ ਤੇਰੀਆਂ ਦੇਣੀਆਂ ਮੈਂ ਨਹੀਂ ਦੇ ਸਕਦਾ, ਇਹ ਰੱਖ ਲੈ ਤੂੰ। ਬਜਾਏ ਇਹਦੇ ਕਿ ਸਰਦੂਲ ਇਹ ਚੀਜ਼ ਫੜਨ ਲਈ ਹੱਥ ਵਧਾਉਂਦਾ, ਉਹਦੀ ਮੁੱਠ ਨੂੰ ਪਿਛਾਂਹ ਤੱਕਦਾ ਬੋਲਿਆ, ਲੱਗਾ ਏ ਸ਼ਰਮਿੰਦਾ ਕਰਨ। ਸਰਦੂਲ, ਇੰਜ ਨਹੀਂ ਵੀਰ, ਤੇਰਾ ਕਿਹੜਾ ਕਿਤੇ ਲੱਖਾਂ ਦੇ ਕਲਮ ਚੱਲਦੀ ਹੈ। ਰੱਖ ਇਹਨਾਂ ਨੂੰ, ਸੁਦਾਪਣਾ ਨਹੀਂ ਕਰੀਦਾ। ਸਰਦੂਲ, ਮੰਗਤੂ ਨੇ ਭਰੀਆਂ ਹੋਈਆਂ ਅੱਖਾਂ ਨਾਲ ਇਸ ਤਰ੍ਹਾਂ ਉਸ ਵੱਲ ਤੱਕਿਆ ਜਿਵੇਂ ਕਹਿ ਰਿਹਾ ਹੋਵੇ, ਸਰਦੂਲ ਮੈਂ ਤੇਰਾ ਕੀ ਲੱਗਦਾ ਜੋ ਮੇਰੇ ਲਈ ਤੂੰ ਇੰਨਾ ਬਲੀਦਾਨ ਕਰ ਰਿਹਾ? ਪਰ ਸ਼ਬਦਾਂ ਦੇ ਰੂਪ 'ਚ ਉਹਦੇ ਮੂੰਹੋਂ ਛੁੱਟ ਸਰਦੂਲ ਦੇ ਹੋਰ ਕੁਝ ਨਾ ਨਿਕਲ ਸਕਿਆ। ਤੇ ਜਦ ਸਰਦੂਲ ਛੇਕੜ ਤੱਕ ਆਪਣੀ ਜ਼ਿੱਦ ਤੇ ਅੜਿਆ ਰਿਹਾ ਤਾਂ ਮੰਗਤੂ ਨੇ ਦੂਸਰਾ ਰਾਹ ਫੜਿਆ। ਅੱਛਾ, ਫਿਰ ਵੱਡੇ ਵੇਲੇ ਮੇਰੀ ਸਲਾਹ ਹੈ ਚਲਾ ਜਾਵਾਂ ਤਾਈ ਕਿਰਪੇ ਦੇ ਡੇਰੇ। ਕਿਉਂ, ਉਦਾਸ ਹੋ ਗਿਆ? ਉਦਾਸ? ਮੰਗਤੂ ਇੰਨਾ ਹੀ ਕਹਿ ਕੇ ਖਾਮੋਸ਼ ਹੋ ਗਿਆ। ਉਹਦੀਆਂ ਅੱਖਾਂ ਡਲਕ ਆਈਆਂ। ਸਰਦੂਲ ਨੇ ਗੱਲ ਤੋਰੀ, ਤਾਏ ਦੇ ਡੇਰੇ ਜਾਣੋ ਮੰਗਤਿਆ, ਮੈਂ ਤੈਨੂੰ ਰੋਕਦਾ ਨਹੀਂ, ਪਰ ਇੱਕ ਗੱਲ ਦੱਸ, ਕੰਮ ਕਾਜ ਕਰਨ ਜੋਗਾ ਤੇ ਅਜੇ ਤੇਰਾ ਸਰੀਰ ਹੋਇਆ ਨਹੀਂ, ਉੱਥੇ ਜਾ ਕੇ ਕਰੇਂਗਾ ਕੀ? ਮੰਗਤੂ ਨੂੰ ਜਵਾਬ ਕੁਝ ਨਾ ਔੜਿਆ। ਉਹਦੇ ਸਰੀਰ 'ਚ ਰਿਕਸ਼ਾ ਚਲਾਉਣਾ ਛੱਡ ਕੇ ਤੁਰਨ ਜੋਗੀ ਵੀ ਹਿੰਮਤ ਬਾਕੀ ਨਹੀਂ ਸੀ। ਸਰੀਰ ਨੂੰ ਥੋੜ੍ਹੇ ਹੀ ਵੇਖਦੇ ਰਹਿਣਾ। ਮੰਗਤੂ ਨੇ ਢਿੱਲੀ ਜਿਹੀ ਆਵਾਜ਼ 'ਚ ਕਿਹਾ, ਕੁਝ ਨਾ ਕੁਝ ਤੇ ਕਰਨਾ ਹੀ ਪੈਣਾ। ਘਰ ਦੇ ਕਿੰਨੇ ਜੀਅ ਨੇ ਤੇਰੇ? ਸਰਦੂਲ ਨੇ ਵਾਧੂ ਜਿਹਾ ਸਵਾਲ ਚੁੱਕ ਕੀਤਾ। ਕੱਲਾ ਘਰ ਆਵਾਂ, ਮਾਂ ਪਿਓ ਕੋਈ ਨਹੀਂ, ਕੋਈ ਭੈਣ ਭਰਾ ਨਹੀਂ। ਤੇ ਫਿਰ ਨਿਗਰਿਆ, ਐਵੇਂ ਡੁੱਬਦਾ ਜਾਣਾ? ਮੇਰੇ ਵਰਗਾ ਬੰਦਾ ਜੇ ਏਦਾਂ ਦੀਆਂ ਗੱਲਾਂ ਸੋਚੇ ਤਾਂ ਕੁਝ ਮਹਿਨੇ ਵੀ ਹੋ ਸਕਦੇ ਨੇ। ਤੇਰਾ ਕੌਣ ਹੈ? ਐਤਕੀ ਸਵਾਲ ਕਰਨ ਦੀ ਮੰਗਤੂ ਦੀ ਵਾਰੀ ਸੀ। ਤਕੜੇ ਕੋੜਮੇ ਦਾ ਬੋਝ ਏ ਸਿਰ ਤੇ। ਮਾਂ ਏ, ਭੈਣ ਵਿਆਹੁਣ ਜੋਗੀ ਏ, 2 ਛੋਟੇ ਭਰਾ ਨੇ, ਆਪਣੇ ਵਿਆਹ ਦਾ ਫਿਕਰ ਵੀ ਸਿਰ ਤੇ ਹੈ। ਕੁੜਮਾਈ ਹੋਈ ਨੂੰ 3 ਮਹੀਨੇ ਹੋਏ ਨੇ। ਸਹੁਰੇ ਮੇਰੇ ਕਾਹਲੇ ਪਏ ਹੋਏ ਨੇ ਵਿਆਹ ਦੇਣ ਲਈ, ਪਰ ਤੂੰ ਜਾਣਨਾ ਅੱਜ ਕੱਲ੍ਹ ਵਿਆਹ ਕਰਨੇ ਕਿਹੜੇ ਸੌਖੇ ਪਏ ਨੇ। ਅੱਛਾ, ਆਪਣੀ ਸੁਣਾ, ਤੇਰਾ ਵੀ ਕਿਤੇ ਬੰਦੋਬਸਤ ਹੋਇਆ ਕਿ ਨਹੀਂ? ਮੇਰਾ ਵੀ ਤੇਰੇ ਵਾਲਾ ਹੀ ਹਾਲ ਹੈ। ਹਲਾ ਮੰਗਿਆ ਹੋਇਆ? ਮੰਗਿਆ ਹੀ ਸਮਝ ਲੈ। ਮਾਸੀ ਮੇਰੀ ਕਦੇ ਦੀ ਮਗਰ ਪਈ ਹੋਈ ਹੈ। ਆਪ ਹੀ ਹਾਲੇ ਮੈਂ ਕੰਨੀ ਕਤਰਾਨ ਡਿਆ ਹੋਇਆ। ਅਜੇ ਉਮਰ ਕਿਹੜੀ ਹੈ ਮੇਰੀ ਵਿਆਹ ਦੀ? ਕਾਹਨੂੰ? ਸਰਦੂਲ ਹੱਸ ਪਿਆ।
ਅਜੇ ਤੇ ਸੁੱਖ ਨਾਲ ਦੁੱਧ ਦੀਆਂ ਦੰਦੀਆਂ ਨੇ ਤੇਰੀਆਂ ਕਿ ਕਮਲਾ, ਇਹੋ ਤੇ ਉਮਰ ਹੁੰਦੀ ਹੈ ਵਿਆਹ ਦੀ, ਹੋਰ ਕਿਤੇ ਬੁੱਢ ਵਰੇਸ ਹੋ ਕੇ ਕਰਾਏਗਾ। ਮੰਗਤੂ ਨੇ ਕੋਈ ਜਵਾਬ ਨਾ ਦਿੱਤਾ। ਸਰਦੂਲ ਨੇ ਹੋਰ ਗੱਲ ਛੇੜੀ, ਕੁਝ ਪੜ੍ਹਿਆ ਲਿਖਿਆ ਵੀ ਹੈ? ਨਹੀਂ। ਮੰਗਤੂ ਨੇ 25 ਜਿਹਾ ਪੈ ਕੇ ਜਵਾਬ ਦਿੱਤਾ। ਸਰਦੂਲ ਜ਼ਰਾ ਗੰਭੀਰ ਹੋ ਕੇ ਬੋਲਿਆ, ਉਂਝ ਜੇ ਸੱਚੀ ਪੁੱਛੇ ਤਾਂ ਪੜ੍ਹਿਆਂ ਦੀ ਹਾਲਤ ਅਨਪੜ੍ਹਾਂ ਨਾਲੋਂ ਵੀ ਨਫਿੱਟ ਹੈ ਅੱਜ ਕੱਲ੍ਹ ਦੇ ਜ਼ਮਾਨੇ 'ਚ। ਫਿਰ ਵੀ 4 ਅੱਖਰ ਜੇ ਪੇਟ 'ਚ ਪੈ ਜਾਣ ਤਾਂ ਚੰਗੇ ਹੁੰਦੇ ਹੀ ਨਹੀਂ। ਨਾਂ ਨੂੰ ਤਾਂ ਮੈਂ ਵੀ 10 ਜਮਾਤਾਂ ਕੀਤੀਆਂ ਨੇ। ਮਾਂ ਨੇ ਭੂੜੀਆਂ ਕਰ ਕਰਕੇ ਪੜ੍ਹਾਇਆ ਸੀ, ਫਿਰ ਲਿਖ ਪੜ੍ਹ ਕੇ ਕਿਸੇ ਕੰਮ ਤੇ ਲੱਗ ਜਾਏਗਾ ਉਹਦਾ ਪੁੱਤਰ। ਪਰ ਵੇਖਦਾ ਪਿਆ ਨਾ ਇਸ ਪੜ੍ਹਾਈ ਦਾ ਨਤੀਜਾ। ਅਖੇ ਪੜ੍ਹੇ ਫਾਰਸੀ, ਵੇਚੇ ਤੇਲ, ਇਹ ਦੇਖੋ ਕਰਮਾਂ ਦਾ ਖੇਲ। ਫਿਰ ਵੀ ਕੁਛ ਨਾ ਕੁਛ ਅੱਖਾਂ ਤੇ ਖੁੱਲ ਜਾਂਦੀਆਂ ਨੇ ਬੰਦੇ ਦੀਆਂ ਇੰਨੀ ਕੁ ਪੜ੍ਹਾਈ ਨਾਲ ਵੀ। ਮੰਗਤੂ ਦਿਲ ਹੀ ਦਿਲ 'ਚ ਆਪਣੀ ਬਦਕਿਸਮਤੀ ਤੇ ਝੂਰ ਰਿਹਾ ਸੀ, ਆਪਣੀ ਅਨਪੜ੍ਹਤਾ ਤੇ। ਸਰਦੂਲ ਨੇ ਕਹਿਣਾ ਜਾਰੀ ਰੱਖਿਆ, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਦੋਸਤ। ਜੇ ਤੂੰ ਥੋੜ੍ਹੀ ਜਿੰਨੀ ਹਿੰਮਤ ਕਰੇ ਤਾਂ ਹੁਣ ਵੀ ਪੜ੍ਹ ਸਕਣਾ। ਮੰਗਤੂ ਦੀ ਸ਼ਰਮਿੰਦਗੀ 'ਚ ਹੋਰ ਵਾਧਾ ਹੋ ਗਿਆ। ਪੜ੍ਹਨਾ ਜੇ ਨਸੀਬਾਂ 'ਚ ਹੁੰਦਾ ਤਾਂ ਪਹਿਲਾਂ ਹੀ ਨਾ ਪੜ੍ਹ ਜਾਂਦਾ। ਪਿਓ ਮੇਰੇ ਨੇ ਕੋਈ ਘੱਟ ਜ਼ੋਰ ਤੇ ਨਹੀਂ ਸੀ ਲਾਇਆ। ਪਤਾ ਨਹੀਂ ਬੁੱਧੀ ਕਿਹੋ ਜਿਹੀ ਮੋਟੀ ਬਣਾਈ ਹੈ ਰੱਬ ਨੇ ਮੇਰੀ। ਬੁੱਧ ਕੋਈ ਨਹੀਂ ਮੋਟੀ, ਸਰਦੂਲ ਜ਼ੋਰਦਾਰ ਸ਼ਬਦਾਂ 'ਚ ਬੋਲਿਆ। ਨਾ ਹੀ ਇਸ 'ਚ ਨਸੀਬਾਂ ਦਾ ਕੋਈ ਕਸੂਰ ਏ। ਜੇ ਕਦੀ ਮੇਰੇ ਆਖੇ 'ਚ ਟੁਰੇ ਤਾਂ ਮੈਂ ਤੈਨੂੰ 2-3 ਮਹੀਨਿਆਂ 'ਚ ਹੀ ਕਿਤਾਬਾਂ ਤੇ ਅਖਬਾਰਾਂ ਪੜ੍ਹਨ ਜੋਗਾ ਕਰ ਸਕਣਾ ਵਾ। ਸੱਚੀ? ਮੰਗਤੂ ਨੇ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਸਵਾਲ ਕੀਤਾ। ਹੱਥ ਕੰਗਣ ਨੂੰ ਆਰਸੀ ਦੀ ਕੀ ਲੋੜ? ਸਰਦੂਲ ਨੇ ਦਾਈਏ ਨਾਲ ਕਿਹਾ, ਆਜ਼ਮਾ ਕੇ ਵੇਖ ਲੈ। ਸਿਆਣਿਆਂ ਨੇ ਐਵੇਂ ਤੇ ਨਹੀਂ ਆਖਿਆ, ਉਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ। ਇਹ ਨਾ ਸਮਝ ਕੇ ਮੈਂ ਨਿਰਾ ਰਿਕਸ਼ਾ ਹੀ ਵਾਹ ਰਿਹਾ ਵਾਂ, ਪੜ੍ਹਾਈ ਪਾਸੋਂ ਵੀ ਕੁਝ ਕੰਮ ਲੈਣਾ ਵਾ। ਉਹ ਕਿਵੇਂ? ਦੁਪਹਿਰੇ 2 ਘੰਟੇ ਇੱਕ ਹਲਵਾਈ ਦੀ ਦੁਕਾਨ ਤੇ ਜਾ ਕੇ ਉਹਦਾ ਹਿਸਾਬ ਕਿਤਾਬ ਕਰ ਆਉਣਾ ਵਾ, ਜਿਸ ਬਦਲੇ 15 ਰੁਪਏ ਮਹੀਨਾ ਮਿਲਦੇ। ਸੋ ਜੇ ਤੂੰ ਆਪਣੀ ਮੁਸਤਕਿਲ ਰਿਹਾਇਸ਼ ਇੱਥੇ ਹੀ ਰੱਖ ਲਵੇਂ ਤਾਂ ਮੈਂ ਤੇਰੇ ਨਾਲ ਇਕਰਾਰ ਕਰਨਾ ਕਿ 6 ਮਹੀਨਿਆਂ ਦੇ ਵਿੱਚ ਤੂੰ ਇੱਕ ਅੱਛਾ ਖਾਸਾ ਪੜ੍ਹਿਆ ਲਿਖਿਆ ਆਦਮੀ ਸਮਝਿਆ ਜਾਣ ਲੱਗ ਪਏਗਾ। ਆਸ ਦੀ ਰੌਸ਼ਨੀ ਨਾਲ ਮੰਗਤੂ ਦੀਆਂ ਅੱਖਾਂ ਚਮਕ ਪਈਆਂ। ਚੰਗਾ ਸਰਦੂਲ, ਅੱਜ ਤੋਂ ਤੂੰ ਮੇਰਾ ਗੁਰੂ ਤੇ ਮੈਂ ਤੇਰਾ ਚੇਲਾ। ਤੇਰੀ ਆਖੀ ਤੋਂ ਨਾਬਰ ਨਹੀਂ ਹੋਵਾਂਗਾ। ਭਾਵੇਂ ਖੂਹ 'ਚ ਸੁੱਟ ਦੇਈਂ, ਭਾਵੇਂ ਸੂਲੀ ਤੇ ਟੰਗ ਦੇਈਂ। ਤਾਂ ਬਸ ਠੀਕ ਏ, ਸਰਦੂਲ ਬੋਲਿਆ। ਬਾਕੀ ਰਹੀ ਕੰਮਕਾਰ ਦੀ ਗੱਲ, ਇਹਦਾ ਤੂੰ ਫਿਕਰ ਨਾ ਕਰ। ਪਹਿਲਾਂ ਜਾਨ ਪਰਤ ਲੈਣ ਦੇ ਆਪਣੀ, ਫਿਰ ਜੇ ਤੇਰੀ ਰਿਕਸ਼ਾ ਵਾਹੁਣ ਦੀ ਸਲਾਹ ਹੋਈ ਤਾਂ ਤੈਨੂੰ ਕੋਈ ਵਧੀਆ ਜਿਹੀ ਗੱਡੀ ਲੈ ਦਿਆਂਗਾ, ਜਿਸ 'ਚੋਂ 4 ਪੈਸੇ ਬਚ ਵੀ ਜਾਣ। ਤੂੰ ਤੇ ਸ਼ੁਦਾਈਆ ਲੈ ਬੈਠੇ ਹੋ ਨਿਰਾ ਪੂਰਾ ਜਾਨ ਦਾ ਖੌਫ। ਕੋਈ ਗੱਡੀਆਂ 'ਚੋਂ ਗੱਡੀ ਸੀ ਉਹ? ਸੱਚ ਪੁੱਛੇ ਤਾਂ ਤੈਨੂੰ ਬਿਮਾਰ ਹੀ ਉਸ ਗੱਡੀ ਨੇ ਕੀਤਾ। ਉਹਨੂੰ ਤੇ ਘੋੜਾ ਨਹੀਂ ਸੀ ਖਿੱਚ ਸਕਦਾ ਜਿਹਨੂੰ ਤੂੰ ਧੋਈ ਫਿਰਦਾ ਸੈਂ। ਕਿੰਨਾ ਮਿਹਰਬਾਨ ਦਿਲ ਹੈ ਇਸ ਗਰੀਬੜੇ ਜਿਹੇ ਆਦਮੀ ਦਾ, ਸੋਚ ਕੇ ਮੰਗਤੂ ਗਦਗਦ ਹੋ ਉੱਠਿਆ। ਵਾਸਤਵ ਵਿੱਚ ਸਰਦੂਲ ਦੀਆਂ ਸਾਰੀਆਂ ਤਜਵੀਜ਼ਾਂ ਉਹਦੇ ਅਨੁਕੂਲ ਸਨ। ਅਲਬੱਤਾ ਰਿਕਸ਼ਾ ਵਾਲੀ ਤਜਵੀਜ਼ ਨਾਲ ਉਹ ਸਹਿਮਤ ਨਹੀਂ ਹੋ ਸਕਿਆ। ਉਹ ਸਿਰ ਫੇਰਦਿਆਂ ਜਵਾਬ ਦਿੱਤਾ, ਰਿਕਸ਼ਾ ਵਾਹੁਣ ਵਰਗਾ ਗੰਦਾ ਕੰਮ ਤੇ ਮੈਂ ਕੋਈ ਵੇਖਿਆ ਹੀ ਨਹੀਂ। ਕੁੱਤੇ ਦੀ ਇੱਜ਼ਤ ਹੋਏਗੀ ਪਰ ਰਿਕਸ਼ੇ ਵਾਲੇ ਦੀ ਕੋਈ ਨਹੀਂ। ਇਸ ਨਾਲੋਂ ਤਾਂ ਬੰਦਾ ਚੋਰੀ ਕਰ ਲਵੇ, ਮੰਗ ਕੇ ਖਾ ਲਵੇ। ਸੁਣ ਕੇ ਹੱਸ ਪਿਆ ਸਰਦੂਲ। ਤੂੰ ਕਿਹੜੇ ਸੁਰਤਾਲ 'ਚ ਬੋਲ ਰਿਹਾ ਮੰਗਤਿਆ? ਉਦੋਂ ਤੂੰ ਦੱਸਿਆ ਸੀ ਕਿ ਇਮਾਰਤਾਂ ਦਾ ਕੰਮ ਕਰਨ ਦੀ ਤੂੰ ਸਹੁੰ ਖਾ ਲਈ ਹੈ। ਹੁਣ ਕਹਿਣਾ ਰਿਕਸ਼ਾ ਵਾਹੁਣ ਦਾ ਕਦੀ ਨਾਂ ਨਹੀਂ ਲੈਣਾ। ਭਲਕੇ ਹੋਰ ਕੋਈ ਕੰਮ ਕਰੇਗਾ ਤੂੰ ਵੀ 4 ਦਿਨਾਂ ਬਾਅਦ ਨੱਕ ਚਾੜਨ ਲੱਗ ਪਏਗਾ। ਆਖਰ ਤੇਰੇ ਲਈ ਅਸਮਾਨੋਂ ਤੇ ਕੰਮ ਨਹੀਂ ਆ ਜਾਣਾ। ਹੱਡ ਤੇ ਤੋੜਨੇ ਹੀ ਪੈਣਗੇ, ਭਾਵੇਂ ਕੋਈ ਵੀ ਮਿਹਨਤ ਹੋਵੇ। ਹੱਡ ਤੋੜਨ ਨੂੰ ਮੈਂ ਨਹੀਂ ਭੈੜਾ ਪੈਣ ਵਾਲਾ ਸਰਦੂਲ। ਮੇਰੇ ਹੱਡ ਕਿਸੇ ਨਾਲੋਂ ਮਾੜੇ ਵੀ ਨਹੀਂ, ਪਰ ਬੰਦੇ ਦੀ ਇੱਜ਼ਤ ਆਬਰੂ ਤੇ ਕਾਇਮ ਰਹੇ। ਇਹ ਵੀ ਕੀ ਹੋਇਆ ਕਿ ਜਣਾ ਖਣਾ ਉੱਠ ਕੇ ਪਾਣ ਪੱਤ ਲਾ ਸੁੱਟੇ। ਅਮੀਰ ਲੋਕਾਂ ਨੂੰ ਪੈਸੇ ਦਾ ਘੁਮੰਡ ਹੁੰਦਾ ਹੀ ਏ, ਜਮ ਹੋਵੇ, ਪਰ ਗਰੀਬ ਵੀ ਤੇ ਰੱਬ ਨੇ ਠੇਕੇ ਤੇ ਨਹੀਂ ਬਣਵਾਏ ਹੋਏ। ਮਾੜੀ ਮੋਟੀ ਇੱਜ਼ਤ ਉਹ ਵੀ ਰੱਖਦੇ ਨੇ। ਉਹਨਾਂ ਮਿਹਨਤ ਕਰਨੀ ਹੈ, ਮਜ਼ਦੂਰੀ ਲੈਣੀ ਹੈ, ਫਿਰ ਕਿਉਂ ਕੋਈ ਕਿਸੇ ਨੂੰ ਬੇਇੱਜ਼ਤ ਕਰੇ। ਇਮਾਰਤੀ ਕੰਮ ਮੈਂ ਮਿਹਨਤ ਤੋਂ ਭੈੜਾ ਪੈ ਕੇ ਥੋੜ੍ਹੀ ਛੱਡਿਆ ਸੀ। ਮੇਰਾ ਤੇ ਪਿੱਤਾ ਸੜ ਗਿਆ ਉਸ ਬੁੱਢੜ ਦਾ ਵਰਤਾਰਾ ਵੇਖ ਕੇ। ਤੇ ਰਿਕਸ਼ਾ ਵਾਹੁਣ ਤੋਂ ਮੈਂ ਕਦੇ ਪਿੱਠ ਦਿੱਤੀ ਸੀ? ਜਦੋਂ ਤੀਕ ਹੋਸ਼ ਕਾਇਮ ਰਹੀ, ਪੈਡਲ ਮਾਰਨੋਂ ਹਾਰ ਨਾ ਮੰਨੀ। ਪਰ ਹਿਰਕ ਮੈਨੂੰ ਇਸ ਗੱਲ ਦਾ ਆਉਂਦਾ ਹੈ ਵੀ ਇੱਕ ਬੰਦਾ 1.5 ਮਣ ਭਾਰ ਦੱਸ ਕੇ 4 ਮਣ ਗੱਡੀ 'ਚ ਲਿਆ ਸੁੱਟੇ, ਅੱਗੋਂ ਉਜਰ ਮਾਜਰਾ ਕਰੇ ਤਾਂ ਅੱਖਾਂ ਕੱਢ ਵਿਖਾਵੇ। ਇਹਨਾਂ ਹੀ ਗੱਲਾਂ ਤੋਂ ਜੀ ਸੜ ਗਿਆ ਮੇਰਾ। ਕਾਫੀ ਚਿਰ ਦੋਹਾਂ ਵਿੱਚ ਇਸ ਤਰ੍ਹਾਂ ਦੀ ਗੱਲ ਕਥ ਚੱਲਦੀ ਰਹੀ ਤੇ ਛੇਕੜ ਫੈਸਲਾ ਇਹ ਹੋਇਆ ਕਿ ਮੰਗਤੂ ਲਈ ਕੋਈ ਹੋਰ ਕੰਮ ਲੱਭਿਆ ਜਾਏ ਤੇ ਟਿਕਾਣਾ ਉਹਦਾ ਹਾਲੇ ਸਰਦੂਲ ਪਾਸ ਹੀ ਰਹੇ। ਅੰਗ 8ਵਾਂ। ਜਲੰਧਰ ਰੇਲਵੇ ਸਟੇਸ਼ਨ ਤੋਂ ਚੱਲ ਕੇ ਰੇਲਵੇ ਰੋਡ ਥਾਣੀ ਜਾਂਦਿਆਂ ਜਦ ਲੁਧਿਆਣੇ ਦਾ ਮੋਟਰ ਅੱਡਾ ਲੰਘ ਜਾਈਏ ਤਾਂ ਅੱਗੇ ਮਾਨਸਰੋਵਰ ਹੋਟਲ ਦੇ ਬੰਬੇ ਹੋਟਲ ਆਦਿ ਸ਼ੁਰੂ ਹੋ ਜਾਂਦੇ ਨੇ।
ਅੱਗੇ ਜਾ ਕੇ ਦੋ ਸੜਕਾਂ ਨਿਖੜਦੀਆਂ ਨੇ, ਇੱਕ ਚੀਲ ਮੰਡੀ ਨੂੰ ਜਾਂਦੀ ਏ ਜੋ ਅੱਗੇ ਜਾ ਕੇ ਫਿਰ ਦੁਰਾਹੇ ਦੀ ਸ਼ਕਲ ਫੜ ਲੈਂਦੀ ਏ। ਇੱਕ ਕੋਟ ਕਿਸ਼ਨ ਚੰਦ ਵੱਲ ਤੇ ਦੂਜੀ ਅੱਡਾ ਹੁਸ਼ਿਆਰਪੁਰ ਵੱਲ। ਦੂਸਰੀ GT ਰੋਡ ਦੀ ਸ਼ਕਲ 'ਚ ਤੁਰੀ ਜਾਂਦੀ ਹੈ, ਜਿਹਦੇ ਰਸਤੇ 'ਚ ਕਿਤਾਬਾਂ ਦੇ ਸਟਾਲ, ਸ਼੍ਰੋਮਣੀ ਕਮੇਟੀ ਦਾ ਦਫ਼ਤਰ, ਪੰਜਾਬ ਸਿੰਧ ਬੈਂਕ, ਨੈਸ਼ਨਲ ਬੈਂਕ, ਹਰੀ ਪੈਲੇਸ, ਰਾਇਲ ਟਾਕੀ ਆਦਿ ਆਉਂਦੇ ਨੇ। ਫਿਰ ਅੱਗੇ ਕਰਕੇ ਯੂਨੀਵਰਸਿਟੀ ਪਬਲਿਸ਼ਰਸ ਦੀ ਦੁਕਾਨ, ਅਖਬਾਰ ਪ੍ਰਭਾਤ ਦਾ ਦਫ਼ਤਰ ਤੇ ਕੌਮੀ ਪ੍ਰੈਸ ਆਦਿ। ਅੱਗੇ ਪੰਜ ਪੀਰ ਦਾ ਚੌਂਕ ਆ ਜਾਂਦਾ ਹੈ, ਜਿੱਥੋਂ ਦੋ ਰਸਤੇ, ਇੱਕ ਅਟਾਰੀ ਬਾਜ਼ਾਰ ਤੇ ਦੂਜਾ ਫਗਵਾੜਾ ਗੇਟ ਵੱਲ ਜਾਂਦਾ ਹੈ। ਅਟਾਰੀ ਬਾਜ਼ਾਰ 'ਚ ਜਿੱਥੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਨੇ, ਉੱਥੇ ਇੱਕ ਉੱਚੇ ਜਿਹੇ ਥੜੇ ਵਾਲੀ ਹਲਵਾਈ ਦੀ ਦੁਕਾਨ ਹੈ, ਪੁਰਾਣੀ ਤੇ ਪ੍ਰਸਿੱਧ। ਕਿਸੇ ਵੀ ਰਾਹ ਜਾਂਦੇ ਕੋਲੋਂ ਤੁਲਸੀ ਹਲਵਾਈ ਦੀ ਦੁਕਾਨ ਪੁੱਛੋ, ਝੱਟ ਤੁਹਾਨੂੰ ਦੱਸ ਦੇਗਾ। ਬੱਚੇ ਤੋਂ ਲੈ ਕੇ ਬੁੱਢੇ ਤੱਕ ਇਲਾਕੇ ਦੇ ਲੋਕੀ ਤੁਲਸੀ ਹਲਵਾਈ ਨੂੰ ਜਾਣਦੇ ਨੇ, ਪਰ ਇੰਨੀ ਜਾਣਕਾਰੀ ਦੇ ਹੁੰਦਿਆਂ ਵੀ ਕੋਈ ਨਹੀਂ ਦੱਸ ਸਕਦਾ ਕਿ ਤੁਲਸੀ ਦੀ ਉਮਰ ਕਿੰਨੀ ਕੁ ਹੋਏਗੀ। ਜਿੱਥੋਂ ਪੁੱਛੋ ਤੁਹਾਨੂੰ ਇਹੋ ਜਵਾਬ ਦੇਗਾ ਕਿ ਉਹਨੇ ਜਦ ਤੋਂ ਹੋਸ਼ ਸੰਭਾਲੀ ਹੈ, ਤੁਲਸੀ ਨੂੰ ਐਡਾ ਕੋਈ ਵੇਖਿਆ ਹੈ। ਤੁਲਸੀ ਦਾ ਕੱਦ ਜਿੰਨਾ ਮਧਰਿਆ ਓਨਾ ਹੀ ਚੌੜਾ। ਸਿਰ ਉਹਦਾ ਲਗਭਗ ਸਾਰਾ ਹੀ ਵਾਲਾਂ ਤੋਂ ਖਾਲੀ ਹੈ। ਕੇਵਲ ਪਾਸਿਆਂ ਉੱਤੇ ਧੂਏ ਰੰਗੇ ਚਿੱਟੇ ਵਾਲਾਂ ਦੀਆਂ ਕੁਝ ਲਿਟਾਂ ਕਹਿ ਲਓ, ਭਾਵੇਂ ਛੱਤੇ ਦਿਖਾਈ ਦਿੰਦੇ ਤੇ ਵਿਚਕਾਰਲੇ ਹਿੱਸੇ ਦੀ ਟੋਟਰੀ ਸ਼ੀਸ਼ੇ ਵਾਂਗ ਚਮਕਦੀ ਹੈ। ਦਾੜੀ ਦਾ ਵੀ ਲਗਭਗ ਇਹੋ ਹਾਲ ਹੈ, ਪਰ ਉਹਦੀਆਂ ਅਠੂਆਂ ਟਾਈਪ ਮੁੱਛਾਂ ਨੇ ਦਾੜੀ ਦੀ ਕਸਰ ਪੂਰੀ ਕਰਤੀ ਹੈ। ਖਮੀਰਾ ਫੁਸਫੁਸਾ ਜਿਹਾ ਚਿਹਰਾ, ਚੁੱਚੀਆਂ ਅੱਖਾਂ, ਕੰਨਾਂ 'ਚ ਭਾਰੀਆਂ ਸੋਨੇ ਦੀਆਂ ਬੀਰਬਲੀਆਂ। ਉਹਦੇ ਮੂੰਹ 'ਚ ਕਰੇੜੇ ਦੇ ਖਾਧੇ ਕੁਝ ਇੱਕ ਉਗੜ ਦੁਗੜੇ ਦੰਦ ਇਉਂ ਵਿਖਾਈ ਦਿੰਦੇ ਨੇ ਜਿਵੇਂ ਕਿਸੇ ਨਾਨਕਸ਼ਾਹੀ ਇੱਟਾਂ ਦੀ ਕਲਰ ਖਾਧੀ ਕੰਧ 'ਚ ਮਕੋਰਾਂ। ਮੁੱਦਤਾਂ ਤੋਂ ਤੁਲਸੀ ਪੰਜਾਬ 'ਚ ਰਹਿ ਰਿਹਾ, ਪਰ ਅਜੇ ਤੱਕ ਉਹਦੀ ਆਪਣੀ ਬੋਲੀ 'ਚ ਕੋਈ ਬਹੁਤਾ ਫਰਕ ਨਹੀਂ ਪਿਆ। ਜੇ ਕੋਈ ਪਿਆ ਤਾਂ ਇਹੋ ਕਿ ਪੰਜਾਬੀ ਸ਼ਬਦਾਂ ਦੀ ਟਾਵੀਂ ਵਰਤੋਂ ਕਾਰਨ ਉਹਦੀ ਵਤਨੀ ਬੋਲੀ ਦਾ ਰੂਪ ਕੁਝ ਇਸ ਤਰ੍ਹਾਂ ਦਾ ਮਿਲਗੋਭਾ ਜਿਹਾ ਬਣ ਗਿਆ ਕਿ ਉਹਨੂੰ ਸੁਣ ਕੇ ਨਿਸ਼ਚਿਤ ਤੌਰ 'ਤੇ ਕੋਈ ਨਹੀਂ ਜਾਣ ਸਕਦਾ ਕਿ ਤੁਲਸੀ ਕਿਹੜੇ ਇਲਾਕੇ ਦਾ ਰਹਿਣ ਵਾਲਾ ਹੈ। ਕੋਈ ਤਾਂ ਉਹਨੂੰ ਅੰਬਾਲੇ ਦੀ ਰੋਪੜ ਤਹਿਸੀਲ ਦਾ ਬਾਂਗਰੂ ਖਿਆਲ ਕਰਦਾ ਹੈ, ਕਿਸੇ ਦੇ ਕਿਆਸ ਵਿੱਚ ਉਹ ਰਾਜਪੂਤਾਨੇ ਦਾ ਬਾਗੜੀ ਹੈ, ਤੇ ਕੋਈ ਉਹਨੂੰ ਗੁੜਗਾਉਂ ਜ਼ਿਲ੍ਹੇ ਦਾ ਜਾਟ ਸਮਝਦਾ ਹੈ। ਉਹਦਾ ਪਹਿਰਾਵਾ ਹੱਦ ਦਰਜੇ ਦਾ ਮੈਲਾ ਤੇ ਗਲੀਜ਼ ਹੈ। ਸ਼ਾਇਦ ਇਹੋ ਜਿਹੇ ਪਹਿਰਾਵੇ ਨੂੰ ਵੇਖ ਕੇ ਕਿਸੇ ਮਨਚਲੇ ਪੰਜਾਬੀ ਨੇ ਇਹ ਕਹਾਵਤ ਘੜੀ ਹੋਏਗੀ, ਜਿਸ ਨਹੀਂ ਵੇਖਿਆ ਭੂਤਨਾ ਉਹ ਵੇਖ ਲਵੇ ਹਲਵਾਈ। ਉਹਦੀ ਮੈਲੀ ਧੋਤੀ ਦੀ ਲੱਕ ਵੱਲ ਨੂੰ ਟੰਗੀ ਹੋਈ ਲਾਂਗੜ ਜਿੰਨੀ ਵਾਰ ਉਹ ਗੱਦੀ ਤੋਂ ਉੱਠਦਾ ਹੈ, ਆਪਣੀ ਥਾਂ ਤੋਂ ਖਿਸਕ ਕੇ ਭੁੰਜੇ ਡਿੱਗ ਪੈਂਦੀ ਹੈ। ਜਿਸ ਤਰ੍ਹਾਂ ਹਰ ਆਦਮੀ ਨੂੰ ਉੱਠ ਕੇ ਤੁਰਨ ਤੋਂ ਪਹਿਲਾਂ ਜੁੱਤੀ ਪਾਉਣੀ ਪੈਂਦੀ ਹੈ, ਉਸੇ ਤਰ੍ਹਾਂ ਤੁਲਸੀ ਨੂੰ ਹਰ ਵਾਰੀ ਲਾਂਗੜ ਟੁੰਗਣੀ ਪੈਂਦੀ ਹੈ। ਵੈਸੇ ਗੱਦੀ ਤੋਂ ਘੱਟ ਵੱਧ ਹੀ ਉੱਠਦਾ ਹੈ। ਸਰੀਰ ਭਾਰਾ ਤੇ ਆਲਸੀ ਹੋਣ ਕਰਕੇ ਉੱਠਣਾ ਚਾਹੁੰਦਾ ਵੀ ਨਹੀਂ, ਪਰ ਜ਼ਿਆਬਤੀ ਦਸ ਦੀ ਵੀ ਰੋਗ ਰਹਿਣ ਕਰਕੇ ਮਜਬੂਰਨ ਉਹਨੂੰ ਥੋੜ੍ਹੀ ਦੇਰ ਬਾਅਦ ਉੱਠਣਾ ਪੈਂਦਾ ਹੈ। ਉਹਦੀ ਦੁਕਾਨ ਭਾਵੇਂ ਹਲਵਾਈ ਦੀ ਹੈ, ਪਰ ਉਂਝ ਸਮਝੋ ਤਾਂ ਇਹ ਭਾਨਮਤੀ ਦਾ ਪਟਾਰਾ ਹੈ, ਜਿਸ 'ਚ ਦੁੱਧ, ਦਹੀਂ, ਮਠਿਆਈ ਤੋਂ ਛੁੱਟ ਲੈਮਨ, ਸੋਡਾ, ਪਾਨ, ਬੀੜੀ, ਗਲੇਫੇ ਹੋਏ ਛੋਲੇ, ਮੂੰਗਫਲੀ, ਰਿਓੜੀਆਂ, ਭੱਲੇ, ਪਕੌੜੀਆਂ ਆਦਿ ਕਿੰਨਾ ਹੀ ਕੁਝ ਭਰਿਆ ਰਹਿੰਦਾ ਹੈ। ਜੇ ਤੁਲਸੀ ਦਾ ਵਸ ਚੱਲਦਾ ਤਾਂ ਉਹ ਦੁਕਾਨ 'ਚ ਬੂਟ ਪਾਲਿਸ਼, ਲਾਂਡਰੀ ਦੇ ਹੋਰ ਵੀ ਕਿੰਨੇ ਕੰਮ ਸ਼ੁਰੂ ਕਰ ਦਿੰਦਾ, ਤਾਂ ਜੋ ਕਿਸੇ ਵੀ ਕਿਸਮ ਦਾ ਗਾਹਕ ਕਿਸੇ ਦੂਸਰੀ ਦੁਕਾਨ ਤੇ ਨਾ ਜਾ ਸਕਦਾ। ਪਰ ਇਹ ਸਭ ਕੁਝ ਉਹਦੀ ਸਮਰੱਥਾ ਤੋਂ ਬਾਹਰ ਹੈ, ਦੁਕਾਨ 'ਚ ਥਾਂ ਦੀ ਕਮੀ ਕਰਕੇ। ਇੰਨਾ ਖਿਲਰ ਖਿਲਾਰ ਹੁੰਦਿਆਂ ਵੀ ਤੁਲਸੀ ਦਾ ਇੱਕ ਪਾਸਾ ਅਧੂਰਾ ਹੈ। ਉਹ ਵਿਚਾਰਾ ਪੜ੍ਹਿਆ ਲਿਖਿਆ ਮਸੇ ਗਿੱਟੇ ਹੀ ਹੈ। ਪਹਿਲਾਂ ਉਸ ਪਾਸ ਇੱਕੋ ਇੱਕ ਵਹੀ ਹੁੰਦੀ ਸੀ, ਜਿਹਦੇ ਸਰੀਰ ਉੱਤੇ ਕਾਗਜ਼ਾਂ ਦਾ ਭਾਰ ਬਹੁਤ ਸੀ। ਮੇਲ ਥੰਧਿਆਈ ਦਾ ਇਹਦਾ ਵੇਰਵਾ ਕਰਨਾ ਮੁਸ਼ਕਿਲ ਸੀ। ਇਹ ਵਹੀ ਦੀ ਉਮਰ ਸ਼ਾਇਦ ਓਨੀ ਹੋਏਗੀ ਜਿੰਨੀ ਉਹਦੀ ਦੁਕਾਨ ਦੀ। ਲੰਡਿਆਂ ਦੇ ਅੱਖਰ ਲਿਖਣੇ ਕੁਝ ਨਾ ਕੁਝ ਜਾਣਦਾ, ਪਰ ਆਪਣੇ ਲਿਖੇ ਨੂੰ ਪੜ੍ਹਨ ਦੀ ਵਿੱਦਿਆ ਉਸ ਨਹੀਂ ਸਿੱਖੀ। ਇਸ ਵਰਨਮਾਲਾ ਦਾ ਗੋਰਖ ਧੰਦਾ ਕਈ ਵਾਰ ਚਿੰਤੇ ਹੀ ਪਲਟ ਜਾਂਦਾ ਹੈ, ਜਦੋਂ ਊੜੇ ਦੀ ਥਾਂ ਈੜੀ, ਈੜੀ ਦੀ ਥਾਂ ਊੜਾ ਵਾਹ ਦਿੰਦਾ। ਇਦੋਂ ਵੀ ਵੱਡੀ ਅੜਚਨ ਉਹਨੂੰ ਪੇਸ਼ ਆਉਂਦੀ ਰਕਮਾਂ ਲਿਖਣ ਵੇਲੇ। ਉਹਨੂੰ ਅਜੇ ਤੱਕ ਇੰਨੀ ਵਿਉਂਤ ਨਹੀਂ ਸੀ ਆਈ ਕਿ ਰਕਮ ਲਿਖਣ ਵੇਲੇ ਹੱਕ ਦੇ ਅੰਦਰ ਕਿਹੜੇ ਹਿੰਸੇ ਲਿਖਣੇ ਤੇ ਬਾਹਰ ਕਿਹੜੇ। ਮਿਸਾਲ ਦੇ ਤੌਰ ਤੇ ਜੇ 1 ਪੈਸਾ ਲਿਖਣਾ ਹੋਵੇ ਤਾਂ ਹੱਕ ਦੇ ਬਾਹਰ ਕਰਕੇ ਲਿਖੀਦਾ, ਤੇ ਜੇ ਚੁਆਨੀ ਲਿਖਣੀ ਹੋਵੇ ਤਾਂ ਹੱਕ ਦੇ ਅੰਦਰ ਕਰਕੇ। ਪਰ ਤੁਲਸੀ ਵਿਚਾਰਾ ਇਸ ਮਾਮਲੇ 'ਚ ਅਕਸਰ ਭੁਲੇਖਾ ਖਾ ਜਾਂਦਾ ਹੈ। ਨਤੀਜੇ ਦੇ ਤੌਰ ਤੇ ਉਸ ਪਾਸੋਂ ਕਈ ਵਾਰੀ ਪੈਸੇ ਥਾਂ ਚੁਆਨੀ ਤੇ ਚੁਆਨੀ ਦੇ ਥਾਂ ਪੈਸਾ ਲਿਖਿਆ ਜਾਂਦਾ ਹੈ। ਇਸ ਉੱਤੇ ਇੱਕ ਹੋਰ ਮੁਸ਼ਕਿਲ ਕਿ ਉਹਦੀ ਯਾਦ ਸ਼ਕਤੀ ਅਸਲੋਂ ਹੀ ਕਮਜ਼ੋਰ ਹੋ ਗਈ ਹੈ। ਸੌਦਾ ਤੋਲਦਿਆਂ ਗਾਹਕ ਦਾ ਨਾਂ ਉਹਨੂੰ ਭੁੱਲ ਜਾਂਦਾ ਹੈ, ਮਗਰ ਉਹ ਸੋਚ ਕੇ ਉਹ ਚੀਨ ਦੀ ਪੁਰਾਤਨ ਚਿੱਤਰ ਲਿਪੀ ਵਾਲੇ ਅਸੂਲ ਨੂੰ ਅਪਣਾਉਂਦਾ ਹੋਇਆ ਵਹੀ ਤੇ ਲਿਖ ਛੱਡਦਾ, ਬਾਬੂ ਟੋਪੀ ਵਾਲਾ।
ਬੁੱਢਾ ਐਨਕ ਵਾਲਾ, ਲੰਬਾ ਪੂਰਬੀਆ, ਨਾਟਾ ਗੜਵਾਲੀਆ। ਉਹਦੀ ਮੁਸੀਬਤ ਦਾ ਅੰਤ ਇੰਨੇ ਉੱਤੇ ਨਹੀਂ ਸੀ ਹੋ ਜਾਂਦਾ। ਸਭ ਤੋਂ ਬਹੁਤਾ ਕੜਮਾਸ ਉਸ ਵੇਲੇ ਪੈਂਦਾ ਜਦੋਂ ਆਪਣੀ ਵਹੀ ਵਿੱਚੋਂ ਕਿਸੇ ਸਾਮੀ ਦਾ ਖਾਤਾ ਲੱਭਣਾ ਸ਼ੁਰੂ ਕਰਦਾ। ਹਨੂੰਮਾਨ ਨੇ ਜਿਸ ਤਰ੍ਹਾਂ ਸੰਜੀਵਨੀ ਬੂਟੀ ਦੀ ਭਾਲ ਵਿੱਚ ਸਮੁੱਚਾ ਪਹਾੜ ਹੀ ਚੁੱਕ ਲਿਆਂਦਾ ਸੀ, ਏਦਾਂ ਹੀ ਤੁਲਸੀ ਇੱਕ ਸਾਮੀ ਦਾ ਖਾਤਾ ਢੂੰਡਦਾ ਸਾਰੀ ਵਹੀ ਦਾ ਵਰਕਾ ਫੋਲ ਸੁੱਟਦਾ, ਪਰ ਖਾਤਾ ਸੱਸੀ ਦਾ ਪੁੰਨੂ ਬਣ ਕੇ ਪਤਾ ਨਹੀਂ ਕਿਹੜੇ ਕਾਫਲੇ 'ਚ ਗੁਆਚ ਜਾਂਦਾ। ਛੇਕੜ ਵਿੱਚ ਨਿੱਤ ਦੇ ਪਿੱਟਣੇ ਤੋਂ ਸੱਤ ਕੇ ਤੁਲਸੀ ਨੇ ਫੈਸਲਾ ਕੀਤਾ ਕਿ ਉਹਨੂੰ ਕੋਈ ਸਸਤਾ ਜਿਹਾ ਮੁਨੀਮ ਰੱਖ ਲੈਣਾ ਚਾਹੀਦਾ ਹੈ, ਤੇ ਇਹ ਮੁਨੀਮ ਰੱਖਣ ਦਾ ਸਵਾਲ ਕਈ ਮਹੀਨੇ ਇਸ ਲਈ ਇਲਤਵਾ 'ਚ ਪਿਆ ਰਿਹਾ ਕਿ 70-80 ਰੁਪਏ ਮਹੀਨੇ ਤੋਂ ਘੱਟ ਦਾ ਆਦਮੀ ਉਹਨੂੰ ਲੱਭਦਾ ਨਹੀਂ ਸੀ। ਇੰਨੀ ਭਾਰੀ ਰਕਮ ਦਾ ਬਲੀਦਾਨ ਕਰਨਾ ਉਸ ਲਈ ਮੁਸ਼ਕਲ ਸੀ। ਭਾਲ ਕਰਦਿਆਂ ਕਰਦਿਆਂ ਛੇਕੜ ਤੁਲਸੀ ਦੀ ਮੁਰਾਦ ਪੂਰੀ ਹੋ ਗਈ ਜਦ ਉਹਨੂੰ ਇੱਕ ਪੜ੍ਹਿਆ ਲਿਖਿਆ ਰਿਕਸ਼ਾ ਕੁਲੀ ਇਸ ਕੰਮ ਲਈ ਲੱਭ ਪਿਆ। ਤਨਖਾਹ 15 ਰੁਪਏ ਤੇ ਨੌਕਰੀ 2 ਘੰਟੇ ਰੋਜ਼। ਕੱਲਾ ਕਲਾਪਾ ਹੋਣ ਕਰਕੇ ਤੁਲਸੀ ਨੂੰ ਦੁਕਾਨ ਦੇ ਕੰਮ ਲਈ ਇੱਕ ਅੱਧ ਮੁੰਡੂ ਤਾਂ ਹਮੇਸ਼ਾ ਰੱਖਣਾ ਹੀ ਪੈਂਦਾ। ਪਤਾ ਨਹੀਂ ਤੁਲਸੀ ਨੂੰ ਕਿਸੇ ਪੀਰ ਫਕੀਰ ਦਾ ਸਰਾਪ ਹੈ ਜਾਂ ਕੀ, ਕੋਈ ਵੀ ਮੁੰਡੂ ਉਸ ਪਾਸ ਵਰੇ ਛਮਾਈ ਤੋਂ ਵੱਧ ਨਹੀਂ ਠਹਿਰਦਾ। ਤੁਲਸੀ ਨੂੰ ਦੁਕਾਨ 'ਚੋਂ ਆਮਦਨੀ ਖੂਬ ਹੁੰਦੀ ਹੈ। ਇਸ ਆਮਦਨੀ ਦਾ ਇੱਕ ਖਾਸ ਗੁਰ ਉਹਨੂੰ ਯਾਦ ਹੈ, ਜਿਹਦੀ ਵਰਤੋਂ ਕਿਸੇ ਹਲਵਾਈ ਦੀ ਕਾਮਯਾਬੀ ਲਈ ਅੱਜ ਦੇ ਜ਼ਮਾਨੇ ਨਿਹਾਇਤ ਜ਼ਰੂਰੀ ਹੈ। ਪਰ ਅਕਸਰ ਉਹਦੀ ਖੱਟੀ ਕਮਾਈ ਦਾ ਬਹੁਤਾ ਹਿੱਸਾ ਔਂਤਰ ਹੀ ਜਾਂਦਾ ਹੈ। ਬਹੁਤੀ ਰਕਮ ਤਾਂ ਉਹ ਆਪਣੀਆਂ ਬਿਮਾਰੀਆਂ ਦੇ ਦਵਾ ਦਾਰੂ 'ਤੇ ਖਰਚ ਕਰ ਦਿੰਦਾ ਹੈ। ਇਹ ਤੋਂ ਛੁੱਟ ਹੋਰ ਵੀ ਕਈ ਕਿਸਮ ਦੇ ਜੂਤ ਉਹਨੂੰ ਠੁੱਕ ਜਾਂਦੇ ਨੇ। ਕਦੀ ਕੋਈ ਦੁੱਧ ਦੀ ਪੇਸ਼ਗੀ ਦੀ ਰਕਮ ਮਾਰ ਕੇ ਲੈ ਗਿਆ, ਕਦੀ ਕੋਈ ਸਾਮੀ ਡੁੱਬ ਗਈ, ਕਦੀ ਕੋਈ ਮੁੰਡੂ ਨੱਸਦਾ ਹੋਇਆ ਹੁੰਜਾ ਫੇਰ ਗਿਆ। ਤੁਲਸੀ ਆਪਣੇ ਧਰਮ ਕਰਮ ਦਾ ਪੂਰਾ ਪਾਬੰਦ ਹੈ। ਰੋਜ਼ ਸਵੇਰੇ ਹੱਟੀ ਤੇ ਆ ਕੇ ਸਭ ਤੋਂ ਪਹਿਲਾਂ ਧੂਪ ਧੁਖਾ ਕੇ ਤੱਕੜੀਆਂ ਵੱਟਿਆਂ ਨੂੰ ਦਿੰਦਾ, ਫਿਰ ਕੰਧ ਨਾਲ ਲੱਗੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਅੱਗੇ ਕਾਫੀ ਚਿਰ ਹੱਥ ਜੋੜ ਕੇ ਖੜਾ ਰਹਿੰਦਾ ਹੈ। ਇਹ ਤੋਂ ਛੁੱਟ ਹਰ ਮੰਗਲਵਾਰ ਹਨੂੰਮਾਨ ਦਾ ਪ੍ਰਸ਼ਾਦ ਵੀ ਚੜਾ ਹੁੰਦਾ ਹੈ। ਹਾਂ, ਤੇ ਇਹ ਗੁਰ ਜਿਹਦੀ ਮਦਦ ਨਾਲ ਉਹਦੀ ਆਮਦਨੀ ਵਿੱਚ ਵਾਧਾ ਹੁੰਦਾ ਹੈ, ਇਹ ਕੀ ਹੈ? ਇਹਦੀ ਜਾਣਕਾਰੀ ਕਰਨ ਤੋਂ ਪਹਿਲਾਂ ਸਾਨੂੰ ਇਹਦੇ ਇਤਿਹਾਸਕ ਪਹਿਲੂ ਵੱਲ ਇੱਕ ਨਜ਼ਰ ਮਾਰਨੀ ਚਾਹੀਦੀ ਹੈ। ਅੰਗਰੇਜ਼ੀ ਰਾਜ ਦੀਆਂ 150 ਸਾਲਾ ਬਰਕਤਾਂ ਨੇ ਜਿੱਥੇ ਭਾਰਤੀਆਂ ਨੂੰ ਹੋਰ ਕਈ ਗੁਣ ਸਿਖਾਏ, ਉੱਥੇ ਮਾਲਕਾਂ ਦੀ ਨਕਲ ਕਰਨ ਦੇ ਗੁਣ 'ਚ ਇਹਨਾਂ ਨੂੰ ਧਾਕ ਕਰ ਦਿੱਤਾ। ਇਹਨਾਂ ਗੁਣਾਂ ਦਾ ਵਿਕਾਸ ਸਭ ਤੋਂ ਬਹੁਤਾ ਉਹਨਾਂ ਬਾਊ ਲੋਕਾਂ ਦੇ ਜੀਵਨ 'ਚ ਹੋਇਆ ਜਿਹੜੇ ਅੰਗਰੇਜ਼ੀ ਸਰਕਾਰ ਨੇ ਕੇਵਲ ਆਪਣੇ ਦਫ਼ਤਰਾਂ ਦੇ ਕੰਮ ਚਲਾਉਣ ਲਈ ਪੈਦਾ ਕੀਤੇ ਸੀ। ਅੰਗਰੇਜ਼ੀ ਮਸ਼ੀਨ ਦੀ ਇਸ ਉਪਜ ਨੇ, ਅਰਥਾਤ ਬਾਬੂ ਲੋਕਾਂ ਨੇ, ਜਦ 30 ਰੁਪਏ ਮਹੀਨੇ ਬਦਲੇ 10-10 ਘੰਟੇ ਰੋਜ਼ ਸਰਕਾਰੀ ਫਾਈਲਾਂ ਨਾਲ ਮਗਜ਼ ਪੱਚੀ ਸ਼ੁਰੂ ਕੀਤੀ, ਤੇ ਉੱਤੋਂ ਸਾਬ ਲੋਕਾਂ ਦੀਆਂ ਝਿੜਕਾਂ ਝੰਬਾਂ ਵੱਖਰੀਆਂ, ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀਆਂ ਸਿਹਤਾਂ ਖਰਾਬ ਹੋ ਜਾਣੀਆਂ ਸੀ। ਜਿਸ ਤੋਂ ਸਵਾਲ ਪੈਦਾ ਹੋਇਆ ਕਿ ਇਹ ਕੀ ਗੱਲ ਹੈ, ਜਿੱਥੇ ਮਾਲਕਾਂ ਮਤਲਬ ਅੰਗਰੇਜ਼ਾਂ ਦੇ ਚਿਹਰਿਆਂ ਉੱਤੇ ਸਦਾ ਲਾਲੀਆਂ ਭਖਦੀਆਂ ਨੇ, ਉੱਥੇ ਬਾਊ ਲੋਕਾਂ ਉੱਤੇ ਕਿਉਂ ਦਿਨੋਂ ਦਿਨ ਬਸੰਤ ਛਾਈ ਜਾ ਰਹੀ ਹੈ। ਛੇਕੜ ਦਿਮਾਗ ਲੜਾਉਂਦਿਆਂ ਉਹਨਾਂ ਨੂੰ ਸਮਝ ਆ ਗਈ ਕਿ ਸਭ ਲੋਕਾਂ ਦਾ ਰੰਗ ਟਮਾਟਰ ਖਾਣ ਕਰਕੇ ਲਾਲ ਹੋ ਜਾਂਦਾ ਹੈ। ਨੁਸਖਾ ਲੱਭਣ ਦੀ ਦੇਰ ਸੀ ਕਿ ਬਾਬੂ ਲੋਕਾਂ ਦੇ ਘਰੀ ਟਮਾਟਰਾਂ ਦੀ ਵਰਤੋਂ ਸ਼ੁਰੂ ਹੋ ਗਈ। ਕਈਆਂ ਦੇ ਸਿਦਕ ਭਰੋਸੇ ਦਾ ਤਾਂ ਇਹ ਹਾਲ ਸੀ ਕਿ ਸ਼ੁਰੂ 'ਚ ਉਹਨਾਂ ਨੇ ਸ਼ੀਸ਼ਾ ਸਾਹਮਣੇ ਰੱਖ ਕੇ ਟਮਾਟਰ ਖਾਣੇ ਆਰੰਭ ਕਰਤੇ। ਉਹਨਾਂ ਦਾ ਸ਼ਾਇਦ ਵਿਸ਼ਵਾਸ ਸੀ ਕਿ ਖਾਂਦਿਆਂ ਖਾਂਦਿਆਂ ਟਮਾਟਰਾਂ ਦੀ ਲਾਲੀ ਉਹਨਾਂ ਦੇ ਚਿਹਰਿਆਂ ਤੇ ਆ ਚਮਕੇਗੀ। ਪਰ ਬਦਕਿਸਮਤੀ ਨੂੰ ਵਰ੍ਹਿਆਂ ਬੱਧੀ ਵਰਤਣ ਤੇ ਵੀ ਜਦ ਇਹ ਨੁਸਖਾ ਕਾਰਗਰ ਸਾਬਤ ਨਾ ਹੋਇਆ ਤਾਂ ਉਹਨਾਂ ਦੀ ਆਸ਼ਾ ਨਿਰਾਸ਼ਾ 'ਚ ਬਦਲ ਗਈ, ਤੇ ਇਸ ਉਲਝਣ ਨੂੰ ਸੁਲਝਾਉਣ ਲਈ ਇੱਕ ਵਾਰੀ ਫੇਰ ਉਹਨਾਂ ਨੂੰ ਆਪਣੇ ਫੈਸਲੇ ਉੱਤੇ ਨਜ਼ਰਸਾਨੀ ਕਰਨੀ ਪਈ। ਉਹਨਾਂ ਦਾ ਝੁਕਾਅ ਸਾਹਿਬ ਲੋਕਾਂ ਵੱਲੋਂ ਹਟ ਕੇ ਆਪਣੀ ਪਰੰਪਰਾ ਵੱਲ ਚਲਾ ਗਿਆ, ਤੇ ਫਿਰ ਇਸ ਗੱਲ ਉੱਤੇ ਖੋਜ ਸ਼ੁਰੂ ਹੋਈ ਕਿ ਰਿਸ਼ੀਆਂ ਮੁਨੀਆਂ ਦੀਆਂ ਉਮਰਾਂ ਲੰਮੀਆਂ ਤੇ ਸਿਹਤਾਂ ਸ਼ਾਨਦਾਰ ਹੁੰਦੀਆਂ ਸਨ ਤਾਂ ਕਿ ਟਮਾਟਰ ਖਾ ਕੇ ਨਹੀਂ, ਬਲਕਿ ਲੱਸੀ ਮੱਖਣ ਦੀ ਵਰਤੋਂ ਨਾਲ। ਤੇ ਜਿਉਂ ਹੀ ਇਹ ਸਨਾਤਨ ਥਿਊਰੀ ਉਹਨਾਂ ਦੀ ਸਮਝ 'ਚ ਆਈ, ਬਾਊ ਲੋਕਾਂ ਨੇ ਸਬਜ਼ੀ ਫਰੋਸ਼ਾਂ ਵੱਲੋਂ ਹਟ ਕੇ ਹਲਵਾਈਆਂ ਵੱਲ ਰੁੱਖ ਮੋੜ ਲਿਆ। ਹਰ ਇੱਕ ਦੀ ਮੰਗ ਹੁੰਦੀ ਲੱਸੀ ਦੇ ਗਲਾਸ ਉੱਤੇ ਤਾਜ਼ੇ ਮੱਖਣ ਦੀ ਤਹਿ ਜੰਮੀ ਹੋਈ ਹੋਵੇ, ਜਿਹਦੀ ਵਰਤੋਂ ਉਹਨਾਂ ਲਈ ਕਾਇਆ ਕਲਪ ਦਾ ਕੰਮ ਕਰੇਗੀ। ਪਰ ਇਹ ਸਵਾਲ ਸੀ ਕਿ ਜਿਹੜਾ ਦੁੱਧ ਦੂਰੀ ਤੀਰੀ ਵੇਰਾਂ ਪਾਣੀ ਤੇ ਸਪਰੇਟਾ ਮਿਲਾ ਕੇ ਖਾਲਸ ਬਣਾਇਆ ਗਿਆ ਹੋਵੇ, ਉਸ 'ਚੋਂ ਮੱਖਣ ਨਿਕਲੀ ਤਾਂ ਕਿਵੇਂ ਨਿਕਲੀ? ਹਲਵਾਈਆਂ ਨੇ ਜਦ ਇਸ ਤਰ੍ਹਾਂ ਦੀ ਮੰਗ ਜ਼ੋਰਾਂ ਤੇ ਵੇਖੀ ਤਾਂ ਉਹਨਾਂ ਖਾਲਸ ਮੱਖਣ ਬਣਾਉਣ ਲਈ ਖਾਲਸ ਪੇੜਿਆਂ ਦਾ ਇੱਕ ਨਵਾਂ ਢੰਗ ਕੱਢ ਲਿਆ, ਅਰਥਾਤ ਖੋਏ ਦੇ ਘਾਣ 'ਚੋਂ ਅੱਧੋ ਸੁੱਧ ਬਨਸਪਤੀ ਘਿਓ ਰਲਾ ਕੇ ਉਹਦੀ ਵਾਧੂ ਥਿੰਧਿਆਈ ਨੂੰ ਜਜ਼ਬ ਕਰਨ ਲਈ ਵਿੱਚ ਦੁੱਧ ਪੱਥਰੀ ਦੀ
ਮਿਲਾਵਟ ਕਰਕੇ ਦਬਾ ਦਬ ਪੇੜੇ ਬਣਾਉਣੇ ਸ਼ੁਰੂ ਕਰ ਦਿੱਤੇ। ਬਾਊ ਲੋਕਾਂ ਦੀ ਭੀੜ ਦਿਨ ਚੜ੍ਹਦੇ ਹੀ ਹਲਵਾਈਆਂ ਦੀਆਂ ਦੁਕਾਨਾਂ ਤੇ ਆ ਜੁੜਦੀ। ਪਾਈ 2 ਪੇੜੇ ਤੇ ਪਾ ਦਹੀਂ। ਤੇ ਜਦ ਲੱਸੀ ਦਾ ਗਲਾਸ ਉਹਨਾਂ ਦੇ ਹੱਥ 'ਚ ਹੁੰਦਾ, ਜਿਸ ਤੇ ਖਾਲਸ ਮੱਖਣ ਦਾ ਥਰ ਵੱਜਿਆ ਹੁੰਦਾ, ਤਾਂ ਬਾਊ ਲੋਕ ਚਮਚੇ ਨਾਲ ਮੱਖਣ ਖਾਂਦੇ ਹੋਏ ਪਚਾਕੇ ਮਾਰ ਮਾਰ ਕਹਿੰਦੇ, ਇਹਨੂੰ ਕਹਿੰਦੇ ਨੇ ਖਾਲਸ ਮੱਖਣ। ਇੱਧਰ ਇਹ ਪੁਰਾਣਾ ਖਰਾਂਟ ਤੁਲਸੀ ਵੀ ਇਸ ਨਵੀਂ ਕਾਢ ਨੂੰ ਵੇਖ ਕੇ ਪਹਿਲਾਂ ਘੱਟ ਹੈਰਾਨ ਨਹੀਂ ਸੀ ਹੋਇਆ ਕਿ ਮਧਾਣੀ ਦੇ 2-4 ਰਗੜਿਆਂ ਨਾਲ ਹੀ 2 ਪੇੜਿਆਂ ਤੇ ਪਾਦ ਪਾ ਦਹੀਂ 'ਚੋਂ ਇੰਨਾ ਮੱਖਣ ਕਿਸ ਤਰ੍ਹਾਂ ਨਿਕਲ ਸਕਦਾ ਹੈ। ਛੇਕੜ ਉਹਦੀ ਸਮਝ 'ਚ ਆ ਹੀ ਗਿਆ ਇਹ ਭੇਦ, ਤੇ ਇਹਦਾ ਸਦਕਾ ਗਰਮੀਆਂ ਦੇ ਦਿਨੇ ਉਹਦੀ ਦੁਕਾਨ ਤੇ ਗਾਹਕਾਂ ਦੀ ਖਾਸੀ ਭੀੜ ਲੱਗੀ ਰਹਿੰਦੀ, ਜਿਸ ਕਰਕੇ ਉਹਦੇ ਮੁਨਾਫੇ 'ਚ ਦਿਨੋਂ ਦਿਨ ਵਾਧਾ ਹੋਈ ਜਾ ਰਿਹਾ ਸੀ। ਅੰਗ 9ਵਾਂ। ਮੰਗਤੂ ਦੀ ਸਰੀਰਕ ਕਮਜ਼ੋਰੀ ਭਾਵੇਂ ਅਜੇ ਪੂਰੀ ਤਰ੍ਹਾਂ ਦੂਰ ਨਹੀਂ ਸੀ ਹੋਈ, ਪਰ ਬਹੁਤੇ ਦਿਨ ਵਿਹਲਿਆਂ ਰਹਿ ਕੇ ਕਿਸੇ ਉੱਤੇ ਭਾਰੂ ਰਹਿਣਾ ਵੀ ਤਾਂ ਉਹਨੂੰ ਮਨਜ਼ੂਰ ਨਹੀਂ ਸੀ। ਜਿਸ ਦਿਨ ਤੋਂ ਉਸ ਪੜ੍ਹਨਾ ਲਿਖਣਾ ਸ਼ੁਰੂ ਕੀਤਾ, ਉਹਦਾ ਵਕਤ ਕਾਫੀ ਸੁਆਦਲਾ ਕੱਟ ਰਿਹਾ ਸੀ। ਉਹਦਾ ਇਹ ਭਰਮ ਵੀ ਲਗਭਗ ਦੂਰ ਹੋ ਚੁੱਕਾ ਸੀ ਕਿ ਪੜ੍ਹਨਾ ਲਿਖਣਾ ਉਹਦੀ ਕਿਸਮਤ 'ਚ ਨਹੀਂ ਲਿਖਿਆ, ਜਾਂ ਉਹਦੀ ਬੁੱਧ ਮੋਟੀ ਹੈ। ਫਿਰ ਵੀ ਕਿਸੇ ਕੰਮ ਧੰਦੇ ਲੱਗਣ ਦੀ ਤਮੰਨਾ ਉਹਨੂੰ ਬੇਚੈਨ ਰੱਖਦੀ ਸੀ। ਸਰਦੂਲ ਵੀ ਉਸ ਲਈ ਕਾਫੀ ਭੱਜੋ ਨੱਠੀ ਕਰ ਰਿਹਾ ਸੀ ਤੇ ਉਹ ਆਪ ਵੀ, ਪਰ ਪੈਰ ਉਹਦਾ ਕਿਤੇ ਵੀ ਨਾ ਅੜ ਸਕਿਆ। ਰਿਕਸ਼ਾ ਦਾ ਕੰਮ ਉਹ ਕਰਨਾ ਨਹੀਂ ਸੀ ਚਾਹੁੰਦਾ। ਕਈ ਦਿਨਾਂ ਤੱਕ ਇਹੋ ਸਿਲਸਿਲਾ ਚੱਲਦਾ ਰਿਹਾ ਕਿ ਸਰਦੂਲ ਦਾ ਦਿਨ ਚੜ੍ਹਦੇ ਆਪਣੇ ਕੰਮ ਲੱਗ ਜਾਂਦਾ ਹੈ, ਪਰ ਮੰਗਤੂ ਸਾਰਾ ਦਿਨ ਧੰਦੇ ਦੀ ਭਾਲ 'ਚ ਫਿਰਦਾ ਰਹਿੰਦਾ। ਇੱਕ ਦਿਨ ਜਦ ਉਹ ਸਿਵਲ ਲਾਈਨ ਦਾ ਚੱਕਰ ਕੱਟ ਰਿਹਾ ਸੀ ਤਾਂ ਤੁਰੇ ਜਾਂਦਿਆਂ ਅਚਾਨਕ ਉਹਦੀ ਨਜ਼ਰ ਇੱਕ ਸੱਜਰੀ ਬਣੀ ਕੋਠੀ ਤੇ ਜਾ ਪਈ। ਮੰਗਤੂ ਸੜਕ ਤੇ ਖੜੋਤਾ ਕਿੰਨੇ ਚਿਰ ਉਸ ਕੋਠੀ ਵੱਲ ਤੱਕੀ ਗਿਆ। ਇਹ ਉਹੀ ਉਸ ਭੈਂਸੇ ਸਰਦਾਰ ਦੀ ਕੋਠੀ ਸੀ, ਜਿਸ 'ਚ ਕੰਮ ਕਰਦਿਆਂ ਉਹਨੇ ਤੇ ਉਹਦੇ ਉਸਤਾਦ ਨੇ ਮਾਰ ਖਾਧੀ ਸੀ। ਕੋਠੀ ਦੇ ਮੱਥੇ ਤੇ ਇੱਕ ਕਾਲੀ ਹਾਂਡੀ ਪੁੱਠੀ ਕਰਕੇ ਟੰਗੀ ਹੋਈ ਸੀ, ਜਿਸ ਉੱਤੇ ਇੱਕ ਬੜਾ ਭਿਆਨਕ ਜਿਹਾ ਚਿਹਰਾ ਬਣਿਆ ਸੀ, ਜਿਹਦੀ ਲੰਮੀ ਜੀਭ ਬਾਹਰ ਲਮਕ ਰਹੀ ਸੀ। ਮੰਗਤੂ ਦਾ ਧਿਆਨ ਹੁਣ ਕੋਠੀ ਦੀ ਇਮਾਰਤ ਵੱਲੋਂ ਹਟ ਕੇ ਇਸ ਭੂਤ ਦੇ ਚਿਹਰੇ ਵਰਗੀ ਹਾਂਡੀ ਤੇ ਗੱਡਿਆ ਹੋਇਆ ਸੀ। ਉਹ ਜਾਣਦਾ ਸੀ ਕਿ ਇਹੋ ਜਿਹੀਆਂ ਹਾਂਡੀਆਂ ਕਿਸੇ ਇਮਾਰਤ ਦੇ ਤਿਆਰ ਹੋਣ ਤੋਂ ਬਾਅਦ ਨਜ਼ਰ ਬੱਟੂ ਦੇ ਤੌਰ ਤੇ ਲਾਈਆਂ ਜਾਂਦੀਆਂ ਨੇ। ਉਹ ਸੋਚ ਰਿਹਾ ਸੀ, ਇਸ ਨਜ਼ਰ ਬੱਟੂ ਦਾ ਇਹੋ ਹੀ ਤਾਂ ਇਸ਼ਾਰਾ ਹੈ ਕਿ ਕੋਈ ਗਰੀਬ ਗੁਰਬਾ ਇਮਾਰਤ ਵਾਲਾ ਉਠਾ ਕੇ ਤੱਕਣ ਦਾ ਹੱਕਦਾਰ ਨਹੀਂ। ਜੇ ਕੋਈ ਤੱਕੇਗਾ ਤੇ ਡਰਾਉਣਾ ਚਿਹਰਾ ਉਹਨੂੰ ਡਰਾ ਕੇ ਦੂਰ ਭਜਾ ਦੇਵੇਗਾ। ਉਹਨੂੰ ਕਹੇਗਾ, ਦੌੜ ਜਾ, ਤੇਰਾ ਕੀ ਮਤਲਬ ਇਸ ਵੱਲ ਤੱਕਣ ਦਾ। ਮੰਗਤੂ ਦਾ ਦਿਲ ਕੀਤਾ ਉਹ ਇੱਕ ਪੱਥਰ ਮਾਰ ਕੇ ਇਸ ਹਾਂਡੀ ਨੂੰ ਭੰਨ ਸੁੱਟੇ। ਜੇ ਗਰੀਬਾਂ ਨੂੰ ਇਸ ਕੋਠੀ ਵੱਲ ਤੱਕਣ ਦਾ ਹੱਕ ਨਹੀਂ ਤਾਂ ਕੋਠੀ ਵਾਲਿਆਂ ਦਾ ਕੀ ਹੱਕ ਹੈ। ਉਹ ਹਰ ਲੰਘਦੇ ਗਰੀਬ ਆਦਮੀ ਦੀ ਹੱਤਕ ਕਰਨ, ਉਹਨਾਂ ਦੀ ਨਜ਼ਰ ਨੂੰ ਇੰਨੀ ਨੈਸ਼ ਖਿਆਲ ਕਰਨ। ਮੰਗਤੂ ਨੇ ਨਜ਼ਰ ਦੌੜਾ ਕੇ ਆਪਣੇ ਆਲੇ ਦੁਆਲੇ ਝਾਕਿਆ, ਪਰ ਰੋੜਾ ਪੱਥਰ ਉਹਦੀ ਨਜ਼ਰੀ ਨਾ ਪਿਆ। ਫਿਰ ਉਹਨੂੰ ਆਪਣੇ ਮੂਰਖਪਣੇ ਦਾ ਅਹਿਸਾਸ ਹੋਇਆ। ਇਹ ਮੈਂ ਕੀ ਵਾਹਿਆਤ ਗੱਲਾਂ ਸੋਚ ਰਿਹਾ, ਤੇ ਉਹ ਆਪਣੇ ਰਾਹ ਤੁਰਿਆ ਗਿਆ। ਇਸੇ ਤਰ੍ਹਾਂ ਕਈ ਦਿਨ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਿਰਦਾ ਹੋਇਆ ਕੰਮ ਦੀ ਭਾਲ ਕਰਦਾ ਰਿਹਾ। ਛੇਕੜ ਜੇ ਇਹਨੂੰ ਕੰਮ ਮਿਲਣ ਤੇ ਆਇਆ ਤਾਂ ਆਪਣੇ ਆਪ ਹੀ ਮਿਲ ਗਿਆ। ਇੱਕ ਸ਼ਾਮੀ ਜਦ ਸਰਦੂਲ ਡੇਰੇ ਆਇਆ ਤਾਂ ਉਹਨੇ ਮੰਗਤੂ ਨੂੰ ਕਿਹਾ, ਮੰਗਤਿਆ ਇੱਕ ਥਾਂ ਖਾਲੀ ਹੋਈ ਹੈ, ਜੇ ਤੇਰੇ ਪਸੰਦ ਦੀ ਹੋਵੇ। ਫਿਰ ਉਸ ਦੱਸਿਆ ਕਿ ਤੁਲਸੀ ਹਲਵਾਈ ਦਾ ਮੁੰਡੂ ਕਿਤੇ ਨੱਸ ਗਿਆ। ਜਾਂਦਾ ਹੋਇਆ ਤੁਲਸੀ ਦੀ ਕਾਫੀ ਸਾਰੀ ਨਗਦੀ ਤੇ ਵੀ ਹੱਥ ਸਾਫ਼ ਕਰ ਗਿਆ। ਹਲਵਾਈ ਦੀ ਨੌਕਰੀ ਮੰਗਤੂ ਦੇ ਮਨਪਸੰਦ ਨਹੀਂ ਸੀ, ਮੈਲਾ ਘਿਚਲਿਆ ਕੰਮ, ਪਰ ਵਿਹਲੇ ਰਹਿਣ ਨਾਲੋਂ ਚੰਗਾ ਹੀ ਸੀ। ਖਾਸ ਕਰਕੇ ਰਿਕਸ਼ਾਗਿਰੀ ਨਾਲੋਂ ਤਾਂ 100 ਦਰਜੇ ਚੰਗਾ। ਸੋ ਉਹਨੇ ਮਨਜ਼ੂਰ ਕਰ ਲਿਆ। ਦੂਜੇ ਦਿਨ ਸਰਦੂਲ ਨੇ ਉਸਨੂੰ ਤੁਲਸੀ ਹਲਵਾਈ ਪਾਸ ਰਖਾ ਦਿੱਤਾ। ਨਾਲ ਹੀ ਉਹਨੇ ਤੁਲਸੀ ਪਾਸ ਮੰਗਤੂ ਦੀਆਂ ਤਾਰੀਫਾਂ ਦੇ ਖੂਬ ਪੋਲ ਬੰਨੇ। ਤੁਲਸੀ ਜਿਹੜਾ ਤੱਤੀ ਚਾਹ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਮਾਰ ਪੀਂਦਾ ਸੀ, ਇੰਨੀ ਜਲਦੀ ਕਿਸੇ ਓਪਰੇ ਨੌਕਰ ਉੱਤੇ ਭਤੀਜਣ ਵਾਲਾ ਨਹੀਂ ਸੀ, ਜਦਕਿ ਹੁਣੇ ਇੱਕ ਨੌਕਰ ਉਹਦਾ ਕੰਘਾ ਕਰ ਗਿਆ ਸੀ। ਫਿਰ ਵੀ ਸਰਦੂਲ ਦੇ ਕਹਿਣ ਸੁਣਨ ਤੇ ਉਹਨੇ ਮੰਗਤੂ ਨੂੰ ਰੱਖ ਹੀ ਲਿਆ। ਪਹਿਲੇ ਦਿਨ ਜਦ ਮੰਗਤੂ ਇਸ ਨਵੀਂ ਨੌਕਰੀ ਤੇ ਹਾਜ਼ਰ ਹੋਇਆ ਤਾਂ ਤੁਲਸੀ ਨੇ ਆਪਣੇ ਸ਼ੱਕੀ ਸੁਭਾਅ ਅਨੁਸਾਰ ਚੂਚੀਆਂ ਅੱਖਾਂ ਗੱਡ ਕੇ ਇੰਝ ਅੱਡੀ ਤੋਂ ਚੋਟੀ ਤੱਕ ਉਸ ਵੱਲ ਤੱਕਣਾ ਸ਼ੁਰੂ ਕੀਤਾ, ਜਿਕਣ ਬੱਕਰਾ ਖਰੀਦਣ ਵੇਲੇ ਕਸਾਈ ਤੱਕਦਾ। ਝਟਕੂ ਵੇਖ ਚਾਕ ਚੁੱਕਣ ਤੋਂ ਬਾਅਦ ਉਸ ਮੰਗਤੂ ਨੂੰ ਪੁੱਛਿਆ, ਕਿਆ ਨਾਂ ਤੇਰਾ ਛੋਕਰੇ? ਜੀ ਮੰਗਤ ਰਾਮ। ਫਿਰ ਉਹ ਕਿੰਨਾ ਹੀ ਚਿਰ ਉਸ ਪਾਸੋਂ ਘਰ-ਬਾਰ ਦੀਆਂ ਗੱਲਾਂ ਪੁੱਛਦਾ ਰਿਹਾ। ਪਹਿਲਾਂ ਕਿਤੇ ਕੰਮ ਕੀਤਾ ਹੈ, ਕੀ ਕੰਮ ਕਰਨਾ ਜਾਣਦਾ, ਤੇ ਮੰਗਤੂ ਯਥਾ ਯੋਗ ਉੱਤਰ ਦੇ ਹੀ ਗਿਆ। ਫਿਰ ਥੋੜਾ ਚਿਰ ਚੁੱਪ ਰਹਿਣ ਤੋਂ ਬਾਅਦ ਬੋਲਿਆ, ਤੇ ਉਹ ਦੇਖ ਬਈ ਗਰੀਬਦਾਸ, ਕਿਆ ਨਾਮ ਬੋਲਿਆ ਤੂਨੇ? ਜੀ ਮੰਗਤ ਰਾਮ। मंगत राम, अच्छा भाई मंगत राम, देख मेरे यार, मैं तुन्ने सरदूले की जमानत पे राख्या भैया। उन्हें बोलिया ताकि छोकरा गना मिन्नती यार हथा का सूचा है, पर भाई माने तो तेरी जान पिसान है नहीं।
फगत अजमैश खातर मैं राख लऊं तूने, जो अगर काम करया ते दुरम स्वरूपी, फिर तो रहो मालक बन के, और जो ते करने लग्या हेरी फेरी, तो भैया मेरे दौरे तेरा ठिकाना कोई ना। दुकान की गद्दी होवे सिवा का आसन, और सिवा के आसन पे बैठ के कोई बेईमानी करे, चोरी करे, तो शंभू बोला तो इसकी कुंभी नरक मां बास करे। आई समझ में? इस ਲੈਕਚਰ ਨੇ ਮੰਗਤੂ ਦੇ ਦਿਲ ਤੇ ਕਾਫੀ ਚੰਗਾ ਅਸਰ ਕੀਤਾ। ਉਹਨੇ ਨਿਮਰਤਾ ਨਾਲ ਬੋਲਿਆ, ਤੁਸੀਂ ਸੇਠ ਜੀ ਤਸੱਲੀ ਰੱਖੋ, 4 ਦਿਨ ਵਰਤ ਕੇ ਵੇਖੋਗੇ, ਆਪੇ ਤੁਹਾਨੂੰ ਪਤਾ ਲੱਗ ਜਾਏਗਾ। ਆਪਣੇ ਮੂੰਹੋਂ ਵਡਿਆਈ ਕਰਨੀ ਝੱਖ ਮਾਰਨ ਬਰੋਬਰ ਹੁੰਦੀ ਹੈ। ਚੋਖੀ ਕਹੀ। ਤੁਲਸੀ ਖੁਸ਼ ਹੋ ਕੇ ਬੋਲਿਆ, ਅੱਛਾ शादी वादी करी तय? नहीं जी अजय। अरे मारे यार, अभी तक कुमारा पढ़िया तू मांगना वांगना भी नहीं करया? नहीं जी, होने वाला वे अज भलके। अच्छा, भगवान करे तूने परी ऐसी बहू मिले। तुलसी दियां अठूआं टाइप मुੱਛਾਂ ਚੋਂ ਮੁਸਕਣੀ ਫੁੱਟ ਨਿਕਲੀ। ਕੰਮ ਜਿਹੜਾ ਮੰਗਤੂ ਨੂੰ ਸੌਂਪਿਆ ਗਿਆ ਖਾਸਾ ਔਖਾ ਸੀ। ਬਾਟੀਆਂ, ਗਲਾਸ ਮਾਂਜ, ਕੜਾਈਆਂ ਸਾਫ਼ ਕਰ, ਪੱਥਰ ਦੇ ਕੋਲੇ ਤੋੜ, ਲੱਕੜਾਂ ਪਾੜ, ਪਾਣੀ ਲਿਆ, ਭੱਠੀ ਤਪਾ, ਹੋਰ ਕਿੰਨਾ ਹੀ ਕੁਝ। ਮਤਲਬ ਕਿ ਮੂੰਹ ਹਨੇਰੇ ਤੋਂ ਲੈ ਕੇ ਸੋਤੇ ਤੱਕ ਮਾਲਕ ਉਹਨੂੰ ਕਿਸੇ ਨਾ ਕਿਸੇ ਕੰਮ ਡਾਹੀ ਰੱਖਦਾ। ਪਰ ਮੰਗਤੂ ਦੇ ਹਠੀ ਸੁਭਾਅ ਨੇ ਹਾਰ ਨਹੀਂ ਮੰਨੀ। ਉਹਨੂੰ ਜੇ ਕੁਝ ਤਕਲੀਫ ਮਹਿਸੂਸ ਹੋਈ ਤਾਂ ਇਸ ਗੱਲ ਦੀ ਕਿ ਉਹ ਤਾਂ ਪੜ੍ਹਨ ਲਿਖਣ ਦਾ ਨਵਾਂ ਸ਼ੁਗਲ, ਜਿਸ 'ਚ ਵਾਹਵਾ ਉਹਦਾ ਦਿਲ ਖੁੱਭ ਗਿਆ ਸੀ, ਖਤਮ ਹੋ ਗਿਆ। ਤੁਲਸੀ ਨੇ ਆਪਣੇ ਪੁਰਾਣੇ ਨਿਯਮ ਅਨੁਸਾਰ ਇਸ ਨਵੇਂ ਨੌਕਰ ਦੀ ਇਮਾਨਦਾਰੀ ਦਾ ਇਮਤਿਹਾਨ ਲੈਣ ਲਈ ਕਈ ਪਰਚੇ ਪਾਏ। ਕਦੇ ਉਹ ਜਾਣ ਕੇ ਰੁਪਿਆ ਜਾਂ ਅਠਿਆਨੀ ਉਹਦੇ ਲਾਗੇ ਚਾਗੇ ਸੁੱਟ ਛੱਡਦਾ, ਕਦੀ ਖੋਏ ਜਾਂ ਮਲਾਈ ਦੀ ਬਾਟੀ ਉੱਤੇ ਨਿਸ਼ਾਨੀਆਂ ਲਾ ਕੇ ਉਹਦੀ ਸਪੁਰਦਗੀ ਵਿੱਚ ਦੇ ਦਿੰਦਾ, ਤੇ ਕਦੀ ਹੋਰ ਕੋਈ ਕਿਸਮ ਦੀ ਪ੍ਰੀਖਿਆ ਲੈਣ 'ਚ ਲੱਗਾ ਰਹਿੰਦਾ। ਪਰ ਮੰਗਤੂ ਕਿਸੇ ਵੀ ਪਰਚੇ 'ਚ ਫੇਲ ਨਹੀਂ ਹੋਇਆ, ਕਿਉਂਕਿ ਮੰਗਤੂ ਹੁਣ ਪਹਿਲਾਂ ਵਾਲਾ ਮੰਗਤੂ ਨਹੀਂ ਸੀ ਰਿਹਾ। ਠੋਕਰਾਂ ਨੇ ਉਹਦਾ ਦਿਮਾਗ ਕਾਫੀ ਹੱਦ ਤੱਕ ਟਿਕਾਣੇ ਲਿਆਂਦਾ ਸੀ, ਜਿਸ ਕਰਕੇ ਮਾਲਕ ਦੀ ਨਜ਼ਰ ਉਸ ਉੱਤੇ ਕਾਫੀ ਸਵੱਲੀ ਹੁੰਦੀ ਗਈ। ਤੇ ਜਦ ਤੁਲਸੀ ਨੂੰ ਯਕੀਨ ਹੋ ਗਿਆ ਕਿ ਮੁੰਡਾ ਉੱਤੋਂ ਹੀ ਨਹੀਂ ਦਿਲੋਂ ਮਨੋਂ ਇਮਾਨਦਾਰ ਹੈ, ਤਾਂ ਹੌਲੀ ਹੌਲੀ ਉਹਨੇ ਔਖੇ ਕੰਮ ਛੁਡਾ ਕੇ ਉਹਨੂੰ ਸੌਖਿਆਂ ਤੇ ਲਾਤਾ। ਔਖੇ ਕੰਮ ਉਹ ਮਜ਼ਦੂਰੀ ਉੱਤੇ ਦੂਸਰਿਆਂ ਤੋਂ ਕਰਵਾ ਲੈਂਦਾ। ਹੋਰ ਕੁਝ ਚਿਰ ਪਿੱਛੋਂ ਉਹਨੇ ਮੰਗਤੂ ਨੂੰ ਹਲਵਾਈ ਪੁਣੇ ਦੇ ਹੁਨਰ ਬਾਰੇ ਵੀ ਕਾਫੀ ਕੁਝ ਦੱਸਣਾ ਸ਼ੁਰੂ ਕਰ ਦਿੱਤਾ, ਜਿਵੇਂ ਦੁੱਧ ਨੂੰ ਜਾਗ ਲਾਣੀ, ਖੋਏ ਦਾ ਘਾਣ ਉਤਾਰਨਾ, ਚਾਸ਼ਨੀ ਦੀ ਪੱਤ ਤਿਆਰ ਕਰਨੀ, ਜਲੇਬੀਆਂ ਕੱਢਣ ਲਈ 2.5 ਫਰੇ ਦਾ ਚੱਕਰ ਕੱਢਣ ਦੀ ਜਾਚ ਆ। ਮੰਗਤੂ ਨੂੰ ਇਸ ਕੰਮ 'ਚ ਕਾਫੀ ਉਤਸ਼ਾਹ ਮਿਲਿਆ। ਉਹ ਇੱਕ ਨਵੇਂ ਤੇ ਉਪਜਾਊ ਹੁਨਰ ਨੂੰ ਸਿੱਖਦਾ ਚਲਾ ਜਾ ਰਿਹਾ ਸੀ। ਉਹ ਇੱਕ ਮਾੜਾ ਮੋਟਾ ਹਲਵਾਈ ਬਣਨ ਵਾਲਾ ਸੀ। ਇਹ ਤੋਂ ਛੁੱਟੋ ਦੀ ਤਨਖਾਹ 'ਚ ਕੁਝ ਨਾ ਕੁਝ ਤਰੱਕੀ ਹੋ ਗਈ ਸੀ। ਉਹ ਦਿਲ 'ਚ ਖੂਬ ਲੰਮੀਆਂ ਚੌੜੀਆਂ ਉਮੀਦਾਂ ਦੇ ਤਾਣੇ ਤਣਨ ਲੱਗ ਪਿਆ। ਹੋਰ 4-6 ਮਹੀਨੇ ਨੌਕਰੀ ਕਰਨ ਤੋਂ ਬਾਅਦ ਆਪਣੀ ਦੁਕਾਨ ਕਰ ਲਵਾਂਗਾ, ਤੇ ਕਿਸੇ ਦਿਨ ਮੈਂ ਵੀ ਇੱਕ ਰੱਜਿਆ ਪੁੱਜਿਆ ਸ਼ਹਿਰੀ ਅਖਵਾਵਾਂਗਾ। ਇਹਨਾਂ ਹੀ ਉਮੀਦਾਂ ਦੇ ਆਧਾਰ ਤੇ ਉਹ ਮਾਸੀ ਮਾਸੜ ਨੂੰ ਅਕਸਰ ਚਿੱਠੀਆਂ ਲਿਖਦਾ, ਜਿਨ੍ਹਾਂ 'ਚ ਵਿਆਹ ਦੇ ਆਰ ਪਾਰ ਲਈ ਵੀ ਤਾਕੀਦਾਂ ਘੱਲਦਾ। ਚਿੱਠੀਆਂ ਉਹ ਸਰਦੂਲ ਪਾਸੋਂ ਲਿਖਾਉਂਦਾ ਪੜ੍ਹਾਉਂਦਾ ਸੀ, ਪਰ ਉਹ ਕਦੀ ਉਦਾਸ ਵੀ ਹੋ ਜਾਂਦਾ ਜਦ ਆਪਣੇ ਮਾਲਕ ਦੇ ਨੈਤਿਕ ਕਰਮਾਂ ਵੱਲ ਉਹਦਾ ਧਿਆਨ ਜਾਂਦਾ। ਤੁਲਸੀ ਜਿਹੜਾ ਹਰ ਵੇਲੇ ਉਹਨੂੰ ਨੇਕੀ ਤੇ ਇਮਾਨਦਾਰੀ ਦੇ ਉਪਦੇਸ਼ ਦਿੰਦਾ ਰਹਿੰਦਾ, ਆਪਣਾ ਉਹਦਾ ਇਹ ਹਾਲ ਸੀ ਕਿ ਦੁੱਧ 'ਚ ਪਾਣੀ, ਘਿਓ 'ਚ ਤੇਲ, ਖੰਡ 'ਚ ਦੁੱਧ ਪੱਥਰੀ, ਪਾਣੀ ਉਸ ਲਈ ਕੋਈ ਪਾਪ ਨਹੀਂ ਸੀ। ਫਿਰ ਚਾਪਲੂਸ ਇੰਨਾ ਕਿ ਗੱਲ 'ਚ ਝੂਠ, ਗੱਲ 'ਚ ਚਲਾਕੀ। ਇਹ ਤੋਂ ਵੀ ਬਹੁਤ ਦਿਲਾਜਾਰੀ ਮੰਗਤੂ ਦੀ ਉਦੋਂ ਹੁੰਦੀ ਜਦੋਂ ਬਿਨਾਂ ਕਸੂਰ ਤੋਂ ਤੁਲਸੀ ਉਸ ਉੱਤੇ ਝਾੜ ਝੰਬ ਸ਼ੁਰੂ ਕਰ ਦਿੰਦਾ। ਇੱਕ ਵਾਰੀ ਤਾਂ ਉਹਦੀ ਹਾਲਤ ਬਰਦਾਸ਼ਤ ਤੋਂ ਇੰਨੀ ਬਾਹਰ ਹੋ ਗਈ ਕਿ ਗੁੱਸੇ 'ਚ ਆ ਕੇ ਕੰਮ ਹੀ ਛੱਡ ਬੈਠਾ, ਪਰ ਸਰਦੂਲ ਨੇ ਵਿੱਚ ਪੈ ਕੇ ਮਾਲਕ ਨੌਕਰ ਦਾ ਰਾਜੀਨਾਮਾ ਕਰਾ ਦਿੱਤਾ। ਗੱਲ ਇਉਂ ਹੋਈ ਕਿ ਸਵੇਰ ਵੇਲੇ ਦੁਕਾਨ ਉੱਤੇ ਦੁੱਧ ਲੱਸੀ ਦੇ ਗਾਹਕਾਂ ਦੀ ਕਾਫੀ ਭੀੜ ਹੁੰਦੀ ਸੀ। ਮੰਗਤੂ ਨੂੰ ਕੰਮ ਕਰਦਿਆਂ ਸਾਲ ਹੋ ਚੁੱਕਾ ਸੀ ਤੇ ਗਰਮੀਆਂ ਫੇਰ ਆ ਗਈਆਂ ਸਨ। ਇਸੇ ਵੇਲੇ 2-3 ਪਿੰਡ ਦੇ ਦੋਧੀ ਦੁੱਧ ਲਿਆਇਆ ਕਰਦੇ ਸਨ, ਜਿਸ ਕਰਕੇ ਤੁਲਸੀ ਲਈ ਮੁਸ਼ਕਿਲ ਇਹ ਬਣਦੀ ਸੀ ਕਿ ਗਾਹਕਾਂ ਦੇ ਸਾਹਮਣੇ ਦੁੱਧ 'ਚ ਪਾਣੀ ਕਿੱਕਣ ਪਾਇਆ ਜਾਏ। ਸੋ ਇਸ ਔਕੜ ਤੋਂ ਬਚਣ ਲਈ ਉਹਨੇ ਇਹ ਤਰੀਕਾ ਸ਼ੁਰੂ ਕਰ ਰੱਖਿਆ। ਦੋਧੀਆਂ ਦੇ ਆਉਣ ਤੋਂ ਪਹਿਲਾਂ ਹੀ ਉਹ ਇੱਕ ਵੱਡੀ ਬਾਲਟੀ 'ਚ ਲੋੜ ਅਨੁਸਾਰ ਪਾਣੀ ਤੇ ਦੁੱਧ ਰਲਾ ਕੇ ਕੰਗਾ ਜਿਹਾ ਕਰਕੇ ਰੱਖ ਲੈਂਦਾ। ਫਿਰ ਦੋਧੀਆਂ ਦਾ ਦੁੱਧ ਮਿਣ ਕੇ ਉਸੇ ਬਾਲਟੀ 'ਚ ਪਾਈ ਜਾਂਦਾ ਤੇ ਇਸ ਤਰ੍ਹਾਂ ਆਪਣਾ ਕੰਮ ਨੇਪਰੇ ਚਾੜ ਲੈਂਦਾ। ਉਸ ਦਿਨ ਮੰਗਤੂ ਪਾਸੋਂ ਇਹ ਗਲਤੀ ਹੋ ਗਈ ਕਿ ਦੋਧੀ ਅਜੇ ਆਏ ਨਹੀਂ ਸੀ, ਤੇ ਉਹਨੇ ਇੱਕ ਕਾਲੇ ਗਾਹਕ ਨੂੰ, ਜਿਹੜਾ ਕਿਸੇ ਬੰਗਲੇ ਦਾ ਚੌਕੀਦਾਰ ਸੀ, ਉਸੇ ਬਾਲਟੀ 'ਚੋਂ ਦੁੱਧ ਮਿਣ ਦਿੱਤਾ। ਇੱਕ ਤਾਂ ਦੁੱਧ ਸੁਦਾ ਕੰਗਾ, ਦੂਜਾ ਗਾਹਕ ਵੀ ਤੇਜ਼ ਤਰਾਰ। ਥੋੜੀ ਦੇਰ ਬਾਅਦ ਜਦ ਦੁਕਾਨ ਤੇ ਕਾਫੀ ਗਾਹਕ ਖਲੋਤੇ ਸੀ, ਉਹੀ ਗਾਹਕ ਗਾਲੀ ਗਲੋਚ ਕਰਦਾ ਆ ਧਮਕਿਆ। ਤੁਲਸੀ ਨੂੰ ਜਦ ਅਸਲ ਗੱਲ ਦਾ ਪਤਾ ਲੱਗਾ ਤਾਂ ਉਹਨੂੰ ਧਰਤੀ ਵੇਲ ਨਾ ਦੇਵੇ। ਗਾਹਕ ਨੇ ਗੜਵੀ ਵਾਲਾ ਦੁੱਧ ਸਾਰੇ ਗਾਹਕਾਂ ਨੂੰ ਵਿਖਾਇਆ, ਜਿਸ 'ਚ 50% ਦੇ ਲਗਭਗ ਪਾਣੀ ਸੀ। ਮਾਮਲਾ ਜਦ ਖਰਾਬ ਹੁੰਦਾ ਦਿਸਿਆ, ਗਾਹਕ ਨੇ ਜਦ ਪੁਲਿਸ ਦਾ ਡਰਾਵਾ ਦਿੱਤਾ, ਤੁਲਸੀ ਨੇ ਇਉਂ ਕਹਿ ਕੇ
लिलकणियां लानियां शुरू कर दिया। माफ करना जमादार, ये तो छोकरे की मत कट गई साले की। वो तो माने गऊ ने प्यार लेने खातर कच्ची लस्सी बनाई रखी थी। छोकरे साले ने बेवकूफी करी जो उसी माथे गाल दिए तेरे लोटे में। और मेरे यार इतनी सी बात पे बिगड़ गया तू, तेरे तो हम नौकर ठहरे जमादार। फिर तुलसी ने गाहकां दे सामने अपनी बला मंगतू दे सिर सुट के ओदी पान पत लानी शुरू करती। अरे तै भी था मेरे यार अंधा ही था, तूने इतना भी ना देखा जो गऊ की लस्सी डाल दई तै जमादार के लोटे में, साला बूझड़ कहीं का। मंगतू अड्डी तो चोटी तक अग बगोला हो उठिया। गुस्से दे काबू ना पा सकिया, लहू छालदियां अखां नाल उस वल तक के बोलिया, ते इसमें मेरा क्या कसूर है सेठ जी, रोज ही तो बका मती लंडी के। कह के तुलसी ने ओनू बोलणों रोक दिता। जाने कहाँ ते साले ग्रसिया रहे आ जावे नौकरी करने को। माए साली जमा कर छाड़ जावे मारी खोपरी खाए खातर। मंगतू दा दिल कीता ਉਹ ਕੋਲ ਪਿਆ ਭਬਕਾ ਚੁੱਕ ਕੇ ਉਸ ਪਖੰਡੀ ਦੇ ਸਿਰ 'ਚ ਕੱਢ ਮਾਰੇ। ਪਤਾ ਨਹੀਂ ਕਿਹੜੀ ਕਿਸੇ ਗੁਪਤ ਸ਼ਕਤੀ ਨੇ ਉਹਦੇ ਹੱਥਾਂ ਨੂੰ ਜਕੜ ਲਿਆ। ਉਵੇਂ ਹੀ ਭਰਿਆ ਪੀਤਾ ਦੁਕਾਨ ਤੋਂ ਉਤਰਿਆ ਤੇ ਕਹਿੰਦਾ ਹੋਇਆ ਹੋ ਗਿਆ ਤੂੰ ਝੁੱਗੇ ਰੱਖ ਆਪਣੀ ਨੌਕਰੀ ਨੂੰ, ਮੈਂ ਨਹੀਂ ਕਿਸੇ ਭੜੂਏ ਦੀਆਂ ਗਾਲਾਂ ਖਾਣੀਆਂ। ਤੇ ਜਦੋਂ ਭਖਿਆ ਭੜਕਿਆ ਡੇਰੇ ਵੱਲ ਤੁਰਿਆ ਜਾ ਰਿਹਾ ਸੀ ਤਾਂ ਉਹਨੂੰ ਜਾਪਿਆ ਜਿਵੇਂ ਕਿਸੇ ਨੇ ਅੱਜ ਉਹਨੂੰ ਫੜ ਕੇ ਗੰਦਗੀ ਦੇ ਢੇਰ 'ਚ ਧਸਾ ਦਿੱਤਾ ਹੋਵੇ। ਮਾਲਕ ਦੇ ਮੂੰਹੋਂ ਨਿਕਲਿਆ ਹੋਇਆ ਛੋਟਾ ਜਿਹਾ ਸ਼ਬਦ ਲੰਡੀ ਕੇ ਇਸ ਵੇਲੇ ਉਹਨੂੰ ਸੱਪ ਬਣ ਕੇ ਡੰਗ ਰਿਹਾ ਸੀ। ਲੰਡੀ ਕਾ ਅਰਥਾਤ ਲੰਡੀ ਬੁੱਚੀ ਔਰਤ ਦਾ ਪੁੱਤਰ, ਅਰਥਾਤ ਅਵਾਰਾਗਰਦ ਜਨਾਨੀ ਦਾ ਬੱਚਾ, ਬਦਮਾਸ਼ ਔਰਤ ਦਾ। ਤੇ ਫਿਰ ਜਦ ਤੁਲਸੀ ਦਾ ਦੂਜਾ ਵਾਕ ਉਹਦੇ ਦਿਮਾਗ 'ਚ ਗੁੰਜਿਆ, ਮਾਈ ਸਾਲੇ ਜਮਾਏ ਕਰ, ਤਾਂ ਮੰਗਤੂ ਨੂੰ ਇੰਝ ਜਾਪਣ ਲੱਗਾ ਜਿਵੇਂ ਤੁਲਸੀ ਉਹਦੇ ਕਿਸੇ ਪੁਰਾਣੇ ਗੁਪਤ ਭੇਦ ਦਾ ਵਾਕਫ ਹੋਵੇ। ਉਹਦੇ ਅੰਦਰਲੇ ਕਿਸੇ ਮਿਲਦੇ ਜਾਂਦੇ ਜ਼ਖਮ ਉੱਤੇ ਜਿਵੇਂ ਤਪੀ ਹੋਈ ਸਲਾਖ ਰੱਖ ਦਿੱਤੀ ਗਈ ਹੋਵੇ। ਡੇਰੇ ਜਾ ਕੇ ਉਹ ਸਾਰੀ ਦਿਹਾੜੀ ਲੰਮਾ ਪਿਆ ਰਿਹਾ। ਰਾਤੀ ਜਦ ਸਰਦੂਲ ਆਇਆ ਤਾਂ ਮੰਗਤੂ ਨੇ ਸਾਰਾ ਕਿੱਸਾ ਉਹਨੂੰ ਸੁਣਾਇਆ। ਉਸੇ ਵੇਲੇ ਤੁਲਸੀ ਵੱਲ ਨਸਾ ਗਿਆ ਤੇ ਉਹਨੂੰ ਖੂਬ ਝਾੜਾਂ ਪਾਈਆਂ। ਤੁਲਸੀ ਵੀ ਆਪਣੇ ਥਾਂ ਪਛਤਾ ਰਿਹਾ ਸੀ। ਇਹੋ ਜਿਹਾ ਬੀਬਾ ਨੌਕਰ ਉਹਨੂੰ ਦੀਵਾ ਲੈ ਕੇ ਢੂੰਡਿਆ ਨਹੀਂ ਸੀ ਮਿਲਣਾ। ਉਹਨੇ ਸਰਦੂਲ ਪਾਸੋਂ ਆਪਣੀ ਭੁੱਲ ਦੀ ਮਾਫੀ ਮੰਗੀ। ਦੂਜੇ ਦਿਨ ਜਦ ਸਰਦੂਲ ਮਨੂ ਕੇ ਮੰਗਤੂ ਨੂੰ ਦੁਕਾਨ ਤੇ ਲੈ ਗਿਆ, ਤੁਲਸੀ ਨੂੰ ਕਿੰਨਾ ਬਦਲਿਆ ਵੇਖਿਆ ਦੋਵਾਂ ਨੇ। ਉਹ ਆਪਣੀਆਂ ਚੂਚੀਆਂ ਅੱਖਾਂ 'ਚ ਖੁਸ਼ਾਮਦ ਦਾ ਰੰਗ ਭਰ ਕੇ ਮੰਗਤੂ ਨੂੰ ਕਹਿਣ ਲੱਗਾ, अरे मेरे यार इतनी सी बात पे खिसी आ गया, माने ते अपनी कसम सगली दुकान तेरे दोहरे गाल रखी है, मती गुस्सा करे मेरे यार, क्या करूं साली तबीयत मां बाजे बेला तेजी आए जावे। ਤੇ ਇਸ ਤਰ੍ਹਾਂ ਮੰਗਤੂ ਦੇ ਪੈਰ ਕੰਮ ਤੋਂ ਉਖੜਦੇ ਇੱਕ ਵਾਰੀ ਫੇਰ ਜੰਮ ਗਏ। ਪਰ ਆਪਣੇ ਮਾਲਕ ਦੇ ਸਬੰਧ 'ਚ ਜਿਹੜੀ ਨਫ਼ਰਤ ਉਹਦੇ ਅੰਦਰ ਭਰ ਚੁੱਕੀ ਸੀ, ਉਹਨੂੰ ਉਹ 1000 ਕੋਸ਼ਿਸ਼ ਕਰਨ ਤੇ ਵੀ ਦਿਲ 'ਚੋਂ ਕੱਢ ਨਹੀਂ ਸਕਿਆ। ਤੁਲਸੀ ਦੀ ਹਰ ਗੱਲ 'ਚ ਚਾਪਲੂਸੀ ਤੇ ਹਰ ਕੰਮ 'ਚ ਬੇਈਮਾਨੀ ਉਹਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੀ। ਖਾਸ ਕਰਕੇ ਜਿਹੜੀਆਂ ਉਸ ਦਿਨ ਤੁਲਸੀ ਨੇ ਉਹਨੂੰ ਗਾਲਾਂ ਕੱਢੀਆਂ ਸੀ, ਉਹਨਾਂ ਦਾ ਅਸਰ ਤਾਂ ਘਟਣ ਦੀ ਥਾਂ ਸਗੋਂ ਮੰਗਤੂ ਦੇ ਅੰਦਰ ਵੱਧਦਾ ਹੀ ਚਲਾ ਜਾ ਰਿਹਾ ਸੀ। ਉਹਨੂੰ ਤੁਲਸੀ ਦੀ ਸ਼ਕਲ ਤੋਂ ਇੰਨੀ ਘਿਰਨਾ ਹੋ ਗਈ ਕਿ ਉਸ ਵੱਲ ਤੱਕਦਿਆਂ ਹੀ ਦਿਲ ਉਹਦਾ ਬੇਕਾਬੂ ਹੋ ਉੱਠਦਾ। ਕਈ ਵਾਰੀ ਤਾਂ ਉਹ ਕੁਝ ਐਸੀਆਂ ਹਰਕਤਾਂ ਵੀ ਕਰ ਪੈਂਦਾ ਜਿਨ੍ਹਾਂ ਬਾਰੇ ਮਗਰੋਂ ਆਪ ਹੀ ਅਫਸੋਸ ਕਰਨ ਲੱਗ ਪੈਂਦਾ। ਇਹੋ ਜਿਹੀ ਇੱਕ ਹਰਕਤ ਉਹਨੇ ਕਰ ਹੀ ਦਿੱਤੀ। ਜਦੋਂ ਸਵੇਰੇ ਉਹ ਦੁਕਾਨ ਦੀ ਸਫਾਈ ਕਰ ਰਿਹਾ ਸੀ, ਤੁਲਸੀ ਦੀ ਗੱਦੀ ਲਾਗੇ ਕੁਝ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਸਨ, ਜਿਨ੍ਹਾਂ ਨੂੰ ਤੁਲਸੀ ਰੋਜ਼ ਸਵੇਰੇ ਧੂਫ ਤੋਂ ਖਾਇਆ ਕਰਦਾ ਸੀ। ਇਹਨਾਂ 'ਚ ਇੱਕ ਤਸਵੀਰ ਤੁਲਸੀ ਦੀ ਆਪਣੀ ਵੀ ਸੀ, ਜਿਹੜੀ ਉਹਨੇ ਹੁਣ ਤੋਂ ਕਈ ਸਾਲ ਪਹਿਲਾਂ ਕਦੀ ਉਤਰਵਾਈ ਸੀ। ਬੌਕਰ ਬੁਹਾਰੀ ਕਰਨ ਵੇਲੇ ਜਦੋਂ ਵੀ ਮੰਗਤੂ ਦੀ ਨਜ਼ਰ ਉਸ ਫੋਟੇ ਤੇ ਪੈਂਦੀ, ਉਹਦੇ ਤਨ ਬਦਨ ਨੂੰ ਅੱਗ ਲੱਗ ਉੱਠਦੀ। ਉਹ ਸੋਚਦਾ, ਪਵਿੱਤਰ ਦੇਵਤਿਆਂ ਦੀਆਂ ਤਸਵੀਰਾਂ 'ਚ ਇਸ ਰਾਖਸ਼ ਦਾ ਕੀ ਕੰਮ। ਉਸੇ ਦਿਨ ਜਦੋਂ ਤੁਲਸੀ ਦੁਕਾਨ ਤੇ ਨਹੀਂ ਸੀ, ਬੌਕਰ ਫੇਰਦਿਆਂ ਜਿਉਂ ਹੀ ਮੰਗਤੂ ਦੀ ਨਜ਼ਰ ਫੋਟੋ ਤੇ ਉਸ ਫੋਸੜ ਚਿਹਰੇ ਤੇ ਪਈ ਤੇ ਗੁੱਸੇ ਨਾਲ ਉਹ ਪਾਗਲ ਹੀ ਤਾਂ ਹੋ ਉੱਠਿਆ। ਹੋਰ ਕੋਈ ਪੇਸ਼ ਨਾ ਜਾਂਦੀ ਵੇਖ ਕੇ ਉਹਨੇ ਉੱਪਰੋਂ ਥੱਲੇ 2-3 ਥੁੱਕਾਂ ਸੁੱਟ ਦਿੱਤੀਆਂ ਫੋਟੋ ਉੱਤੇ ਤੇ ਐਨ ਉਸੇ ਵੇਲੇ ਮੰਗਤੂ ਦੀ ਪਿੱਠ ਵੱਲੋਂ ਤੁਲਸੀ ਆ ਪਹੁੰਚਿਆ, ਜਿਹੜਾ ਪਿਸ਼ਾਬ ਕਰਨ ਲਈ ਹੁਣੇ ਉੱਠ ਕੇ ਗਿਆ ਸੀ। ਆਪਣੀ ਬੇਵਕੂਫੀ ਦਾ ਭੇਦ ਖੁੱਲਦਾ ਵੇਖ ਕੇ ਮੰਗਤੂ ਨੂੰ ਪੈਰਾਂ ਤੇ ਇੱਕ ਜੁਗਤ ਸੁੱਝ ਗਈ। ਉਹਨੇ ਮੋਢੇ ਤੇ ਰੱਖੇ ਪਰਨੇ ਦੀ ਕੰਨੀ ਨਾਲ ਤਸਵੀਰ ਦਾ ਸ਼ੀਸ਼ਾ ਪੂੰਝਣਾ ਸ਼ੁਰੂ ਕੀਤਾ ਤਾਂ ਜੋ ਤੁਲਸੀ ਸਮਝ ਲਏ ਕਿ ਸ਼ੀਸ਼ੇ ਸਾਫ਼ ਕਰਨ ਲਈ ਉਹਨੇ ਥੁੱਕਾਂ ਸੁੱਟੀਆਂ ਸਨ। ਫਿਰ ਵੀ ਉਹਨੂੰ ਕਾਫੀ ਝਾੜ ਪੈ ਗਈ ਕਿ ਤਸਵੀਰਾਂ ਦੇ ਸ਼ੀਸ਼ੇ ਥੁੱਕਾਂ ਨਾਲ ਨਹੀਂ, ਪਾਣੀ ਨਾਲ ਸਾਫ਼ ਕਰਨੇ ਚਾਹੀਦੇ ਨੇ, ਤੇ ਮੰਗਤੂ ਨੇ ਆਪਣੀ ਭੁੱਲ ਨੂੰ ਸਵੀਕਾਰ ਕਰ ਲਿਆ। ਧੰਨਵਾਦ।